वाहिगुरु जी का खालसा वाहिगुरु जी की फतेह। संगत जी जी आया ਨੂੰ जी आया ਨੂੰ जी आया ਨੂੰ। ਸਭ ਤੋਂ ਪਹਿਲਾਂ ਅਸੀਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਨਿਵਾ ਕੇ ਬੇਨਤੀ ਕਰਾਂਗੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸੰਗਤੀ ਰੂਪ ਵਿੱਚ ਸਾਨੂੰ ਬਿਠਾਇਆ ਹੈ। ਤੋ ਸਤਿਗੁਰਾਂ ਦਾ ਜੋਤੀ ਜੋਤ ਦਿਵਸ ਲੰਘ ਕੇ ਹਟਿਆ। ਅਸੀਂ ਸਤਿਗੁਰਾਂ ਦੇ ਇਤਿਹਾਸ ਬਾਰੇ ਥੋੜ੍ਹੀਆਂ ਜਿਹੀਆਂ ਵਿਚਾਰਾਂ ਕਰ ਲਾਂਗੇ, ਕਿਉਂਕਿ ਇਤਿਹਾਸ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਸਾਨੂੰ ਨਹੀਂ ਪਤਾ, ਅਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸ ਪਾਉਂਦੇ, ਤਾਂ ਸਾਡੇ ਬੱਚੇ ਟੁੱਟ ਰਹੇ ਨੇ ਸੰਗਤ ਜੀ। ਇਹ ਜ਼ਰੂਰੀ ਹੈ। ਜਦੋਂ ਅਸੀਂ ਬੱਚੇ ਸੀ ਸਾਨੂੰ ਪਤਾ ਸੀ ਕਿ ਸਾਡੇ ਮਾਤਾ ਜੀ ਅਨਪੜ੍ਹ, ਲੇਕਿਨ ਸਾਨੂੰ ਕੋਈ ਨਾ ਕੋਈ ਸਾਖੀ ਸੁਣਾਉਂਦੇ ਸੀ। ਕਦੀ ਸਾਹਿਬਜ਼ਾਦਿਆਂ ਦੀ ਸੁਣਾ ਦੇਣੀ, ਕਦੀ ਜੋ ਵੀ ਉਹਨਾਂ ਨੂੰ ਜਿੰਨੀ ਕੁ ਸਮਝ ਸੀਗੀ ਉਨੀ ਸੁਣਾ ਕੇ ਸਾਡੇ ਅੰਦਰ ਬਹੁਤ ਕੁਛ ਉਹਨਾਂ ਨੇ ਪਾਇਆ। ਇੱਕ ਨਿੱਘ ਵੀ ਮਿਲਦਾ ਸੀ ਆਪਣਾ ਇਤਿਹਾਸ ਜਾਣ ਕੇ। ਇੱਕ ਅੱਛੀਆਂ ਗੁਣ ਵੀ ਅੰਦਰ ਜਿਹੜੇ ਨੇ ਆਉਂਦੇ ਨੇ। ਅੱਜ ਤਾਂ ਦੇਖੋ ਸਾਇੰਸ ਦੱਸ ਰਹੀ ਹੈ ਕਿ ਰਾਤ ਨੂੰ ਜੋ ਤੁਸੀਂ ਜਿੱਦਾਂ ਦੇ ਵਿਚਾਰਾਂ 'ਚ ਸੌਂਦੇ ਹੋ, ਉਹ ਸਾਰੀ ਰਾਤ ਤੁਹਾਡੇ ਅੰਦਰ ਕੰਮ ਹੋ ਰਿਹਾ ਹੁੰਦਾ। ਉਹ ਰਾਤ ਨੂੰ ਅਸੀਂ ਤਾਂ ਹੁਣ ਪਤਾ ਨਹੀਂ ਕੀ ਖੁਦ ਦੇਖਦੇ ਹਾਂ ਔਰ ਕੀ ਸਾਡੇ ਬੱਚੇ ਦੇਖ ਰਹੇ ਨੇ। ਤੋ ਇਦਾਂ ਦਾ ਘਰਾਂ 'ਚ ਸਿਲਸਿਲਾ ਜ਼ਰੂਰ ਰੱਖਣਾ ਚਾਹੀਦਾ। ਜਦੋਂ ਡਾਇਨਿੰਗ ਟੇਬਲ ਤੇ ਇਕੱਠੇ ਹੋ ਗਏ ਆ, ਚਲੋ ਕੋਈ ਇਤਿਹਾਸ, ਕੋਈ ਸਾਖੀ, ਕੋਈ ਅੱਛੀਆਂ ਗੱਲਾਂ, ਜਿਹਦੇ ਨਾਲ ਸਾਡਾ ਵੀ ਜੀਵਨ ਵਧੀਆ ਹੋਵੇ, ਸਾਡੇ ਬੱਚਿਆਂ ਦਾ ਵੀ। ਤੋ ਸੰਗਤ ਜੀ, ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਸਤਿਗੁਰਾਂ ਦੀ ਮਹਿਮਾ ਜਿਹੜੀ ਆ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਭੱਟ ਜੀ ਮਹਿਮਾ ਲਿਖਦੇ ਨੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ, ਪਰ ਕਹਿੰਦੇ ਮਹਿਮਾ ਲਿਖੀ ਨਹੀਂ ਜਾ ਸਕਦੀ। ਇਹ ਭੱਟ ਜੀ ਕੌਣ ਹੋਏ ਨੇ? ਭੱਟ ਸਾਹਿਬਾਨ 11 ਭੱਟ, ਜਿਨ੍ਹਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਇਹ ਭੱਟ ਬ੍ਰਾਹਮਣ ਹੋਏ ਨੇ। ਇਹ ਸਾਰੇ ਜਿਹੜੇ ਇੱਕ ਕਹਿ ਲਓ ਰੂਹਾਂ ਦਾ ਸਮੂਹ, ਜਿਹੜੀਆਂ ਕਿ ਅਭਿਲਾਸ਼ੀ ਸਨ ਸੱਚ ਨੂੰ ਮਿਲਣ ਦੀਆਂ। ਤੋ ਦੁਆਰੇ ਗਈਆਂ, ਜਦੋਂ ਸੱਚ ਦੀ ਤਲਾਸ਼ ਹੁੰਦੀ ਆ ਨਾ, ਬੰਦਾ ਦਵਾਈ ਦੀ ਲੋੜ ਆ ਨਾ, ਇੱਕ ਡਾਕਟਰ ਤੋਂ ਨਾ ਰਾਸ ਆਵੇ, ਬੰਦਾ ਦੂਸਰੇ ਕੋਲ ਜਾਂਦਾ, ਤੀਸਰੇ ਕੋਲ। ਇਹਨਾਂ ਨੂੰ ਵੀ ਸੱਚ ਦੀ ਦਵਾਈ ਚਾਹੀਦੀ ਸੀ, ਤਾਂ ਇਹ ਬਹੁਤ ਜਗ੍ਹਾ ਗਏ ਆ। ਬਾਣੀ ਵਿੱਚ ਇਹਨਾਂ ਨੇ ਜ਼ਿਕਰ ਵੀ ਕੀਤਾ ਸੀ, ਸਾਧੂ ਸੰਤਾਂ ਪੰਡਤਾਂ ਸੰਨਿਆਸੀਆਂ ਕੋਲ ਬਹੁਤ ਜਗ੍ਹਾ ਗਏ ਆ। ਕਿਹਨੇ ਨਾ ਪਰਚੇ ਲਾਇਓ, ਕਿਸੇ ਨੇ ਵੀ ਸਾਡੀ ਰੂਹ ਨੂੰ ਉਹ ਖੁਰਾਕ ਨਹੀਂ ਦਿੱਤੀ। ਤਾਂ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਉਹ ਕਹਿੰਦੇ ਸਾਨੂੰ ਇਹ ਖੁਰਾਕ ਮਿਲੀ, ਸਾਨੂੰ ਇਹੋ ਜਿਹੀ ਕਿਰਪਾ ਮਿਲੀ ਸਾਡੇ ਸਤਿਗੁਰਾਂ ਦੀ ਕਿ ਸਾਨੂੰ ਪਰਮਾਤਮਾ ਦੇ ਨਾਲ ਹੀ ਜੋੜ ਦਿੱਤਾ। ਸੋ ਇਹ ਭੱਟ ਸਾਹਿਬਾਨ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਵਸ ਗਿਆ, ਅਭੇਦ ਹੋ ਗਿਆ ਪਰਮਾਤਮਾ ਦੇ ਨਾਲ, ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਭੱਟ ਸਾਹਿਬਾਨ ਜੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਸਤਿਗੁਰਾਂ ਦੇ ਬਾਰੇ ਲਿਖਦੇ ਨੇ, ਕਹਿੰਦੇ ਨੇ ਜਿਵੇਂ ਬੱਦਲ ਜਦੋਂ ਮੀਂਹ ਵਰਸਦਾ, ਕਿੰਨੀ ਬਾਰਿਸ਼ ਹੁੰਦੀ ਆ, ਕੋਈ ਬੂੰਦਾਂ ਗਿਣ ਸਕਦਾ ਕਿ ਮੀਂਹ ਦੀਆਂ ਕਿੰਨੀਆਂ ਬੂੰਦਾਂ ਵਰਸ ਰਹੀਆਂ। ਇਵੇਂ ਕਹਿੰਦੇ ਜਿਹੜੀ ਬਨਸਪਤੀ ਹੈ ਧਰਤੀ ਦੇ ਉੱਤੇ, ਇਹਦੀ ਕੌਣ ਗਿਣਤੀ ਕਰ ਸਕਦਾ ਬਨਸਪਤੀ ਦੀ। ਇਵੇਂ ਜਦੋਂ ਬਸੰਤ ਖਿੜਦੀ ਹੈ, ਬਸੰਤ ਦੇ ਵਿੱਚ ਕਿੰਨੇ ਫੁੱਲ ਖਿੜਦੇ ਨੇ, ਕੌਣ ਗਿਣੇ। ਧਰਤੀ ਦੇ ਉੱਤੇ ਵੀ ਇੰਨੇ ਬਸੰਤ ਦੇ ਫੁੱਲ ਜਿਹੜੇ ਖਿੜ ਚੁੱਕੇ ਨੇ, ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਇਵੇਂ ਕਹਿੰਦੇ ਜਿਹੜਾ ਸਮੁੰਦਰ ਹੈ, ਸਾਗਰ ਆ, ਉਹਦਾ ਪਾਣੀ ਕੌਣ ਮਿਣ ਸਕਦਾ, ਮਿਣਿਆ ਹੀ ਨਹੀਂ ਜਾ ਸਕਦਾ। ਹੁਣ ਜੇ ਸਮੁੰਦਰ ਦਾ ਪਾਣੀ ਮਿਣਨਾ ਤਾਂ ਉਹਨੂੰ ਆਪਾਂ ਕਾਹਦੇ 'ਚ ਦੂਸਰੀ ਜਗ੍ਹਾ ਕਿੱਥੇ ਕੱਢ ਕੇ ਮਿਣਾਂਗੇ ਵੀ ਕਿੰਨਾ ਪਾਣੀ ਹੈ। ਇਵੇਂ ਹੀ ਸੂਰਜ ਔਰ ਚੰਦਰਮਾ ਦੀਆਂ ਕਿਰਨਾਂ ਕੌਣ ਗਿਣ ਸਕਦਾ ਹੈ। ਕਹਿੰਦੇ ਨਹੀਂ ਗਿਣੀਆਂ ਇਹ ਸਾਰੀਆਂ ਜਾ ਸਕਦੀਆਂ। ਪਰ ਫਿਰ ਵੀ ਭੱਟ ਸਾਹਿਬਾਨ ਜੀ ਕਹਿੰਦੇ ਨੇ, ਚਲੋ ਮੰਨ ਲਓ ਕੋਈ ਸ਼ਿਵ ਜੀ ਵਰਜੀ ਸਮਾਧੀ ਲਾ ਕੇ ਸਤਿਗੁਰਾਂ ਦੇ ਦਿੱਤੇ ਗਿਆਨ ਦੁਆਰਾ ਤੋ ਸ਼ਿਵ ਜੀ ਵਰਗੀ ਕੋਈ ਸਮਾਧੀ ਲਾ ਲਵੇ ਔਰ ਉਹ ਇਹ ਪਤਾ ਵੀ ਕਰ ਲਵੇ ਵੀ ਮੀਂਹ ਦੀਆਂ ਕਿੰਨੀਆਂ ਕਿਣੀਆਂ, ਜਦੋਂ ਬੱਦਲ ਬਰਸਦਾ ਆ ਉਹ ਕਿੰਨੀਆਂ ਕਿਣੀਆਂ, ਇਹਦੀ ਗਿਣਤੀ ਵੀ ਚਲੋ ਕੋਈ ਲਾ ਲਵੇ ਧਿਆਨ ਵਿੱਚ ਪਹੁੰਚ ਕੇ, ਔਰ ਸਾਗਰ ਦਾ ਕਿੰਨਾ ਪਾਣੀ ਇਹ ਵੀ ਕੋਈ ਮਿਣ ਲਵੇ, ਔਰ ਬਨਸਪਤੀ ਕਿੰਨੀ ਇਹਨੂੰ ਵੀ ਕੋਈ ਗਿਣ ਲਵੇ, ਬਸੰਤ ਦੇ ਕਿੰਨੇ ਫੁੱਲ ਖਿੜਦੇ ਨੇ ਇਹਨਾਂ ਦੀ ਵੀ ਕੋਈ ਗਿਣਤੀ ਕਰ ਲਵੇ, ਸੂਰਜ ਔਰ ਚੰਦਰਮਾ ਦੀਆਂ ਕਿੰਨੀਆਂ ਕਿਰਨਾਂ ਪੈ ਰਹੀਆਂ ਨੇ ਇਹਨਾਂ ਦੀ ਵੀ ਕੋਈ ਗਿਣਤੀ ਕਰ ਲਵੇ। ਵੈਸੇ ਤਾਂ ਉਹ ਕਹਿੰਦੇ ਹੋ ਨਹੀਂ ਸਕਦੀ। ਚਲੋ ਸ਼ਿਵ ਜੀ ਵਰਗੀ ਸਮਾਧੀ ਲਾ ਕੇ ਸਤਿਗੁਰਾਂ ਦੇ ਗਿਆਨ ਦੁਆਰਾ ਅਗਰ ਕੋਈ ਇਹਨਾਂ ਦੀ ਗਿਣਤੀ ਵੀ ਕਰ ਲਵੇ, ਲੇਕਿਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਤੁਹਾਡੀਆਂ ਵਡਿਆਈਆਂ, ਤੁਹਾਡੀ ਉਪਮਾ ਕੋਈ ਵੀ ਨਹੀਂ ਕਰ ਸਕਦਾ। ਬਾਣੀ ਵਿੱਚ ਜ਼ਿਕਰ ਕਰ ਦਿੱਤਾ, ਕਨ ਹਰ ਬੂੰਦ ਬਸਵਾ ਰੁਮਾਵਲ, ਕੁਸਮ ਬਸੰਤ ਗਨੰਤ ਨਾ ਆਵੇ, ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਨਾ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ, ਉਨਹੂ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਤੁਹਾਡੀਆਂ ਵਡਿਆਈਆਂ ਤਾਂ ਤੁਸੀਂ ਹੀ ਜਾਣੋ, ਅਸੀਂ ਨਹੀਂ ਕਰ ਸਕਦੇ, ਨਹੀਂ ਕਰ ਸਕਦੇ। ਕਿਉਂਕਿ ਬਾਣੀ ਵਿੱਚ ਜ਼ਿਕਰ ਹੈ ਵੀ ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ
ਕੁਛ ਕਹੀ ਨਾ ਜਾਏ। ਇੱਕ ਜੀ ਕਿਵੇਂ ਬਿਆਨ ਕਰੇਗਾ? ਅਕੱਥ ਕਥਾ ਜਿਹੜੀ ਕਥਨ ਤੋਂ ਬਾਹਰ ਆ, ਜਿਹਨੂੰ ਸ਼ਬਦ ਬਿਆਨ ਨਹੀਂ ਕਰ ਸਕਦੇ, ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੀ ਕਥਾ ਬਿਆਨ ਨਹੀਂ ਕੀਤੀ ਜਾ ਸਕਦੀ। ਲੇਕਿਨ ਗੁਰੂ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰਨ ਦੇ ਫਲ ਬੇਅੰਤ ਨੇ। ਸਾਰੇ ਪਾਪ ਹੀ ਨੱਸ ਜਾਂਦੇ ਨੇ, ਗੁਰੂ ਅਮਰਦਾਸ ਜੀ ਨੂੰ ਯਾਦ ਕਰੋ। ਗੁਰੂ ਅਮਰਦਾਸ ਜੀ ਨੂੰ ਯਾਦ ਕਰੋ, ਸਾਰੀਆਂ ਬਰਕਤਾਂ ਝੋਲੀ ਦੇ ਵਿੱਚ ਆ ਜਾਂਦੀਆਂ ਨੇ ਸੰਗਤ ਜੀ। ਸੋ ਸਾਨੂੰ ਅੱਜ ਸੁਹਾਗਾ ਸਮਾਂ ਮਿਲਿਆ, ਅਸੀਂ ਗੁਰੂ ਮਹਾਰਾਜ ਦੇ ਚਰਨ ਹੀ ਪਰਸ ਰਹੇ ਹਾਂ। ਸਤਿਗੁਰਾਂ ਦੇ ਬਚਨਾਂ ਨੂੰ ਸੁਣਨਾ, ਜੀਵਨ ਵਿੱਚ ਕਮਾਉਣਾ ਸਮਝ ਲਓ, ਸਤਿਗੁਰਾਂ ਦੇ ਚਰਨ ਪਰਸੇ ਜਾਂਦੇ ਨੇ। ਸਤਿਗੁਰ ਦੀ ਸੇਵਾ ਵੀ ਗੁਰੂ ਦੇ ਸ਼ਬਦ, ਇੱਕ ਤਾਂ ਸਰੀਰਕ ਤੌਰ ਤੇ ਵੀ ਸੇਵਾ ਹੁੰਦੀ, ਇੱਕ ਗੁਰੂ ਦੀ ਸ਼ਬਦ ਦੀ ਵਿਚਾਰ ਨੂੰ ਅੰਦਰ ਵਸਾ ਲੈਣਾ, ਇਹ ਵੀ ਸਤਿਗੁਰ ਕੀ ਸੇਵਾ ਆ। ਸੋ ਇਹ ਅੱਜ ਸਾਨੂੰ ਸੁਭਾਗਾ ਸਮਾਂ ਮਿਲਿਆ। ਪਤਾ ਹੀ ਨਹੀਂ ਗੁਰੂ ਮਹਾਰਾਜ ਜੀ ਨੇ, ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕਿਹੜੀ-ਕਿਹੜੀ ਸੰਗਤ ਦੀ ਝੋਲੀ ਵਿੱਚ ਕਿਹੜੀਆਂ-ਕਿਹੜੀਆਂ ਬਰਕਤਾਂ ਪਾ ਦੇਣੀਆਂ ਨੇ। ਸੋ ਆਪਣੇ ਹਿਰਦੇ ਰੂਪੀ ਝੋਲੀਆਂ ਜਿਹੜੀਆਂ ਖੋਲ ਕੇ ਬੈਠੋ। ਕਿਉਂਕਿ ਬਾਣੀ ਵਿੱਚ ਇਹ ਵੀ ਜ਼ਿਕਰ ਹੈ ਕਿ ਜਿਵੇਂ ਉਹ ਦੇਵਤੇ ਤੇ ਰਾਖਸ਼ਾਂ ਦਾ ਕਹਿੰਦੇ ਨਾ ਸਮੁੰਦਰ ਮੰਥਨ ਕੀਤਾ, ਤੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਤਾਂ ਇਹੋ ਜਿਹਾ ਮੰਥਨ ਕੀਤਾ ਆਪਣੇ ਹਿਰਦੇ ਦੇ ਵਿੱਚ। ਉਹ ਕਹਿੰਦੇ ਨਾ 14 ਰਤਨ ਨਿਕਲੇ, ਤਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਤਾਂ ਬੇਅੰਤ ਰਤਨ ਜਿਹੜੇ ਨੇ ਉਹ ਮੰਥਨ ਕਰ ਕਰਕੇ ਸਾਨੂੰ ਕੱਢ ਕੇ ਦਿੱਤੇ ਨੇ। ਉਹ ਵੀ ਅਸੀਂ ਵਿਚਾਰਾ ਕਰਾਂਗੇ ਕਿਹੜੇ ਰਤਨ ਸਾਨੂੰ ਮਹਾਰਾਜ ਨੇ ਦਿੱਤੇ ਨੇ। ਥੋੜੇ ਜਿਹੇ ਦਰਸ਼ਨ ਕਰ ਲਵਾਂਗੇ ਅਸੀਂ ਉਹਨਾਂ ਰਤਨਾਂ ਦੇ। ਤੋ ਗੁਰੂ ਅਮਰਦਾਸ ਜੀ ਮਹਾਰਾਜ ਜੀ, ਗੁਰੂ ਅਮਰਦਾਸ ਪਰਸਿਐ ਪੁਹਮ ਪਾਤਕ ਬਿਨਾਸੈ। ਗੁਰੂ ਅਮਰਦਾਸ ਜੀ ਮਹਾਰਾਜ ਨੂੰ ਯਾਦ ਕਰਨਾ, ਪਰਸਨਾ, ਸੋ ਪਾਪ ਹੀ ਭੱਜ ਜਾਂਦੇ ਨੇ। ਸੋ ਸਾਡੀਆਂ ਵੀ ਮਹਿਲਾਂ, ਸਾਡੇ ਵੀ ਪਾਪ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ, ਇਹ ਤੁਸੀਂ ਕੱਢ ਦਿਓ, ਦੂਰ ਕਰ ਦਿਓ। ਤਾਂ ਗੁਰੂ ਅਮਰਦਾਸ ਜਿਨ ਸੇਵਿਓ ਤਿਨ ਦੁੱਖ ਦਰਿਦਰ ਪਰ ਹਰ ਪਰੈ। ਜਿਹੜਾ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਯਾਦ ਕਰਦਾ, ਸੇਵਦਾ, ਧਿਆਨ ਧਰਦਾ, ਦੁੱਖ ਤੇ ਦਲਿੱਦਰ। ਦਲਿੱਦਰ ਹੁੰਦਾ ਗਰੀਬੀ। ਦੁੱਖ ਸਾਨੂੰ ਅਸੀਂ ਸਾਰੇ ਹੀ ਜਾਣਦੇ ਹਾਂ, ਛੋਟੀ ਗੱਲ ਦਾ ਵੀ ਦੁੱਖ ਮਹਿਸੂਸ ਕਰਦੇ, ਵੱਡੀਆਂ ਦਾ ਵੀ। ਤੇ ਦੁੱਖ ਤੇ ਦਲਿੱਦਰ ਵੀ ਦੂਰ ਕਰ ਦਿੰਦੇ ਨੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ। ਸਤਿਗੁਰੂ ਜੀ, ਅੱਜ ਪਤਾ ਨਹੀਂ ਕਿਹੜੀ-ਕਿਹੜੀ ਸੰਗਤ ਦੀਆਂ ਝੋਲੀਆਂ ਵਿੱਚ ਤੁਸੀਂ ਕਿਹੜੀਆਂ ਰਹਿਮਤਾਂ ਬਰਸਾਣੀਆਂ। ਤੇ ਉਹ ਪਹਿਲਾਂ ਤਾਂ ਬੜੇ ਪ੍ਰੇਮ ਭਾਵ ਦੇ ਨਾਲ ਸਤਿਗੁਰਾਂ ਦਾ ਧਿਆਨ ਧਰ ਕੇ, ਹਿਰਦੇ ਦੀਆਂ ਗਹਿਰਾਈਆਂ ਤੋਂ, ਹਨਾ, ਜਿਹੜੀ ਅੰਤਰ-ਆਤਮੇ ਵੀ ਅਸੀਂ ਇੱਕ ਦਰਸ਼ਨ ਕਰਦੇ ਹੁੰਦੇ ਹਾਂ, ਉਹ ਸਤਿਗੁਰਾਂ ਦੇ ਦਰਸ਼ਨ ਆਪਣੇ ਹਿਰਦੇ ਵਿੱਚ ਵਸਾ ਕੇ, ਤਾਂ ਚਲੋ ਬਾਸਰਕੇ ਦੀ ਧਰਤੀ ਦੇ ਉੱਤੇ ਪਹੁੰਚੀਏ, ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ। ਬਾਬਾ ਤੇਜਭਾਨ ਜੀ ਸਤਿਗੁਰਾਂ ਦੇ ਸਤਿਕਾਰਯੋਗ ਪਿਤਾ ਜੀ, ਔਰ ਮਾਤਾ ਲਕਸ਼ਮੀ ਦੇਵੀ ਦੇ ਪਵਿੱਤਰ ਕੁੱਖ ਤੋਂ ਬਾਬਾ ਅਮਰਦਾਸ ਜੀ, ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਆਗਮਨ ਹੋਇਆ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਾਤਾ-ਪਿਤਾ ਜਿਹੜੇ ਵੈਸ਼ਨਵ ਮਤ ਦੇ ਸਨ। ਧਾਰਮਿਕ ਖਿਆਲਾਂ ਵਾਲੇ, ਬੜੇ ਪਵਿੱਤਰ, ਦਾਨ ਪੁੰਨ ਕਰਨਾ, ਤੀਰਥਾਂ ਤੇ ਜਾਣਾ, ਉਹ ਪਰਿਵਾਰਕ ਜੋ ਪਿਛੋਕੜ ਹੁੰਦਾ ਨਾ, ਬੱਚੇ ਉਹੋ ਜਿਹੀਆਂ ਰਹੁ ਰੀਤਾਂ ਕਰਦੇ ਨੇ। ਨੇਕ ਪਰਿਵਾਰ ਹੈ, ਮਾਤਾ-ਪਿਤਾ ਬੜੇ ਪਵਿੱਤਰ ਖਿਆਲਾਂ ਦੇ, ਬੰਦਗੀ ਕਰਨ ਵਾਲੇ, ਦਾਨ ਪੁੰਨ ਕਰਨ ਵਾਲੇ, ਦੂਸਰਿਆਂ ਦੀ ਹੈਲਪ ਕਰਨ ਵਾਲੇ। ਤੋ ਗੁਰੂ ਅਮਰਦਾਸ ਜੀ ਮਹਾਰਾਜ ਜੀ ਵੀ ਇਹੋ ਜਿਹਾ ਹੀ ਨੇਕ ਜੀਵਨ ਹੈ। ਤੋ ਪਿਤਾ ਜੀ ਦਾ ਇੱਕ ਕਿਰਤ ਹੈ ਜੀ, ਇੱਕ ਖੇਤੀਬਾੜੀ ਕਰਦੇ ਨੇ, ਇੱਕ ਉਹ ਵਪਾਰੀ ਵੀ ਨੇ। ਸੋ ਆਪਣੇ ਪਿਤਾ ਜੀ ਦੇ ਨਾਲ ਇਹ ਵੀ ਕਾਰਜ ਵੀ ਕਰ ਰਹੇ ਨੇ, ਖੇਤੀਬਾੜੀ ਵੀ ਕੀਤੀ, ਬਿਜ਼ਨਸ ਵੀ ਕੀਤਾ। 50 ਸਾਲ ਦੀ ਉਮਰ ਤੱਕ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਇਹ ਪਿਤਾ ਜੀ ਦਾ ਸਾਰਾ ਕਾਰਜ ਨਾਲ ਕਰਦੇ ਰਹੇ। ਇਸ ਦਰਮਿਆਨ ਮਾਤਾ ਮਨਸਾ ਦੇਵੀ ਜੀ ਦੇ ਨਾਲ ਆਪ ਜੀ ਦੇ ਆਨੰਦ ਕਾਰਜ ਵੀ ਹੋ ਗਏ, ਵਿਆਹ ਸ਼ਾਦੀ ਵੀ ਹੋ ਗਈ। ਗੁਰੂ ਕੇ ਮਹਿਲ ਮਾਤਾ ਮਨਸਾ ਦੇਵੀ ਜੀ, ਉਹਨਾਂ ਨਾਲ ਵੀ ਵਿਆਹ ਹੋ ਗਿਆ, ਔਰ 4 ਸੰਤਾਨ ਵੀ ਹੋ ਗਈ। ਬਾਬਾ ਮੋਹਨ ਜੀ, ਬਾਬਾ ਮੋਰੀ ਜੀ 2 ਪੁੱਤਰ, 2 ਪੁੱਤਰੀਆਂ, ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ। ਤੋ ਗੁਰੂ ਅਮਰਦਾਸ ਜੀ ਮਹਾਰਾਜ ਜੀ 4 ਭਰਾ ਸਨ ਰਿਸ਼ਤੇ ਵਿੱਚ, ਆਪ ਜੀ ਵੱਡੇ ਸਨ। ਤੇ ਬਾਕੀ ਜਿਹੜੇ ਦੂਸਰੇ ਨੰਬਰ ਦੇ ਭਰਾ ਸਨ, ਉਹਨਾਂ ਦਾ ਜਿਹੜਾ ਸਪੁੱਤਰ ਸੀ ਉਹ ਭਾਈ ਗੁਰਦਾਸ ਜੀ। ਸੋ ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਬੜੇ ਵੱਡੇ ਵਿਦਵਾਨ ਦਾ ਦਰਜਾ ਸਿੱਖ ਧਰਮ ਦੇ ਵਿੱਚ ਦਿੱਤਾ ਗਿਆ, ਉਹ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ, ਦੂਸਰੇ ਨੰਬਰ ਦੇ ਭਰਾ ਦੇ ਪੁੱਤਰ। ਤੇ 4 ਭਰਾ ਸਨ। ਜਿਹੜੇ ਚੌਥੇ ਨੰਬਰ ਦੇ ਛੋਟੇ ਭਰਾ ਸਨ ਨਾ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ, ਉਹਨਾਂ ਦੇ ਜਿਹੜੇ ਪੁੱਤਰ ਸਨ, ਉਹਨਾਂ ਦੇ ਪੁੱਤਰ ਨੂੰ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸਪੁੱਤਰੀ ਬੀਬੀ ਅਮਰੋ ਜੀ ਦਾ ਆਨੰਦ ਕਾਰਜ ਹੋਇਆ ਸੀ। ਸੋ ਇਹਨਾਂ ਦੇ ਘਰ ਵਿੱਚ ਹੀ ਉਹ ਨੂੰਹ ਬੱਚੀ ਬਣ ਕੇ ਬੀਬੀ ਅਮਰੋ ਜੀ ਆਏ ਸਨ। ਤੇ ਜਦੋਂ 50 ਕੁ ਸਾਲਾਂ ਦੀ ਉਮਰ ਹੋਈ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ, ਉਦੋਂ ਸੋਚਿਆ ਵੀ ਪਰਿਵਾਰ ਵੀ ਸੁਖੀ ਵਸ ਰਿਹਾ, ਸਾਰੇ ਰਲ ਮਿਲ ਕੇ ਭਰਾ, ਬੜੇ ਅੱਛੇ ਪਰਿਵਾਰ ਚੱਲ ਰਿਹਾ, ਖੇਤੀਬਾੜੀ ਵੀ ਸੋਹਣੀ ਚੱਲ ਰਹੀ, ਬਿਜ਼ਨਸ ਵੀ ਅੱਛਾ ਚੱਲ ਰਿਹਾ, ਪਰਿਵਾਰ ਵੱਲੋਂ ਠੀਕ ਨੇ। ਵੀ ਹੁਣ ਜ਼ਿੰਦਗੀ ਦੇ 50 ਸਾਲ ਨਿਕਲ ਗਏ ਨੇ, ਹੁਣ ਜਿਹੜਾ ਆਪਣੀ ਧਾਰਮਿਕ ਰੁਚੀਆਂ ਵਧਾਈਆਂ ਜਾਣ। ਫਿਰ ਸਾਲ ਦੇ ਵਿੱਚ 2 ਵਾਰ ਹਰਿਦੁਆਰ ਜਾਂਦੇ ਸਨ।
ਗੰਗਾ ਇਸ਼ਨਾਨ ਕਰਨਾ, ਤੀਰਥਾਂ ਤੇ ਜਾਣਾ, ਦਾਨ ਪੁੰਨ ਕਰਨਾ, ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਨੀ, ਇਲਾਹੀ ਪ੍ਰਵਚਨ ਸੁਣਨੇ, ਇਸ ਤਰ੍ਹਾਂ ਦਾ ਜੀਵਨ ਸੀ। ਇਤਿਹਾਸਕਾਰ ਲਿਖਦੇ ਨੇ ਕਿ ਸਾਲ ਵਿੱਚ 2 ਵਾਰ ਜਾਂਦੇ ਸਨ। ਇਸ ਤਰ੍ਹਾਂ 10 ਸਾਲ ਲਗਾਤਾਰ ਤੀਰਥਾਂ ਤੇ ਹੀ ਜਾਂਦੇ ਰਹੇ। ਜੋ ਰੋਹ ਰੀਤਾਂ ਸਨ ਵੈਸ਼ਨਵ ਮਤ ਦੀਆਂ ਉਹ ਪੂਰੀਆਂ ਕਰ ਰਹੇ ਸਨ। ਤੋ ਜਾਣਾ ਨੇਕ ਜੀਵਨ ਸੀ, ਭਜਨ ਬੰਦਗੀ ਵਾਲਾ ਜੀਵਨ ਸੀਗਾ, ਇਸ ਤਰ੍ਹਾਂ ਆਪਣਾ ਜੀਵਨ ਚੱਲ ਰਿਹਾ ਸੀ। ਤਾਂ ਇੱਕ ਵਾਰ ਕੋਈ ਪੰਡਿਤ ਵੀ ਮਿਲਿਆ ਸੀ, ਪੰਡਿਤ ਦੁਰਗੋ। ਕਿਉਂਕਿ ਪੰਡਤਾਂ, ਜੋਗੀਆਂ, ਸੰਨਿਆਸੀਆਂ, ਸੰਤਾਂ ਦੀ ਸੰਗਤ ਤਾਂ ਹੋਣੀ, ਬਚਨ ਕਰਨੇ। ਤੋ ਸਤਿਗੁਰਾਂ ਦੇ ਚਰਨ ਦੇ ਵਿੱਚ ਇੱਕ ਨਿਸ਼ਾਨ ਦੇਖਿਆ ਪੰਡਿਤ ਦੁਰਗੋ ਨੇ। ਉਹਨਾਂ ਨੇ ਕਿਹਾ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਜਿਹੜੇ ਹਾਲੇ ਸਿੱਖ ਰੂਪ ਵਿੱਚ ਵੀ ਨਹੀਂ ਆਏ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ। ਇੱਕ ਸਾਧਕ ਨੇ ਜਿਹੜੀ ਤਲਾਸ਼ ਵਿੱਚ ਲੱਗੇ ਹੋਏ ਨੇ ਸੱਚ ਦੀ। ਤਾਂ ਉਹਨਾਂ ਨੇ ਚਰਨਾਂ ਦੇ ਵਿੱਚ ਉਹ ਇੱਕ ਨਿਸ਼ਾਨ ਸੀ ਜਿਹਨੂੰ ਪਦਮ ਦਾ ਨਿਸ਼ਾਨ ਕਹਿੰਦੇ ਨੇ। ਉਹ ਦੇਖ ਕੇ ਉਹਨੇ ਕਿਹਾ ਕਿ ਤੁਸੀਂ ਜਾਂ ਤਾਂ ਚੱਕਰਵਰਤੀ ਸਮਰਾਟ ਹੋਵੋਗੇ, ਇਹ ਨਿਸ਼ਾਨੀ ਦੱਸ ਰਹੀ ਹੈ, ਔਰ ਜਾਂ ਫਿਰ ਤੁਸੀਂ ਇਹੋ ਜਿਹੇ ਤਖ਼ਤਾਂ ਦੇ ਮਾਲਕ ਬਣੋਗੇ ਕਿ ਤੁਹਾਡੇ ਅੱਗੇ ਰਾਜੇ ਮਹਾਰਾਜੇ ਵੀ ਤੁਹਾਡੇ ਦਰ ਤੇ ਆ ਕੇ ਝੁਕਣਗੇ। ਤਾਂ ਗੁਰੂ ਅਮਰਦਾਸ ਜੀ ਮੁਸਕਰਾਏ, ਕਿਹਾ ਭਈ ਅਸੀਂ ਤਾਂ ਸਧਾਰਨ ਕਿਰਤੀ ਹਾਂ, ਛੋਟਾ ਜਿਹਾ ਬਿਜ਼ਨਸ ਕਰਨ ਵਾਲੇ ਹਾਂ, ਸਾਡਾ ਤਾਂ ਉਹ ਕਹਿੰਦੇ ਯਾਦ ਰੱਖਿਓ ਮਹਾਰਾਜ ਜੀ, ਕਿਉਂਕਿ ਉਹ ਜਿਹੜੇ ਪੰਡਿਤ ਦੁਰਗੋ ਸੀ, ਉਹ ਜਿੱਦਾਂ ਇੱਕ ਵਿੱਦਿਆ ਹੁੰਦੀ ਨਾ, ਇੱਕ ਜੋਤਿਸ਼ ਦੀ ਵਿੱਦਿਆ ਦੇ ਉਹ ਮਾਹਰ ਸਨ। ਉਹਨਾਂ ਨੇ ਉਹ ਦੇਖ ਕੇ ਉਹ ਨਿਸ਼ਾਨ ਦੱਸਿਆ। ਇਸ ਇਵੇਂ ਸਿਲਸਿਲਾ ਚੱਲੀ ਜਾ ਰਿਹਾ। ਤਾਂ ਇੱਕ ਵਾਰ ਇੱਕ ਸੰਨਿਆਸੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਮਿਲਿਆ, ਸੰਗਤ ਕੀਤੀ, ਬੜੇ ਨੇਕ ਵਿਚਾਰ ਲੱਗੇ। ਤਾਂ ਪ੍ਰਭਾਵਿਤ ਹੋ ਕੇ ਲੰਗਰ ਪ੍ਰਸ਼ਾਦਾ ਵੀ ਇਕੱਠੇ ਛਕਣ ਲੱਗੇ। ਤਾਂ ਪੁੱਛਿਆ, ਕਿਹਾ ਕਿ ਪੁਰਖਾ ਤੇਰਾ ਗੁਰੂ ਕੌਣ ਹੈ? ਤਾਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਿਹਾ ਵੀ ਗੁਰੂ ਤਾਂ ਸਾਡਾ ਕੋਈ ਨਹੀਂ ਆ। ਤਾਂ ਉਹ ਸੰਨਿਆਸੀ ਇਤਨੇ ਰੋਹ ਵਿੱਚ ਆ ਗਿਆ ਤੇ ਗੁੱਸੇ ਵਿੱਚ ਉੱਠ ਕੇ ਉੱਥੋਂ ਖੜ ਗਿਆ। ਉਹਨੇ ਕਿਹਾ, ਮੈਂ ਫਿਰ ਨਿਗੁਰੇ ਦੀ ਸੰਗਤ ਕਰਦਾ ਰਿਹਾ, ਨਿਗੁਰੇ ਦੇ ਹੱਥੋਂ ਲੰਗਰ ਪ੍ਰਸ਼ਾਦਾ ਛਕਦਾ ਰਿਹਾ, ਮੇਰਾ ਤਾਂ ਜਨਮ ਹੀ ਭ੍ਰਿਸ਼ਟ ਹੋ ਗਿਆ। ਸੋ ਬੜੀ ਅੰਦਰ ਸੱਟ ਲੱਗੀ ਵੀ ਗੁਰੂ ਹੋਣਾ ਤਾਂ ਬਹੁਤ ਜ਼ਰੂਰੀ ਹੈ। ਫਿਰ ਅੰਦਰ ਇਧਰੋਂ ਤੜਪ ਲੱਗ ਗਈ ਗੁਰੂ, ਸੱਚੇ ਗੁਰੂ ਤੇ। ਕਹਿੰਦੇ ਨੇ ਜਦੋਂ ਸੱਚੀ ਤੜਪ ਹੋਵੇ ਨਾ, ਪਰਮਾਤਮਾ ਦਾ ਬਿਰਧ ਹੈ ਜੈਸੀ ਭੂਖ ਤੈਸੀ ਕਾ ਪੁਰਖ। ਜਦੋਂ ਸੱਚੀ ਤੜਪ ਹੋਵੇ, ਸੱਚੀ ਲਗਨ ਹੋਵੇ, ਸੱਚੀ ਪਿਆਸ ਹੋਵੇ, ਪਰਮਾਤਮਾ ਪਿਆਸ ਬੁਝਾਉਣ ਲਈ ਪ੍ਰਬੰਧ ਕਰਦਾ ਹੀ ਕਰਦਾ। ਤੋ ਆਪਣੇ ਘਰ ਵਿੱਚ ਫਿਰ ਆ ਗਏ। ਅੰਮ੍ਰਿਤ ਵੇਲੇ ਕੀ ਦੇਖਦੇ ਨੇ, ਅੰਦਰ ਪਿਆਸ ਤਾਂ ਬੜੀ ਲੱਗੀ ਹੋਈ। ਅੰਮ੍ਰਿਤ ਵੇਲੇ ਉੱਠੇ ਬੈਠੇ ਆਪਣੀ ਬੰਦਗੀ ਜਿਵੇਂ ਕਰਦੇ ਨੇ ਕਰਨ ਲੱਗੇ, ਤਾਂ ਬੜੀ ਰਸ ਭਿੰਨੀ ਮਧੁਰ ਆਵਾਜ਼ ਆ ਰਹੀ ਹੈ, ਜਿਹਨੇ ਅੰਦਰ ਠੰਡਾ ਠਾਰ ਕਰ ਦਿੱਤਾ, ਸ਼ਾਂਤ ਕਰਕੇ ਰੱਖ ਦਿੱਤਾ। ਉਹ ਆਵਾਜ਼ ਪਤਾ ਹੈ ਕਿ ਯਾਰ ਆਪਣੇ ਘਰ ਦੀ ਇਹ ਨੂੰਹ ਹੈ, ਉਹਦੀ ਆਵਾਜ਼ ਹੈ। ਤਾਂ ਖਿੱਚੇ ਚਲੇ ਗਏ ਉਸ ਆਵਾਜ਼ ਦੇ ਕੋਲ। ਉਹ ਬੀਬੀ ਅਮਰੋ ਜੀ ਨੇ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਪੁੱਤਰੀ, ਜਿਹੜੇ ਕਿ ਇਹਨਾਂ ਦੇ ਭਤੀਜੇ ਦੀ ਵਹੁਟੀ ਲੱਗਦੇ ਨੇ, ਪਤਨੀ ਲੱਗਦੇ ਨੇ ਰਿਸ਼ਤੇ ਵਿੱਚ। ਉਹ ਮਧਾਣੀ ਜਿਹੜੀ ਚਾਟੀ ਦੇ ਵਿੱਚ ਮਧਾਣੀ ਪਾ ਕੇ ਦੁੱਧ ਰਿੜਕ ਰਹੇ ਨੇ, ਔਰ ਨਾਲ ਜਿਹੜਾ ਉਹ ਬਾਣੀ ਪੜ੍ਹ ਰਹੇ ਨੇ। ਤੋ ਸੰਗਤ ਜੀ, ਇਹ ਪੁਰਾਤਨ ਅਸੀਂ ਆਪਣੇ ਨਾਨੀ ਜੀ ਨੂੰ ਵੀ ਦੇਖਿਆ ਹੋਇਆ, ਉਹ ਬਿਲਕੁਲ ਅਨਪੜ੍ਹ ਸਨ, ਲੇਕਿਨ ਜਪਜੀ ਸਾਹਿਬ ਦੀ ਬਾਣੀ ਕੰਠ। ਉਹਨਾਂ ਨੇ ਵੀ ਜਦੋਂ ਇਵੇਂ ਦੁੱਧ ਰਿੜਕਣਾ ਤੇ ਜਪਜੀ ਸਾਹਿਬ ਦੀ ਬਾਣੀ ਨਾਲ ਪੜ੍ਹ ਕੇ, ਤੁਸੀਂ ਦੇਖੋ ਉਸ ਉਹ ਮੱਖਣ ਵਿੱਚ, ਉਸ ਲੱਸੀ ਵਿੱਚ ਕਿੰਨਾ ਪ੍ਰਭਾਵ ਫਿਰ ਬਾਣੀ ਦਾ ਜਾਂਦਾ ਹੋਵੇਗਾ ਜਦੋਂ ਪਰਿਵਾਰ ਦੇ ਜੀਅ ਛਕਦੇ ਹੋਣਗੇ। ਸੋ ਬੀਬੀ ਅਮਰੋ ਜੀ ਵੀ ਬਾਣੀ ਪੜ੍ਹ ਰਹੇ ਨੇ, ਤਾਂ ਖਿੱਚੀ ਚਲੇ ਗਏ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਕੋਲ। ਜਾ ਕੇ ਕਹਿੰਦੇ ਨੇ, ਪੁੱਤਰੀ ਇਹ ਤੂੰ ਕੀ ਪੜ੍ਹ ਰਹੀ ਹੈ? ਸਾਡੇ ਹਿਰਦੇ ਨੂੰ ਠੰਡ ਪੈ ਰਹੀ ਹੈ। ਤੋ ਬੀਬੀ ਅਮਰੋ ਜੀ ਨੇ ਦੱਸਿਆ ਵੀ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਸੀਂ ਪੜ੍ਹ ਰਹੇ ਹਾਂ। ਤੋ ਬਾਣੀ ਪੜ੍ਹ ਰਹੇ ਸੀ, ਕਰਨੀ ਕਾਗਦ ਮਨ ਵਸਵਾਣੀ, ਬੁਰਾ ਭਲਾ ਦੋਇ ਲੇਖ ਪਏ, ਜਿਉ ਜਿਉ ਕਿਰਤ ਚਲਾਏ ਤਿਉ ਚਲੀਏ, ਤਉ ਗੁਣ ਨਾਹੀ ਅੰਤਰੇ, ਚਿਤ ਚੇਤਸ ਕੀ ਨਹੀਂ ਬਾਬਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਤੋ ਇਹ ਉਹਨਾਂ ਨੇ ਕਿਹਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਸੀਂ ਪੜ੍ਹ ਰਹੇ ਹਾਂ। ਤੋ ਪੁੱਛਿਆ ਵੀ ਇੰਨੀ ਠੰਡ ਪਾ ਦਿੱਤੀ ਇਸ ਬਾਣੀ ਨੇ, ਕਿੱਥੇ ਮਿਲੇਗਾ ਗੁਰੂ ਨਾਨਕ? ਕਿੱਥੇ ਮਿਲੇਗਾ? ਤੋ ਫਿਰ ਬੀਬੀ ਅਮਰੋ ਜੀ ਸਾਰਾ ਦੱਸਦੇ ਨੇ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਇਹ ਬਾਣੀ ਹੈ, ਪਰ ਸਰੀਰਕ ਚੋਲਾ ਉਹ ਤਿਆਗ ਚੁੱਕੇ ਨੇ। ਪਰ ਉਹਨਾਂ ਨੇ ਆਪਣੀ ਜੋਤ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ, ਜਿਹੜੇ ਸਾਡੇ ਹੁਣ ਪਿਤਾ ਸਤਿਗੁਰੂ ਜੀ ਨੇ, ਉਹਨਾਂ ਦੇ ਵਿੱਚ ਟਿਕਾ ਦਿੱਤੀ ਹੈ। ਤੋ ਬੜਾ ਫਿਰ ਅੰਦਰ ਇੱਕ ਕਾਹਲਾਪਨ ਹੋਇਆ। ਕਹਿੰਦੇ, ਪੁੱਤਰੇ ਸਾਨੂੰ ਲੈ ਕੇ ਚੱਲ, ਉਹਨਾਂ ਦੇ ਦਰਸ਼ਨ ਕਰਾ। ਪਤਾ ਹੈ ਸਾਡੇ ਕੁਰਮ ਲੱਗਦੇ ਨੇ, ਪਰ ਅੱਜ ਆਪ ਨਹੀਂ, ਅੱਜ ਬੇਟੀ ਨੂੰ ਲੈ ਕੇ ਜਾਣਾ ਚਾਹੁੰਦੇ ਨੇ। ਉਹ ਆਪਣੀ ਨੂੰਹ ਨੂੰ ਵੀ ਦੇ ਥਰੂ ਜਾਵਾਂਗੇ, ਪੁੱਤਰੀ ਸਾਨੂੰ ਲੈ ਕੇ ਚੱਲ। ਤੋ ਬੀਬੀ ਅਮਰੋ ਜੀ ਫਿਰ ਲੈ ਕੇ ਜਾਂਦੇ ਨੇ ਤੇ ਆਪ ਬਾਹਰ ਹੀ ਰੁਕ ਜਾਂਦੇ ਨੇ। ਬੀਬੀ ਅਮਰੋ ਜੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਦੇ ਨੇ, ਮੱਥਾ ਟੇਕਦੇ ਨੇ। ਤੋ ਸਤਿਗੁਰ ਤਾਂ ਜਾਣ ਹੀ ਜਾਣ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ। ਉਹ ਕਹਿੰਦੇ ਨੇ ਵੀ ਜਿਨ੍ਹਾਂ ਨੂੰ ਲੈ ਕੇ ਆਏ ਆ ਉਹਨਾਂ ਨੂੰ ਲੈ ਕੇ ਆਓ ਅੰਦਰ।
ਤੇ ਉਹ ਫਿਰ ਔਰ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਇੱਕ ਰਿਸ਼ਤੇ ਵਿੱਚੋਂ ਕੁੜਮ ਸਮਝ ਕੇ ਕਿ ਸਾਡੀ ਬੇਟੀ ਇਹਨਾਂ ਦੇ ਘਰ ਵਿੱਚ ਵਿਆਹੀ ਹੋਈ ਹੈ, ਅਸੀਂ ਸਤਿਕਾਰ ਕਰੀਏ, ਜਦ ਕਿ ਆਪ ਗੁਰੂ ਨੇ। ਲੇਕਿਨ ਆਪ ਚੱਲ ਕੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਉਹਨਾਂ ਨੂੰ ਵੈਲਕਮ ਕਰਨ ਦੇ ਲਈ ਗਏ ਔਰ ਗਲੇ ਲੱਗਣਾ ਚਾਹਿਆ ਜਿਵੇਂ ਕੁੜਮਾਂ ਨੂੰ ਮਿਲੀਦਾ ਹੈ। ਲੇਕਿਨ ਬਾਬਾ ਅਮਰਦਾਸ ਜੀ ਮਹਾਰਾਜ ਜੀ ਉਹ ਗਲੇ ਲੱਗਣ ਦੀ ਬਜਾਏ ਚਰਨਾਂ ਵਿੱਚ ਆਪਣਾ ਸੀਸ ਨਵਾ ਦਿੱਤਾ ਔਰ ਨੇਤਰਾਂ ਵਿੱਚੋਂ ਹੰਝੂ ਪਰਲ ਪਰਲ ਵਗ ਰਹੇ ਨੇ। ਇੱਕ ਸਿੱਖ ਦੇ ਰੂਪ ਵਿੱਚ ਨਿਭ ਗਏ ਚਰਨਾਂ ਵਿੱਚ, ਕਿਹਾ ਸਾਨੂੰ ਆਪਣਾ ਸਿੱਖ ਬਣਾ ਲਓ, ਸਾਨੂੰ ਆਪਣਾ ਸਿੱਖ ਬਣਾ ਲਓ। ਬਸ ਉਹ ਇਹੋ ਜਿਹੀ ਠੰਡ ਪੈ ਗਈ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ, ਤੇ ਬਸ ਹੁਣ ਉੱਥੇ ਹੀ ਸਿੱਖ ਸੇਵਕ ਬਣ ਕੇ ਰਹਿ ਗਏ। ਫਿਰ ਅਣਥੱਕ ਸੇਵਾ ਕੀਤੀ ਗੁਰੂ ਨਾਨਕ ਦੇ ਘਰ ਵਿੱਚ ਬਾਬਾ ਅਮਰਦਾਸ ਜੀ ਮਹਾਰਾਜ ਨੇ, ਅਣਥੱਕ। ਸਾਰੇ ਇਤਿਹਾਸਕਾਰ ਵਰਣਨ ਕਰਦੇ ਨੇ ਕਿ ਕਿਸੇ ਨੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕਦੀ ਬਾਬਾ ਅਮਰਦਾਸ ਜੀ ਨੂੰ ਕਦੀ ਟਿਕਿਆ ਦਿਖਿਆ ਹੀ ਨਹੀਂ ਸੀ, ਹਰ ਵੇਲੇ ਸੇਵਾ। ਔਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਬਾਬਾ ਅਮਰਦਾਸ ਜੀ ਦੇ ਕੋਲ ਹੀ ਮਿਲੀ, ਉਹਨਾਂ ਨੂੰ ਮਿਲੀ ਸੀਗੀ। ਤੇ ਬਿਆਸਾ ਤੋਂ ਪਾਣੀ ਲੈ ਕੇ ਆਣਾ, ਗਾਗਰ ਆਪਾਂ ਆਮ ਬੋਲਦੇ ਹਾਂ ਕਿ 12 ਸਾਲ ਗਾਗਰ ਢੋਈ ਹੈ। ਤੁਸੀਂ ਦੇਖੋ 62 ਸਾਲਾਂ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸ਼ਰਨ ਵਿੱਚ ਪਹੁੰਚੇ ਨੇ। ਜਦੋਂ ਅਸੀਂ ਕਹਿੰਦੇ ਹੁਣ ਤਾਂ ਬੁਢਾਪਾ ਆ ਗਿਆ, 60 ਸਾਲ ਤੋਂ ਬਾਅਦ ਅਸੀਂ ਗਿਣਨ ਲੱਗ ਜਾਂਦੇ ਹਾਂ, ਲੇਕਿਨ ਉਦੋਂ ਸਿੱਖ ਸੇਵਕ ਦੇ ਰੂਪ ਵਿੱਚ ਪਹੁੰਚੇ ਨੇ 62 ਸਾਲਾਂ ਦੀ ਉਮਰ ਵਿੱਚ। 12 ਸਾਲਾਂ ਤੱਕ ਸੇਵਾ ਕੀਤੀ, ਮਤਲਬ 74 ਸਾਲਾਂ ਦੀ ਉਮਰ ਤੱਕ ਗਾਗਰ ਢੋਂਦੇ ਸੀ। ਬਿਆਸਾ ਤੋਂ ਪਾਣੀ ਲੈ ਕੇ ਆਣਾ ਤੋਂ ਨੇੜੇ ਨਹੀਂ ਸੀ ਬਿਆਸਾ, ਕਿਤੇ 6 ਮੀਲ ਲਿਖਦੇ ਨੇ ਇਤਿਹਾਸਕਾਰ। ਸੋ ਇਤਨਾ ਕੱਲੀ ਇਹੀ ਸੇਵਾ ਨਹੀਂ, ਬਸਤਰ ਵੀ ਧੋਣੇ ਸਤਿਗੁਰਾਂ ਦੇ, ਹਰ ਤਰ੍ਹਾਂ ਸਫਾਈਆਂ ਵੀ ਕਰਨੀਆਂ, ਜੋ ਵੀ ਸੇਵਾ ਨਜ਼ਰ ਆਉਂਦੀ ਸੀ। ਔਰ ਬੰਦਗੀ ਬੜੀ ਕਰਦੇ ਸਨ, ਨਾਮ ਜਪੀ ਜਾਂਦੇ ਸਨ, ਜੋ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਨਾਮ ਦਿੱਤਾ ਉਹ ਬੜਾ ਕਰਦੇ ਸਨ। ਹਰ ਸਾਲ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਇੱਕ ਸਰੋਵ ਪਾਵ ਦਿੰਦੇ ਸਨ ਬਾਬਾ ਅਮਰਦਾਸ ਜੀ ਮਹਾਰਾਜ ਨੂੰ। ਤੋਂ ਆਪਾਂ ਬੇਸ਼ੱਕ ਉਹਦੀ ਵੈਲਿਊ ਹੁਣ ਘਟਾ ਲਈ, ਇੱਕ ਸਤਿਕਾਰ ਦੀ ਨਿਸ਼ਾਨੀ ਹੁੰਦੀ ਹੈ। ਅਣਥੱਕ ਸੇਵਾ ਕਰਕੇ ਉਹ ਸਰੋਪਾ ਮਿਲਦਾ ਸੀਗਾ। ਤੋ ਬਾਬਾ ਅਮਰਦਾਸ ਜੀ ਕੀ ਕਰਦੇ ਸਨ, ਇਹ ਗੁਰੂ ਅੰਗਦ ਦੇਵ ਜੀ ਨੇ ਦਿੱਤਾ, ਕਿੰਨਾ ਸਤਿਕਾਰ ਅੰਦਰ ਰੱਖਦੇ ਸਨ ਕਿ ਇਸ਼ਨਾਨ ਕਰਕੇ ਉਹ ਆਪਣੇ ਸਿਰ ਦੇ ਉੱਤੇ ਬੰਨ ਲੈਣਾ। ਦੂਸਰੇ ਸਾਲ ਦੂਸਰਾ ਮਿਲ ਗਿਆ, ਇਵੇਂ ਕਹਿੰਦੇ ਨੇ 12 ਸਾਲਾਂ ਵਿੱਚ ਇਸ਼ਨਾਨ ਕਰਕੇ ਤੂੰ ਆਪਣੇ ਸਿਰ ਦੇ ਉੱਤੇ ਇੱਕ ਇੱਕ ਸਰੋਪਾ ਟਿਕਾਉਂਦੇ। 12 ਸਾਲਾਂ ਵਿੱਚ 12 ਹੀ ਸਰੋਪੇ ਟਿਕਾ ਕੇ ਫਿਰ ਰੱਖਦੇ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਹ ਪ੍ਰੇਮ ਵਿੱਚ ਸਾਨੂੰ ਦਿੱਤਾ, ਇਤਨਾ ਪ੍ਰੇਮ ਆਪਣੇ ਗੁਰੂ ਦੇ ਨਾਲ, ਇਤਨਾ ਪ੍ਰੇਮ, ਅਣਥੱਕ ਸੇਵਾ। ਹੁਣ ਨਾਮ ਬੰਦਗੀ ਕੋਈ ਫਜ਼ੂਲ ਗੱਲਾਂ ਨਹੀਂ ਕਰਦੇ, ਬਸ ਹਰ ਵੇਲੇ ਸਤਿਗੁਰਾਂ ਦਾ ਧਿਆਨ ਹਿਰਦੇ ਵਿੱਚ ਧਰਿਆ ਹੋਇਆ। ਸਾਹਮਣੇ ਵੀ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਨੇ, ਇੱਧਰ ਉੱਧਰ ਵੀ ਨੇ, ਤਾਂ ਵੀ ਹਿਰਦੇ ਵਿੱਚ ਗੁਰ ਕੀ ਮੂਰਤ ਮਨ ਮੇਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੇ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਸੋ ਆਪਣੇ ਗੁਰੂ ਦੇ ਧਿਆਨ ਵਿੱਚ ਨੇ, ਹਰ ਵੇਲੇ ਸੇਵਾ ਵਿੱਚ। ਹੁਣ 12 ਸਾਲ ਹੋ ਗਏ ਨੇ, ਅੱਜ ਵੀ ਗਏ ਨੇ ਬਿਆਸਾ ਤੋਂ ਪਾਣੀ ਲੈਣ, ਗਾਗਰ ਭਰ ਕੇ ਲੈ ਕੇ ਆਏ ਨੇ। ਤਾਂ ਮੌਸਮ ਖਰਾਬ ਹੈ, ਝੱਖੜ ਹੈ, ਤੂਫਾਨ ਹੈ। ਤਾਂ ਬਾਬਾ ਅਮਰਦਾਸ ਜੀ ਮਹਾਰਾਜ ਜੀ ਇੱਕ ਉੱਥੇ ਜੁਲਾਹੇ ਦੀ ਖੱਡੀ ਹੈ, ਉੱਥੇ ਕਿੱਲੀ ਵਿੱਚ ਪੈਰ ਅਟਕਦਾ ਔਰ ਗਿਰਦੇ ਨੇ, ਪਰ ਗਾਗਰ ਨੂੰ ਸੰਭਾਲ ਕੇ ਰੱਖਦੇ ਨੇ ਵੀ ਸੇਵਾ ਹੈ, ਸਤਿਗੁਰਾਂ ਨੇ ਇਸ਼ਨਾਨ ਕਰਨਾ ਇਸ ਦੇ ਨਾਲ। ਤਾਂ ਉਹ ਖੜਾਕਾ ਹੁੰਦਾ ਹੈ ਜਦੋਂ ਜੁਲਾਹਾ ਆਪਣੀ ਘਰ ਵਾਲੀ ਜੁਲਾਹੀ ਨੂੰ ਪੁੱਛਦਾ ਵੀ ਕਿਸ ਚੀਜ਼ ਦਾ ਖੜਾਕਾ ਹੋਇਆ। ਅੱਗੇ ਉਹ ਜੁਲਾਹੀ ਕਹਿੰਦੀ ਹੈ ਕਿ ਅਮਰੋ ਨਿਥਾਵਾਂ ਹੋਵੇਗਾ। ਤੇ ਹੋਰ ਕੌਣ ਹੋ ਸਕਦਾ, ਪਤਾ ਸੀ ਰੋਜ਼ ਬਿਆਸਾ ਤੋਂ ਉਹੀ ਜਲ ਇਸ ਵਕਤ ਲੈਣ ਜਾਂਦੇ ਨੇ, ਕਿਹਾ ਅਮਰੋ ਨਿਥਾਵਾਂ ਹੋਵੇਗਾ। ਬਹੁਤ ਕੁਛ ਗਲਤ ਸ਼ਬਦ ਵੀ ਬੋਲੇ, ਮੇਰੇ ਹਿਆ ਨਹੀਂ ਪੈ ਰਿਹਾ ਮੈਂ ਬੋਲਾਂ, ਬਸ ਮੈਂ ਇੰਨਾ ਹੀ ਬੋਲਾਂਗੀ ਕਿ ਅਮਰੋ ਨਿਥਾਵਾਂ ਹੋਵੇਗਾ। ਤੋ ਬਾਬਾ ਅਮਰਦਾਸ ਜੀ ਨੇ ਕਿਹਾ ਚੱਲੀਏ, ਅਸੀਂ ਨਿਥਾਵੇਂ ਕਿੱਥੋਂ, ਸਾਨੂੰ ਤਾਂ ਦੀਨ ਦੁਨੀਆ ਦੇ ਮਾਲਕ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਥਾਂ ਮਿਲੀ ਹੋਈ ਹੈ। ਸਹਿਜ ਭਾਅ ਕਹਿ ਦਿੱਤਾ, ਆਪ ਤਾਂ ਜਲ ਲੈ ਕੇ ਆ ਗਏ, ਗੱਗਰ ਲੈ ਕੇ ਆ ਗਏ। ਤਾਂ ਇਤਿਹਾਸਕਾਰ ਲਿਖਦੇ ਨੇ ਉਹ ਸੱਚੀ ਮੁੱਚੀ ਉਹ ਝੱਲੀ ਹੋ ਗਈ, ਉਹ ਪਾਗਲ ਹੋ ਗਏ, ਕਿਉਂਕਿ ਇਹ ਬਾਣੀ ਦੇ ਨਿਰਣੇ ਨੇ। ਭਗਤ ਮੁਖਤ ਬੋਲਦੇ ਸੋ ਬਚਨ ਹੋਵੰਦੇ। ਭਗਤ ਇਹੋ ਜਿਹੇ ਭਗਤ ਜਿਹੜੇ ਗੁਰੂ ਨੂੰ ਹਿਰਦੇ ਵਿੱਚ ਵਸਾਇਆ ਹੋਇਆ। ਬਾਬਾ ਅਮਰਦਾਸ ਜੀ ਨੇ ਸਹਿਜ ਸੁਭਾਅ ਇਹ ਕਿਹਾ, ਜਿਵੇਂ ਅਸੀਂ ਵੀ ਗੱਲ ਵਿੱਚ ਕਹਿੰਦੇ ਆ ਲੈ ਤੂੰ ਪਾਗਲ ਆ, ਹਨਾ, ਆਮ ਗੱਲ ਕਰਦੇ, ਪਰ ਨਹੀਂ, ਸਤਿਗੁਰਾਂ ਨੇ ਬਾਬਾ ਅਮਰਦਾਸ ਜੀ ਨੇ ਸਹਿਜ ਸੁਭਾਅ ਕਿਹਾ। ਬਾਣੀ ਵਿੱਚ ਹੁਣ ਨਾਮ ਸੀ, ਤਾਕਤ ਸੀ, ਤਾਂ ਉਹ ਝੱਲੀ ਹੋ ਗਈ। ਫਿਰ ਇੱਧਰ ਗੁਰੂ ਬਾਬਾ ਅਮਰਦਾਸ ਜੀ ਪਹੁੰਚੇ ਨੇ, ਗੁਰੂ ਅਮਰਦਾਸ ਜੀ ਮਹਾਰਾਜ ਨੇ ਸੇਵਾ ਆਪਣੀ ਨਿਭਾਈ, ਇਸ਼ਨਾਨ ਕਰਵਾਇਆ ਗੁਰੂ ਅੰਗਦ ਦੇਵ ਜੀ ਨੂੰ। ਉਧਰੋਂ ਜਾਨੂੰ ਉਹ ਪਤੀ ਪਤਨੀ ਪਹੁੰਚ ਗਏ। ਉਹ ਜੁਲਾਹੇ ਨੇ, ਉਹਨੂੰ ਸਮਝ ਤਾਂ ਲੱਗ ਗਈ ਸੀ ਵੀ ਇਹ ਗੁਰੂ ਕਾ ਸੇਵਕ ਹੈ, ਸਿੱਖ ਆ, ਜਿਹਨੂੰ ਮੇਰੀ ਘਰਵਾਲੀ ਨੇ ਬਚਨ ਬੋਲੇ। ਆ ਕੇ ਫਿਰ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਭੁੱਲ ਬਖਸ਼ਾ ਰਹੇ ਨੇ, ਮਹਾਰਾਜ ਜੀ ਵੀ ਮੇਰੀ ਪਤਨੀ ਦੀ ਭੁੱਲ ਬਖਸ਼ੋ, ਇਹਨੂੰ ਠੀਕ ਕਰੋ। ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਆਪਣੇ ਸਿੱਖ ਨੂੰ ਵਡਿਆਈਆਂ ਦੇ ਰਹੇ ਨੇ,
ਕਹਿੰਦੇ ਭਾਈ ਇਹ ਅਸੀਂ ਨਹੀਂ ਕਰ ਸਕਦੇ, ਹੁਣ ਸਤਿਗੁਰ ਜਾਣੀ ਜਾਣ ਨੇ, ਔਰ ਉਹਨਾਂ ਨੇ ਦੱਸਿਆ ਵੀ ਇਹ ਇਵੇਂ ਬੋਲੀ ਸੀ, ਬਸ ਉਹ ਤੋਂ ਬਾਅਦ ਹੀ ਇਹ ਇਸ ਤਰ੍ਹਾਂ ਹੋ ਗਈ। ਤੇ ਮਹਾਰਾਜ ਨੇ ਕਿਹਾ ਇਹ ਤਾਂ ਫਿਰ ਜਿਨ੍ਹਾਂ ਦੇ ਬਚਨਾਂ ਨਾਲ ਹੋਇਆ ਨਾ ਉਹੀ ਠੀਕ ਕਰ ਸਕਦੇ ਨੇ। ਸੋ ਇਹ ਵੀ ਵਡਿਆਈ ਆਪਣੇ ਸਿੱਖ ਨੂੰ ਦਿੱਤੀ, ਤਾਂ ਬਾਬਾ ਅਮਰਦਾਸ ਜੀ ਦੇ ਫਿਰ ਬਚਨਾਂ ਨਾਲ ਉਹ ਠੀਕ ਹੋਏ। ਤੇ ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਇਤਨੀ ਬਾਬਾ ਅਮਰਦਾਸ ਜੀ ਦੀ 12 ਸਾਲ ਦੀ ਅਣਥੱਕ ਸੇਵਾ, ਔਰ ਹਿਰਦੇ ਵਿੱਚ ਜੋ ਨਿਮਰਤਾ, ਜੋ ਗਰੀਬੀ ਹੈ, ਜੋ ਹੁਕਮ ਵਿੱਚ, ਜੋ ਰਜ਼ਾ ਵਿੱਚ, ਜੋ ਗੁਰੂ ਨਾਨਕ ਦੇ ਇਲਾਹੀ ਉਪਦੇਸ਼ ਨੇ ਜਦੋਂ ਦੇਖਿਆ ਜੀਵਨ ਉਹੋ ਜਿਹਾ ਹੋ ਗਿਆ। ਤਾਂ ਅੱਜ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਸਾਰੀਆਂ ਗੁਰਿਆਈ ਦੀਆਂ ਰਸਮਾਂ ਦੀ ਜਿਹੜੀ ਤਿਆਰੀ ਕੀਤੀ ਜਾਵੇ, ਤਾਂ ਆਪਣੀ ਜੋਤ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਾਬਾ ਅਮਰਦਾਸ ਜੀ ਵਿੱਚ ਟਿਕਾ ਕੇ ਆਪਣਾ ਹੀ ਰੂਪ, ਆਪਣੀ ਜੋਤ ਉੱਤੇ ਟਿਕਾ ਕੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਇਹ ਗੁਰਤਾ ਗੱਦੀ ਦੀਆਂ ਵਡਿਆਈਆਂ ਮਿਲੀਆਂ। ਇਤਿਹਾਸਕਾਰ ਲਿਖਦੇ ਨੇ ਕਿ 12 ਵਰ ਦਿੱਤੇ। ਚਲੋ ਪ੍ਰੇਮ ਵਿੱਚ ਕਹਿੰਦੇ ਨੇ 12 ਵਰ ਕੀ ਸਾਰਾ ਕੁਛ ਹੀ ਦੇ ਦਿੱਤਾ। ਆਪਣਾ ਹਿਰਦਾ ਹੀ ਟਿਕਾ ਦਿੱਤਾ, ਪਾਰ ਬ੍ਰਹਮ ਪਰਮਾਤਮਾ ਹੀ ਹਿਰਦੇ ਵਿੱਚ ਰੱਬ ਦਾ ਹੀ ਰੂਪ ਬਣਾ ਦਿੱਤਾ। ਹੁਣ ਫਿਰ ਤਾਂ ਸਾਰਾ ਅਨੰਤ ਬੇਅੰਤ, ਜਿਵੇਂ ਭੱਟਾਂ ਨੇ ਕਿਹਾ, ਗਿਣੇ ਹੀ ਨਹੀਂ ਜਾ ਸਕਦੇ ਗੁਰੂ ਅਮਰਦਾਸ ਜੀ ਮਹਾਰਾਜ ਜੀ, ਤੁਹਾਡੇ ਗੁਣ ਨਹੀਂ ਗਿਣੇ ਜਾ ਸਕਦੇ। ਤਾਂ ਸਾਰੀਆਂ ਸ਼ਕਤੀਆਂ ਦੇ ਮਾਲਕ, ਸੱਚ ਦੇ ਮਾਲਕ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਤੋਂ ਸਮਾਜਿਕ ਕੁਰੀਤੀਆਂ ਨੂੰ ਵੀ ਦੂਰ ਕੀਤਾ। ਰੂਹਾਨੀਅਤ ਦਾ ਗਿਆਨ ਤਾਂ ਦਿੱਤਾ ਹੀ ਦਿੱਤਾ, ਉਹਦਾ ਪ੍ਰਚਾਰ ਪ੍ਰਸਾਰ ਤਾਂ ਕੀਤਾ, ਸਮਾਜਿਕ ਕੁਰੀਤੀਆਂ ਨੂੰ ਵੀ ਦੂਰ ਕੀਤਾ। ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਉੱਥੇ ਮਹਾਰਾਜ ਨੇ ਬੌਲੀ ਸਾਹਿਬ ਦੀ ਰਚਨਾ ਕੀਤੀ, ਕਿਉਂਕਿ ਜਾਤ ਪਾਤ, ਊਚ ਨੀਚ, ਵਰਨ ਵੰਡ ਬੜਾ ਸ਼ੋਰਗੁਲ ਚੱਲ ਰਿਹਾ ਸੀਗਾ। ਉਹ ਜਿਹੜੇ ਉੱਚੀਆਂ ਜਾਤਾਂ ਵਾਲੇ ਆਪਣੇ ਆਪ ਨੂੰ ਸਮਝਦੇ ਸਨ, ਤੇ ਜਿਨ੍ਹਾਂ ਨੂੰ ਨੀਵੀਆਂ ਜਾਤਾਂ ਵਾਲੇ ਕਿਹਾ ਜਾਂਦਾ ਸੀ, ਉਹਨਾਂ ਨੂੰ ਖੂਹ ਤੋਂ ਪਾਣੀ ਨਹੀਂ ਲੈਣ ਦੇਣਾ, ਤਲਾਬਾਂ ਤੋਂ ਪਾਣੀ ਨਹੀਂ ਲੈਣ ਦੇਣਾ। ਉਹ ਵਿਚਾਰਿਆਂ ਦਾ ਬੜਾ ਦੁਰਦਸ਼ਾ, ਬੁਰਾ ਹੱਲ ਕੀਤਾ ਹੋਇਆ ਸੀ। ਸਤਿਗੁਰਾਂ ਨੇ ਜਾਤ ਪਾਤ, ਵਰਨ ਵੰਡ, ਊਚ ਨੀਚ ਦੂਰ ਕਰਨ ਦੇ ਲਈ ਤੋਂ ਬੌਲੀ ਸਾਹਿਬ ਦੀ ਰਚਨਾ ਕੀਤੀ, ਜਿੱਥੇ ਸਾਰੇ ਹੀ ਆ ਕੇ ਇਸ਼ਨਾਨ ਕਰੋ, ਜਿੱਥੋਂ ਸਾਰੇ ਹੀ ਜਲ ਲੈ ਲਓ, ਔਰ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਵੀ ਲੰਗਰ ਸਾਰੇ ਹੀ ਛਕੋ ਇੱਕੋ ਸਮਾਨ ਬੈਠ ਕੇ, ਉੱਥੇ ਕਿਸੇ ਜਾਤੀ, ਕਿਸੇ ਊਚ ਨੀਚ ਨੂੰ ਨਹੀਂ ਦੇਖਿਆ ਜਾਵੇਗਾ। ਤੇ ਮਹਾਰਾਜ ਜੀ ਨੇ ਸਿੱਖੀ ਦੇ ਪ੍ਰਚਾਰ ਲਈ 22 ਸਿੱਖ ਜਿਹੜੇ ਪ੍ਰਚਾਰਕ ਥਾਪੇ। 22 ਕਿਉਂ? ਕਿਉਂਕਿ ਪੂਰਾ ਜੋ ਹਿੰਦੁਸਤਾਨ ਭਾਰਤ ਦੀ ਧਰਤੀ ਸੀ, ਤੇ 22 ਸਟੇਟ ਸਨ, ਜਿਹਨੂੰ ਆਪਾਂ ਸੂਬੇ ਕਹਿ ਦਿੰਦੇ ਆ। ਤੋਂ ਇੱਕ ਇੱਕ ਸਿੱਖ ਪ੍ਰਚਾਰਕ ਨੂੰ ਪਹਿਲਾਂ ਉਹਨਾਂ ਸਿੱਖਾਂ ਦਾ ਜੀਵਨ ਸਤਿਗੁਰਾਂ ਨੇ ਆਪ ਬਣਾਇਆ, ਉਹੀ ਨਹੀਂ ਪ੍ਰਚਾਰਕ ਕਿਸੇ ਨੂੰ ਥਾਪਿਆ, ਪਹਿਲਾਂ ਉਹ ਸੱਚ ਉਹਨਾਂ ਦੇ ਹਿਰਦੇ ਵਿੱਚ ਟਿਕਾਇਆ ਮਹਾਰਾਜ ਜੀ ਨੇ। ਤੋਂ ਬਾਣੀ ਰੂਪ ਜੀਵਨ ਬਖਸ਼ ਕੇ, ਉਹਨਾਂ ਨੂੰ ਅਸੀਸਾਂ ਦੇ ਕੇ, ਨਾਲ ਤਾਕਤਾਂ ਸ਼ਕਤੀਆਂ ਦੇ ਕੇ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਭੇਜਿਆ। ਇਹ ਮੁੱਖ ਸੇਵਾਦਾਰ ਸਨ 22 ਜਿਹੜੇ ਸਨ। ਉਹ ਨਾਲ 52 ਹੋਰ ਛੋਟੇ ਰੂਪ, ਛੋਟਾ ਮਤਲਬ ਉਹ ਪ੍ਰਚਾਰਕ ਕੋਈ ਛੋਟਾ ਵੱਡਾ ਨਹੀਂ, ਮਤਲਬ ਜਿਨ੍ਹਾਂ ਨੂੰ ਥੋੜੇ ਏਰੀਆ ਵਿੱਚ ਸੇਵਾ, ਇਹ ਪੂਰੇ ਸਟੇਟ ਵਿੱਚ ਜਾਂਦੇ ਸਨ, ਜਿਨ੍ਹਾਂ ਨੂੰ ਆਪਣੇ ਆਪਣੇ ਏਰੀਆ ਵਿੱਚ ਸਿੱਖੀ ਦੇ ਪ੍ਰਚਾਰ ਦੀ ਸੇਵਾ ਦਿੱਤੀ। ਔਰ ਬੀਬੀਆਂ ਨੂੰ ਵੀ ਸਤਿਗੁਰਾਂ ਨੇ ਪ੍ਰਚਾਰ ਦੀ ਸੇਵਾ ਦਿੱਤੀ। ਤਾਂ ਕਹਿੰਦੇ ਨੇ 52 ਮੂੜੇ ਤੇ ਪੀੜੇ ਵੀ ਜਿਹੜੇ ਨੇ, ਪੀੜੇ ਬੀਬੀਆਂ ਦੇ ਲਈ ਦਿੱਤੇ। ਕਿਉਂ ਪੀੜੇ? ਕਿਉਂ ਕਿ ਬੀਬੀਆਂ ਜਿਹੜੀਆਂ ਸਨ, ਉਹ ਕਿਚਨ ਦਾ ਕੰਮ ਕਰਕੇ ਫਿਰ ਵਿਹਲੀਆਂ ਹੋ ਕੇ, ਕਿਸੇ ਨੇ ਕੱਤਣਾ, ਕਿਸੇ ਨੇ ਕੋਈ ਦਾਲ ਚੁਣਨੀ, ਕਿਸੇ ਨੇ ਕੁਛ ਕਰਨਾ। ਤੋ ਜਿਹੜੀ ਬੀਬੀ ਨੇ ਪ੍ਰਚਾਰ ਕਰਨਾ, ਉਹਨੂੰ ਉੱਚਾ ਸਥਾਨ ਦੇ ਦਿੱਤਾ ਜਾਣਾ ਵੀ ਇਹ ਪੀੜੇ ਦੇ ਉੱਤੇ ਬੈਠ ਕੇ ਬੀਬੀਆਂ ਦੇ ਨਾਲ ਗੁਰਮਤ ਦੀ, ਗੁਰਬਾਣੀ ਦੀ, ਸਿੱਖੀ ਸਿਧਾਂਤਾਂ ਦੀ ਜਿਹੜੀ ਇਹ ਵਿਚਾਰ ਕਰੇ। ਸੋ ਜਿਹੜੀਆਂ ਮੰਜੀਆਂ ਵੀ ਸਨ, 22 ਮੰਜੀਆਂ, ਇਹ ਵੀ ਉੱਚੇ ਸਥਾਨ ਹੀ ਦਿੱਤੇ ਗਏ ਸਨ। ਜਿਵੇਂ ਹੁਣ ਆਪਾਂ ਤਖਤ ਲਾ ਦਿੰਦੇ ਹਾਂ ਪ੍ਰਚਾਰਕਾਂ ਲਈ, ਵੀ ਗੁਰੂ ਕੀ ਬਾਣੀ ਦਾ ਉਪਦੇਸ਼ ਉੱਚੇ ਸਥਾਨ ਦੇ ਉੱਤੇ ਬੈਠ ਕੇ ਦੇਵੇ। ਸੋ ਬਹੁਤ ਵੱਡੀ ਕ੍ਰਾਂਤੀ ਸੀ। ਜਦੋਂ ਕੋਈ ਉਦੋਂ ਔਰਤ ਦੀ ਹਾਲਤ ਸੀ, ਇਹਨੂੰ ਨਰਕ ਦੀ ਦੁਆਰੀ, ਤਾੜਨ ਦੀ ਅਧਿਕਾਰੀ ਕਿਹਾ ਜਾਂਦਾ ਸੀ। ਤਾਂ ਉੱਥੇ ਗੁਰੂ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਸਨਮਾਨ ਦੀ ਗੱਲ ਕੀਤੀ ਬਾਣੀ ਦੇ ਵਿੱਚ। ਸੋ ਕਿਉ ਮੰਦਾ ਆਖਿਆ ਜਿਤ ਜੰਮੇ ਰਾਜਾਨ, ਉਹਨੂੰ ਪ੍ਰੈਕਟੀਕਲ ਰੂਪ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਦਿੱਤਾ। ਸਿੱਖੀ ਦੇ ਪ੍ਰਚਾਰ ਦੀ ਸੇਵਾ ਬੀਬੀਆਂ ਨੂੰ ਦਿੱਤੀ। ਬੜੀ ਵੱਡੀ ਕ੍ਰਾਂਤੀ ਸੀ। ਔਰਤ ਨੂੰ ਪਰਦੇ ਵਿੱਚ ਰੱਖਿਆ ਜਾਂਦਾ ਸੀਗਾ। ਸੋ ਮਹਾਰਾਜ ਨੇ ਇਹ ਅੱਜ ਅਗਰ ਸਾਨੂੰ ਵੀ ਮਹਾਰਾਜ ਨੇ ਸੇਵਾ ਦਿੱਤੀ ਆ, ਮੈਂ ਕਹਿੰਦੀ ਸਾਡਾ ਰੋਮ ਰੋਮ ਰਿਣੀ ਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ। ਰੋਮ ਰੋਮ ਰਿਣੀ ਆ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ। ਸਤਿਗੁਰ ਸੱਚੇ ਪਾਤਸ਼ਾਹ ਜੀ, ਤੁਸੀਂ ਆਪਣੇ ਚਰਨਾਂ ਦੇ ਨਾਲ ਸਾਨੂੰ ਵੀ ਜੋੜਿਆ। ਸਾਨੂੰ ਵੀ ਅਸੀਂ ਵੀ ਤੁਹਾਡੇ ਬਚਨ ਕਰ ਸਕਦੇ ਹਾਂ ਮਹਾਰਾਜ ਜੀ। ਸਾਨੂੰ ਵੀ ਤੁਸੀਂ ਵਡਿਆਈਆਂ ਦੇ ਦਿੱਤੀਆਂ, ਕਿੱਥੇ ਸਾਨੂੰ ਲਤਾੜਿਆ ਜਾ ਰਿਹਾ ਸੀ। ਸੋ ਬੀਬੀਆਂ ਭੈਣਾਂ ਨੂੰ ਮੈਂ ਕਹਾਂਗੀ, ਜਿੱਥੇ ਮਾਣ ਮਹਿਸੂਸ ਕਰੀਏ, ਉੱਥੇ ਆਪਣਾ ਜੀਵਨ ਵੀ ਬਣਾਈਏ। ਕਿਤੇ ਇਸ ਤਰ੍ਹਾਂ ਤਾਂ ਨਹੀਂ ਸਤਿਗੁਰਾਂ ਨੇ ਇੰਨੇ ਮਾਣ ਵਡਿਆਈਆਂ ਦੇ ਦਿੱਤੇ, ਸਾਡਾ ਜੀਵਨ ਹੀ ਗਿਰਦਾ ਜਾਂਦਾ ਹੋਵੇ, ਅਸੀਂ ਰੰਗ ਰਸ ਭੋਗ ਵਿੱਚ ਹੀ ਲੱਗੇ ਹੋਈਏ। ਅਸੀਂ ਉਹ ਔਰਤਾਂ ਵਾਲੇ ਸੁਭਾਅ ਹੀ ਨਾ ਛੱਡੀਏ ਵੀ ਚੁਗਲੀਆਂ, ਨਿੰਦੀਆਂ, ਬੁਰਾਈਆਂ ਇਹ ਤੋਂ ਉੱਤੇ ਹੀ ਨਾ ਉੱਠ ਪਾਈਏ।
ਨਿਕਲੀਏ। ਮਹਾਰਾਜ ਨੇ ਇੰਨੇ ਮਾਣ ਵਡਿੰਗਾਂ ਦਿੱਤੇ, ਸਾਨੂੰ ਵੀ ਅੰਦਰੋਂ ਖੁਸ਼ੀ ਹੋਵੇ ਕਿ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਆਪਣੇ ਮਾਰਗ ਤੇ ਹੀ ਲੈ ਕੇ ਚੱਲੋ। ਤੋ ਪਰਦੇ ਦਾ ਬੜਾ ਰਿਵਾਜ ਸੀ, ਘੁੰਡ ਵਿੱਚ ਔਰਤ ਰੱਖੀ ਗਈ ਸੀਗੀ। ਤੋ ਉਹ ਵੀ ਮਹਾਰਾਜ ਨੇ ਸਖਤ ਹਦਾਇਤ ਕਰ ਦਿੱਤੀ ਸੀ, ਗੁਰੂ ਦਰਬਾਰ ਵਿੱਚ ਕੋਈ ਵੀ ਔਰਤ ਪਰਦਾ ਕਰਕੇ ਨਾ ਆਵੇ। ਤੋ ਹਰੀਚੰਦ ਦੇ ਰਾਜੇ ਦੀ 13ਵੀਂ ਰਾਣੀ ਜਿਹੜੀ ਹੈ, ਉਹ ਐਡਾ ਵੱਡਾ ਘੁੰਡ ਕੱਢ ਕੇ ਆਈ ਸੀ ਗੁਰੂ ਦਰਬਾਰ ਵਿੱਚ। ਬਾਹਰ ਸਿੱਖਾਂ ਨੇ, ਸੇਵਾਦਾਰਾਂ ਨੇ ਕਿਹਾ ਵੀ ਭਾਈ ਗੁਰੂ ਦਰਬਾਰ ਵਿੱਚ ਕਿਸੇ ਨੇ ਨਹੀਂ ਪਰਦਾ ਕਰਨਾ, ਪਰ ਉਹ ਮੰਨੀ ਨਹੀਂ। ਤੋ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਐਂਟਰ ਹੋਈ ਉਹ ਦਰਬਾਰ ਵਿੱਚ, ਮਹਾਰਾਜ ਨੇ ਕਿਹਾ ਕੌਣ ਚੱਲੀ ਜੋ ਗੁਰੂ ਦਰਬਾਰ ਵਿੱਚ ਪਰਦਾ ਕਰਕੇ ਆ ਗਈ? ਉਹ ਵੀ ਚੱਲੀ ਹੋ ਗਈ ਸੀ। ਸੋ ਮਹਾਰਾਜ ਜੀ ਇਤਨਾ ਪ੍ਰੇਮ ਕਰਦੇ ਨੇ ਬੀਬੀਆਂ ਨੂੰ, ਔਰਤ ਜਾਤੀ ਨੂੰ, ਝੱਲੀ ਨਹੀਂ ਸੀ ਕਰਨਾ ਚਾਹੁੰਦੇ। ਮਕਸਦ ਸੀ ਵੀ ਇੱਕ ਨੂੰ ਕਰ ਦਿਓ, ਸਾਰੇ ਡਰ ਜਾਣਗੇ, ਔਰਤ ਨੂੰ ਪਰਦੇ ਤੋਂ ਬਾਹਰ ਕੱਢਣਗੇ। ਬਾਅਦ ਵਿੱਚ ਉਹਨੂੰ ਮਹਾਰਾਜ ਨੇ ਠੀਕ ਵੀ ਕੀਤਾ, ਉਸ ਬੀਬੀ ਨੂੰ। ਸੱਚਨ ਸੱਚ ਆਪਣੇ ਸਿੱਖ ਦੇ ਨਾਲ, ਰਾਜਾ ਤਾਂ ਉਹਨੂੰ ਛੱਡ ਕੇ ਭੱਜ ਗਿਆ। ਮਤਲਬ ਦੱਸਿਆ ਵੀ ਇਹ ਰਾਜੇ ਜਾਤ ਇਹੋ ਜਿਹੀ, ਆਪਣੀ ਪਤਨੀ ਅਗਰ ਬਿਮਾਰ ਹੋ ਗਈ ਤਾਂ ਉਹਨੂੰ ਛੱਡ ਕੇ ਭੱਜ ਗਿਆ। ਤੋ ਮਹਾਰਾਜ ਨੇ ਉਹਦਾ ਸੱਚਨ ਸੱਚ ਸਿੱਖ ਦੇ ਨਾਲ ਉਸ ਬੀਬੀ ਨੂੰ ਠੀਕ ਕਰਕੇ ਉਹਦਾ ਵਿਆਹ ਵੀ ਕੀਤਾ। ਔਰ ਗੁਰੂ ਮਹਾਰਾਜ ਨੇ ਉਹਨਾਂ ਨੂੰ ਸਿੱਖੀ ਦੇ ਪ੍ਰਚਾਰ ਦੀ ਪਤੀ ਪਤਨੀ ਨੂੰ ਸੇਵਾ ਦਿੱਤੀ। ਇਤਨਾ ਮਹਾਰਾਜ ਜੀ ਕਲਿਆਣ ਕਰਦੇ ਨੇ ਸਾਡਾ। ਸੋ ਸਤਿਗੁਰਾਂ ਦੇ ਬਚਨ ਕਵਾਈਏ, ਭੁੱਲਾ ਨਾ ਅਸੀਂ ਕਰੀਏ। ਤੋ ਦੂਸਰੀ ਜਿਹੜੀ ਬੀਬੀ ਨੂੰ ਸਿੱਖੀ ਦੀ ਪ੍ਰਚਾਰ ਦੀ ਸੇਵਾ ਦਿੱਤੀ, ਜਿਹਨੂੰ ਕਹਿੰਦੇ ਪ੍ਰੇਮਾ, ਕੋਹੜੀ ਹੋ ਗਿਆ ਸੀ ਇੱਕ ਸਿੱਖ, ਅਮੀਰ ਘਰ ਦਾ ਮੁੰਡਾ ਸੀ। ਗਲਤ ਸੋਸਾਇਟੀ ਵਿੱਚ ਪੈ ਗਿਆ, ਦੋਸਤ ਮਿੱਤਰ ਗਲਤ ਅਪਣਾ ਲਏ, ਤੇ ਬੜਾ ਨਰਕਾਂ ਵਾਲਾ ਜੀਵਨ ਹੋ ਗਿਆ, ਰੋਗੀ ਹੋ ਗਿਆ, ਕੋਹੜ ਦਾ ਰੋਗ। ਤੇ ਇਹਦਾ ਵੀ ਮਹਾਰਾਜ ਨੇ ਰੋਗ ਵੀ ਖਤਮ ਕੀਤਾ, ਤੰਦਰੁਸਤ ਵੀ ਕੀਤਾ। ਔਰ ਮਹਾਰਾਜ ਜੀ ਨੇ ਆਪਣੇ ਇੱਕ ਸਿੱਖ ਦੀ ਬੇਟੀ, ਸਿੱਖ ਦੀ ਨੇ ਜਦੋਂ ਹਮੀ ਭਰੀ, ਉਹਦੀ ਬੇਟੀ ਮੱਥੋ ਦੇ ਨਾਲ ਇਹਦਾ ਵਿਆਹ ਕੀਤਾ। ਤੋ ਉਹਦਾ ਜਿਹੜਾ ਉਹਦਾ ਨਾਮ ਰੱਖਿਆ ਮੁਰਾਰੀ, ਕਿਉਂਕਿ ਇਹਦੇ ਸਰੀਰ ਤੇ ਕੋਹੜ ਸੀਗਾ। ਤੇ ਮਹਾਰਾਜ ਜਦੋਂ ਮਹਾਰਾਜ ਨੇ ਬਿਲਕੁਲ ਤੰਦਰੁਸਤ ਕਰ ਦਿੱਤਾ, ਮਹਾਰਾਜ ਨੇ ਕਿਹਾ ਤੂੰ ਤਾਂ ਮੁਰਾਰੀ ਹੈ, ਮੁਰਾਰੀ ਵਰਗਾ ਤੇਰਾ ਤਾਂ ਸਰੀਰ ਹੈ। ਇੰਨਾ ਮਹਾਰਾਜ ਨੇ ਪ੍ਰੇਮ ਕੀਤਾ। ਤੇ ਨਾਲ ਮੱਥੋ ਦੇ ਨਾਲ ਜਦੋਂ ਵਿਆਹ ਕੀਤਾ ਤਾਂ ਉਹਦੀ ਮੱਥੋ ਦੀ ਬੀਬੀ, ਮੱਥੋ ਦੀ ਮਾਂ ਕਹਿੰਦੀ ਕਿ ਮਹਾਰਾਜ ਜੀ ਤੁਸੀਂ ਇਹਦੇ ਨਾਲ ਮੇਰੀ ਧੀ ਦਾ ਵਿਆਹ ਕਰ ਦਿੱਤਾ, ਨਾ ਇਹਦਾ ਘਰਾਣਾ ਕੁਛ ਪਤਾ, ਨਾ ਕੁਛ ਪਤਾ। ਸੋ ਮਹਾਰਾਜ ਨੇ ਕਿਹਾ ਵੀ ਸਾਡੀ ਸ਼ਰਨ ਵਿੱਚ ਹੈ, ਸਾਡਾ ਹੀ ਪੁੱਤਰ ਆ, ਇਹਨੂੰ ਸਾਡਾ ਹੀ, ਸਾਡੇ ਘਰਾਣੇ ਚੋਂ ਸਮਝੋ। ਤੇ ਨਾਲ ਮਹਾਰਾਜ ਨੇ ਕਿਹਾ ਤੈਨੂੰ ਆਪਣੀ ਧੀ ਦੀ ਚਿੰਤਾ ਆ, ਪਹਿਲਾਂ ਸੰਸਾਰ ਤੇਰੀ ਧੀ ਦਾ ਹੀ ਨਾਮ ਲਿਆ ਕਰੂਗਾ, ਇਹਦਾ ਬਾਅਦ ਵਿੱਚ ਨਾਮ ਲਿਆ ਕਰੂਗਾ। ਇੰਨਾ ਬੀਬੀ ਨੂੰ ਮਹਾਰਾਜ ਨੇ ਵਡਿਆਈਆਂ ਦਿੱਤੀਆਂ ਔਰਤਾਂ ਨੂੰ। ਮੱਥੋ ਮੁਰਾਰੀ ਕਰਕੇ ਅੱਜ ਵੀ ਉਹਨਾਂ ਨੂੰ ਪੁਕਾਰਿਆ ਜਾਂਦਾ। ਔਰ ਉਹਨਾਂ ਨੂੰ ਸਿੱਖੀ ਦੇ ਪ੍ਰਚਾਰ ਦੀ ਸੇਵਾ ਦਿੱਤੀ। ਬੀਬੀ ਮੱਥੋ ਨੇ ਵੀ ਪ੍ਰਚਾਰ ਕੀਤਾ ਔਰ ਉਹ ਮੁਰਾਰੀ ਨੇ ਵੀ ਕੀਤਾ, ਬਾਬਾ ਮੁਰਾਰੀ ਨੇ, ਦੋਨਾਂ ਨੇ। ਸੋ ਸੰਗਤ ਜੀ, ਕਿਵੇਂ ਅਸੀਂ ਸਤਿਗੁਰੂ ਦੀਆਂ ਵਡਿਆਈਆਂ ਗਾ ਸਕਦੇ? ਗਾ ਹੀ ਨਹੀਂ ਸਕਦੇ। ਔਰਤਾਂ ਨੂੰ ਪਰਦੇ 'ਚ ਰੱਖਿਆ ਗਿਆ, ਮਹਾਰਾਜ ਜੀ ਪਰਦੇ 'ਚੋਂ ਬਾਹਰ ਕੱਢ ਰਹੇ ਨੇ। ਔਰ ਹੋਰ ਉਦੋਂ ਛੋਟੀਆਂ ਬੱਚੀਆਂ ਦੇ ਛੋਟਿਆਂ-ਛੋਟਿਆਂ ਦੇ ਵਿਆਹ ਹੋ ਜਾਂਦੇ ਸੀਗੇ। ਤੇ ਅਗਰ ਉਹਦਾ ਪਤੀ ਮਰ ਗਿਆ, ਉਹ ਤਾਂ ਕੁੜੀ ਬੱਚੀ ਆਪਣੇ ਕਦੀ ਸਹੁਰੇ ਗਈ ਵੀ ਨਹੀਂ, ਪਤੀ ਦੇ ਨਾਲ ਰਹੀ ਵੀ ਨਹੀਂ, ਲੇਕਿਨ ਉਹਨੂੰ ਵਿਧਵਾ ਗਿਣ ਲਿਆ ਜਾਂਦਾ ਸੀਗਾ। ਔਰ ਸਾਰੀ ਉਮਰ ਉਹਦੀ ਦੁਰਦਸ਼ਾ। ਮਹਾਰਾਜ ਨੇ ਇਹ ਕਾਨੂੰਨ ਪਾਸ ਕਰਵਾਇਆ ਅਕਬਰ ਦੇ ਕੋਲੋਂ। ਉਹ ਗੁਰੂ ਦੇ ਚਰਨਾਂ ਵਿੱਚ ਆਇਆ ਸੀਗਾ ਅਕਬਰ ਬਾਦਸ਼ਾਹ। ਤੇ ਉਹ ਅਕਬਰ ਬਾਦਸ਼ਾਹ ਨੇ ਜਦੋਂ ਲੰਗਰ ਛਕਿਆ ਨਾ ਗੁਰੂ ਘਰ ਦਾ, ਤਾਂ ਉਹਨੂੰ ਇੰਨਾ ਕਿ ਇਸ ਲੰਗਰ ਵਿੱਚ ਰਸ ਆਇਆ। ਉਹਨੇ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਜੀ, ਮੇਰੇ ਦਰਬਾਰ ਵਿੱਚ 36 ਪ੍ਰਕਾਰ ਦੇ ਭੋਜਨ ਨਿਤ-ਨਿਤ, 36 ਤਾਂ ਅਸੀਂ ਕਹਿ ਦਿੰਦੇ ਮਤਲਬ ਬਹੁਤ ਪ੍ਰਕਾਰ ਦੇ, ਤੇ ਮੈਨੂੰ ਕਦੀ ਉਹ ਰਸ ਨਹੀਂ ਆਇਆ ਜਿਹੜਾ ਇੱਥੇ ਦਾਲ ਪ੍ਰਸ਼ਾਦਾ ਛਕ ਕੇ ਹੀ ਆ ਗਿਆ। ਤੋ ਇਹਦੇ ਵਿੱਚ ਕੀ ਕਾਰਨ? ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਸੰਗਤਾਂ ਦੇ ਪ੍ਰੇਮ ਭਾਵਨਾ ਦੇ, ਇਹ ਆਪਣੇ ਸੁੱਚੀਆਂ ਕਿਰਤ ਕਮਾਈਆਂ ਦੇ ਤਿਲ ਫੁੱਲ ਸ਼ਰਧਾ ਭੇਟਾ ਕਰਕੇ ਲੰਗਰਾਂ ਜਿਹੜੇ ਤਿਆਰ ਹੁੰਦੇ ਨੇ, ਉੱਪਰ ਭਾਵ ਉੱਪਰੋਂ ਬਾਣੀ ਦਾ ਪ੍ਰਵਾਹ, ਇਸ ਕਾਰਨ ਇਹਦੇ ਵਿੱਚ ਇਤਨਾ ਰਸ ਹੈ। ਤੋ ਅਕਬਰ ਬਾਦਸ਼ਾਹ ਨੇ ਕਿਹਾ ਕਿ ਮੈਂ ਜਿਹੜਾ ਹੈ ਜ਼ਕੀਰ ਲਿਖ ਦਿੰਨਾ ਆਪਣੇ ਵੱਲੋਂ, ਵੀ ਮੇਰੇ ਖਾਤੇ ਵਿੱਚੋਂ, ਰਾਜ ਦਰਬਾਰ ਵਿੱਚੋਂ ਲੰਗਰ ਚੱਲਿਆ ਕਰਨਗੇ। ਮਹਾਰਾਜ ਨੇ ਕਿਹਾ ਨਹੀਂ ਭਾਈ, ਗੁਰੂ ਕੇ ਲੰਗਰ ਰਾਜਿਆਂ ਤੋਂ ਨਹੀਂ ਚੱਲਣੇ। ਮਹਾਰਾਜ ਨੇ ਇਨਕਾਰ ਕਰ ਦਿੱਤਾ। ਇਹ ਫਿਰ ਸੰਗਤਾਂ ਦਾ ਕਲਿਆਣ ਕਿਵੇਂ ਹੋਵੇਗਾ? ਇਹ ਆਪਣੀਆਂ ਸੁੱਚੀਆਂ ਕਿਰਤ ਕਮਾਈਆਂ ਵਿੱਚੋਂ ਤਿਲ ਫੁੱਲ ਭੇਟਾ ਕਰਨਗੀਆਂ, ਸੰਗਤਾਂ ਦਾ ਕਲਿਆਣ ਹੋਵੇਗਾ, ਇਵੇਂ ਲੰਗਰ ਚੱਲਣਗੇ। ਮਹਾਰਾਜ ਨੇ ਇਨਕਾਰ ਕਰ ਦਿੱਤਾ। ਲੇਕਿਨ ਬੁੱਧੀਮਾਨ ਸੀ, ਉਹਨੇ ਕਿਹਾ ਹੁਣ ਮੈਂ ਭੇਟਾ ਕੋਈ ਨਾ ਕੋਈ ਤਾਂ ਕਰਨੀ ਹੈ। ਤੋ ਇਹ ਅਕਲਮੰਦੀ ਹੁੰਦੀ ਹੈ। ਤਾਂ ਉਹਨੇ ਫਿਰ ਬੀਬੀ ਭਾਨੀ ਜੀ, ਗੁਰੂ ਅਮਰਦਾਸ ਜੀ ਦੇ ਪੁੱਤਰੀ, ਉਹਨਾਂ ਦੇ ਨਾਮ ਜਗੀਰ ਲਿਖ ਦਿੱਤੀ ਸੀ, ਵੀ ਤਾਂ ਕਿ ਮੇਰੀ ਕੋਈ ਨਾ ਕੋਈ ਸੇਵਾ ਗੁਰੂ ਘਰ ਵਿੱਚ ਪਹੁੰਚੇ। ਸੋ ਸੰਗਤ ਜੀ, ਔਰ ਮਹਾਰਾਜ ਨੇ ਉਹਨੂੰ, ਅਕਬਰ ਬਾਦਸ਼ਾਹ ਨੂੰ ਕਿਹਾ, ਇਹ ਸਾਨੂੰ ਜਗੀਰਾਂ ਦੀ ਲੋੜ ਨਹੀਂ, ਅਗਰ ਤੂੰ ਕੰਮ ਕਰਨਾ ਤਾਂ ਫਿਰ ਆ ਕਰ।
ਉੱਥੇ ਸਮਾਜਿਕ ਕੁਰੀਤੀਆਂ ਜ਼ਰੂਰ ਕਰਾਉਣ ਦੇ ਕੰਮ ਕਰਾਏ। ਇੱਕ ਤਾਂ ਕਿਹਾ ਵੀ ਔਰਤ ਜਿਹੜੀ ਹੈ, ਇਹ ਅਗਰ ਵਿਧਵਾ ਹੋ ਜਾਂਦੀ, ਇਹਨੂੰ ਦੁਬਾਰਾ ਵਿਆਹ ਕਰਨ ਦਾ ਅਧਿਕਾਰ ਦਿੱਤਾ ਜਾਵੇ, ਜਿਵੇਂ ਪੁਰਸ਼ ਕਰਵਾਉਂਦਾ ਦੁਬਾਰਾ ਵਿਆਹ, ਔਰਤ ਵੀ ਕਰਵਾ ਸਕੇ। ਇਹ ਬੜੀ ਵੱਡੀ ਕ੍ਰਾਂਤੀ ਸੀ। ਇੱਕ ਔਰਤਾਂ ਸਤੀ ਕਰ ਦਿੱਤੀਆਂ ਜਾਂਦੀਆਂ ਸਨ, ਪਤੀ ਉਹਦਾ ਮਰ ਜਾਵੇ ਵੀ ਉਹ ਤਾਂ ਜਿੰਦਾ ਆ, ਉਹ ਵਿਚਾਰੇ ਨੂੰ ਅੱਗ ਦੇ ਵਿੱਚ ਜਿੰਦਾ ਹੀ ਸਾੜ ਦਿੱਤਾ ਜਾਂਦਾ ਸੀ। ਮਹਾਰਾਜ ਨੇ ਕਿਹਾ ਸਤੀ ਪ੍ਰਥਾ ਜਿਹੜੀ ਆ ਇਹ ਵੀ ਬੰਦ ਕਰੋ। ਇਹ ਵੀ ਮਹਾਰਾਜ ਨੇ ਬੰਦ ਕਰਾਈ, ਕਿਉਂਕਿ ਮਹਾਰਾਜ ਜੀ ਹਰ ਤਰ੍ਹਾਂ ਦੀ ਕੁਰੀਤੀ ਅਗਰ ਉਹ ਕੀ ਕਰ ਰਹੇ ਸਨ, ਕਿਉਂਕਿ ਔਰੰਗਜ਼ੇਬ ਇਹ ਜਿਹੜਾ ਅਕਬਰ ਸੀਗਾ, ਇਹ ਮੁਸਲਮਾਨ ਇਸਲਾਮ ਧਰਮ ਨੂੰ ਬਿਲੋਂਗ ਕਰਦਾ ਸੀਗਾ। ਤੋ ਇਹਨਾਂ ਲਈ ਕੋਈ ਟੈਕਸ ਨਹੀਂ ਸੀ ਧਾਰਮਿਕ ਸਥਾਨਾਂ ਤੇ, ਲੇਕਿਨ ਹਿੰਦੂਆਂ ਤੇ ਟੈਕਸ ਲੱਗ ਰਿਹਾ ਸੀਗਾ। ਮਹਾਰਾਜ ਨੇ ਕਿਹਾ ਵੀ ਹਿੰਦੂ ਵੀ ਆਪਣਾ ਧਾਰਮਿਕ ਸਥਾਨਾਂ ਤੇ ਜਦੋਂ ਜਾਂਦੇ ਨੇ, ਉਹਨਾਂ ਦਾ ਵੀ ਟੈਕਸ ਜਿਹੜਾ ਤੁਸੀਂ ਇਹ ਬੰਦ ਕਰੋ। ਇਹ ਅਕਬਰ ਬਾਦਸ਼ਾਹ ਨੂੰ ਕਹਿ ਕੇ, ਸੋ ਸਤਿਗੁਰ ਸਰਬ ਸਾਂਝੇ ਨੇ ਸਾਰਿਆਂ ਦੇ, ਉਹਨਾਂ ਦਾ ਟੈਕਸ ਬੰਦ ਕਰਵਾਇਆ। ਇਹ ਕੋਈ ਅੱਜ ਤੁਹਾਨੂੰ ਨਜ਼ਰ ਆਉਂਦਾ ਇਸ ਸੰਸਾਰ ਦੇ ਵਿੱਚ ਜਿਹੜਾ ਦੂਜੇ ਧਰਮ ਦੇ ਲਈ ਵੀ ਇਵੇਂ ਬੋਲੇ? ਔਰ ਬੜੀ ਵੱਡੀ ਗੱਲ ਸੀ ਬਾਦਸ਼ਾਹ ਨੂੰ ਕਹਿ ਦੇਣਾ। ਅਗਰ ਹੈ ਨੇ, ਉਹ ਬੜੀਆਂ ਪਵਿੱਤਰ ਰੂਹਾਂ ਨੇ, ਅੱਜ ਵੀ ਨੇ, ਘੱਟ ਨਜ਼ਰ ਆਉਂਦੀਆਂ ਨੇ, ਲੇਕਿਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਕਹਿ ਕੇ ਹਿੰਦੂਆਂ ਦਾ ਟੈਕਸ ਮਾਫ਼ ਕਰਾਉਣਾ, ਇਹ ਜਿਹੜੀਆਂ ਕੁਰੀਤੀਆਂ ਇਹਨਾਂ ਨੂੰ ਦੂਰ ਕਰਾਉਣੀਆਂ, ਬੜੀ ਵੱਡੀ ਇੱਕ ਕ੍ਰਾਂਤੀ ਸੀਗੀ। ਜੋ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕੀਤਾ, ਸਮਾਜਿਕ ਕੁਰੀਤੀਆਂ ਵੀ ਦੂਰ ਕੀਤੀਆਂ, ਵਰਨ ਵੰਡ ਨੀਚ ਊਚ ਦਾ ਭੇਦਭਾਵ ਵੀ ਖਤਮ ਕੀਤਾ ਗੁਰੂ ਮਹਾਰਾਜ ਨੇ। ਔਰ ਨਸ਼ਿਆਂ ਬਾਰੇ ਮਹਾਰਾਜ ਨੇ ਖੁੱਲ੍ਹ ਕੇ ਬਾਣੀ ਵਿੱਚ ਲਿਖਿਆ ਕਿ ਕਿਵੇਂ ਕੁਰੀਤੀਆਂ ਵਿੱਚ ਸੰਸਾਰ ਫਸਿਆ ਆ। ਜਿਤ ਪੀਤੇ ਮਤ ਦੂਰ ਹੋਏ, ਵਰਲ ਪਵੇ ਬਚਾਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਮਹਾਰਾਜ ਕਹਿੰਦੇ ਜਿਹਦੇ ਪੀਤਿਆਂ ਨਾਲ ਤੇਰੀ ਮੱਤ ਵਿਗੜ ਜਾਂਦੀ ਹੈ, ਤੈਨੂੰ ਸੋਝੀ ਨਹੀਂ ਰਹਿੰਦੀ ਆਪਣਾ ਕੌਣ ਪਛਾਇਆ ਪਰਾਇਆ ਕੌਣ, ਵੀ ਇਹਨੂੰ ਛੱਡੋ ਇਹ ਨਸ਼ਿਆਂ ਨੂੰ, ਦਰਗਾਹ ਚੋਂ ਵੀ ਧੱਕੇ ਮਿਲਦੇ ਨੇ। ਸੋ ਕੁਰੀਤੀਆਂ ਮਹਾਰਾਜ ਨੇ ਹਰ ਤਰ੍ਹਾਂ ਦੂਰ ਕਰਾਉਣੀਆਂ ਚਾਹੀਆਂ ਸੰਗਤ ਜੀ। ਬਾਣੀ ਰਚੀ ਆਪ ਮਹਾਰਾਜ ਨੇ, 17 ਰਾਗਾਂ ਵਿੱਚ 907 ਮਹਾਰਾਜ ਦੇ ਸ਼ਬਦ ਸ਼ਲੋਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਔਰ ਪਤੀ ਪਤਨੀ ਦਾ ਰਿਸ਼ਤਾ, ਮਤਲਬ ਕਿਹੋ ਜਿਹੇ ਸਾਡੇ ਰਿਸ਼ਤੇ ਹੋਣੇ ਚਾਹੀਦੇ। ਮਹਾਰਾਜ ਕਹਿੰਦੇ ਨੇ ਧਨ ਪੇਰੇ ਨਾ ਆਖੀਆਂ ਨਾ, ਬਹਿਨ ਇਕੱਠੇ ਹੋਏ, ਏਕ ਜੋਤ ਦੋਈ ਮੂਰਤੀ ਧਨ ਪਿਰ ਕਹੀਏ ਸੋਏ। ਵੀ ਪਤੀ ਪਤਨੀ ਉਹਨਾਂ ਨੂੰ ਨਾ ਆਖੋ ਜਿਹੜੇ ਇਕੱਠੇ ਹੋ ਕੇ ਬੈਠ ਗਏ। ਅਸੀਂ ਕਹਾਂਗੇ ਮਹਾਰਾਜ ਜੀ ਕਿਉਂ ਨਾ ਆਖੀਏ, ਆਨੰਦ ਕਾਰਜ ਹੋਏ, ਲਾਵਾਂ ਦਾ ਪਾਠ ਹੋਇਆ, ਅਰਦਾਸਾਂ ਹੋਈਆਂ, ਮਹਾਰਾਜ ਜੀ ਸਮਾਜਿਕ ਤੌਰ ਤੇ ਹੋਏ ਨੇ। ਮਹਾਰਾਜ ਕਹਿੰਦੇ ਨਹੀਂ ਭਾਈ, ਗਹਿਰਾਈ ਵਿੱਚ ਜਾਓ। ਪਤੀ ਪਤਨੀ ਉਹ ਨੇ ਜਿਹੜੇ ਦੇਖਣ ਨੂੰ ਦੋ ਸ਼ਰੂਰ ਲੱਗਦੇ ਹੋਣ, ਅੰਦਰੋਂ ਇੱਕੋ ਹੀ ਅੰਡਰਸਟੈਂਡਿੰਗ, ਇੱਕੋ ਤਰ੍ਹਾਂ ਦੇ ਵਿਚਾਰ, ਮਤਲਬ ਆਪਸ ਵਿੱਚ ਇਤਨਾ ਪ੍ਰੇਮ ਹੋਵੇ, ਇੱਕ ਦੂਸਰੇ ਨੂੰ ਸਮਝ ਸਕਦੇ ਹੋਣ, ਤਾਂ ਕਿ ਗ੍ਰਸਤੀ ਆਪਣੀ ਵਧੀਆ ਚਲਾ ਪਾਉਣ। ਸੋ ਸਰਬੱਤ ਦੇ ਭਲੇ ਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਅਰਦਾਸਾਂ ਬੇਨਤੀਆਂ, ਸਾਨੂੰ ਜੀਵਨ ਕਿਹੋ ਜਿਹਾ ਜਿਉਣਾ ਸਿਖਾਉਂਦੇ ਨੇ, ਸਰਬੱਤ ਦੇ ਭਲੇ ਦਾ। ਮਹਾਰਾਜ ਨੇ ਇਹ ਨਹੀਂ ਕਿ ਆਪਣੀ ਇਕੱਲੇ ਨਿੱਜ ਦੀ ਅਰਦਾਸ ਕਰੋ, ਮਹਾਰਾਜ ਕਹਿੰਦੇ ਇਹੋ ਜਿਹੀ ਅਰਦਾਸ ਕਰੋ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ ਤਿਤੈ ਲਿਹੋ ਉਬਾਰ, ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੂਚੀ ਹਰ ਬਿਨ ਬਖਸ਼ਨਹਾਰ। ਪੂਰੇ ਜਗਤ ਦੀ ਅਰਦਾਸ ਕਰੋ, ਸਾਰਾ ਹੀ ਵੱਡਾ ਹੀ ਪਰਿਵਾਰ ਸਾਡਾ ਆਪਣਾ ਹੈ। ਅੱਜ ਫਿਰ ਸਾਡੇ ਮਨ 'ਚ ਮਿਲਣਾ ਆ, ਜਾਤਾਂ ਦੇ ਵਰਨਾਂ ਦੇ ਚੱਲ ਰਿਹਾ ਹੈ ਨਾ, ਇਹ ਨਹੀਂ ਹੋਣਾ ਚਾਹੀਦਾ। ਜੋ ਸਤਿਗੁਰਾਂ ਨੇ ਇਲਾਹੀ ਉਪਦੇਸ਼ ਦਿੱਤੇ ਨੇ, ਅਸੀਂ ਸਾਰਿਆਂ ਨੂੰ ਪ੍ਰੇਮ ਕਰੀਏ, ਸਤਿਗੁਰਾਂ ਦੇ ਉਪਦੇਸ਼ਾਂ ਰੂਪੀ ਅਸੀਂ ਜਿਹੜਾ ਉਹ ਜੀਵਨ ਜੀਏ। ਕੁਰੀਤੀਆਂ ਮਹਾਰਾਜ ਨੇ ਦੂਰ ਕੀਤੀਆਂ ਸੰਗਤ ਜੀ, ਉਹ ਅਸੀਂ ਫਿਰ ਉਹਨਾਂ ਵਿੱਚ ਫਸੇ ਹੋਏ ਆ। ਆਪਣੀਆਂ ਜਾਤਾਂ, ਉੱਚੀ ਜਾਤ ਦਾ, ਉਹ ਨੀਵੀਂ ਜਾਤ ਦਾ, ਉਹ ਅਮੀਰ, ਉਹ ਗਰੀਬ। ਨਹੀਂ, ਅਮੀਰ ਕੌਣ ਆ? ਜਿਹੜਾ ਗੁਰੂ ਦੇ ਬਚਨ ਕਮਾਉਂਦਾ, ਉਹਦੇ ਵਰਗਾ ਅਮੀਰ ਤਾਂ ਕੋਈ ਹੋ ਹੀ ਨਹੀਂ ਸਕਦਾ, ਹਨਾ। ਜਿਹੜਾ ਗੁਰੂ ਦੇ ਨਾਲ ਟੁੱਟਿਆ ਹੋਇਆ, ਉਹਦੇ ਵਰਗਾ ਗਰੀਬ ਕੋਈ ਹੋ ਹੀ ਨਹੀਂ ਸਕਦਾ। ਮਹਾਰਾਜ ਤਾਂ ਕਹਿੰਦੇ ਨਿਗੋਰੇ ਕਾ ਨਾਉ ਹੈ ਬੁਰਾ, ਉਹਦਾ ਤਾਂ ਨਾਮ ਵੀ ਬੁਰਾ ਆ ਜਿਹਦੇ ਕੋਲ ਕੋਈ ਗੁਰੂ ਨਹੀਂ ਹੈਗਾ। ਸੋ ਗੁਰੂ ਦੇ ਬਾਣੀ ਦੇ ਉਪਦੇਸ਼ਾਂ ਨੂੰ ਅਸੀਂ ਸਮਝੀਏ, ਤੇ ਇਸ ਸਰੀਰ ਨੂੰ ਤੰਦਰੁਸਤੀ ਦਾ ਮਾਰੇ ਨੇ। ਹੁਣ ਦੇਖੋ ਤੁਸੀਂ ਕਰਦੇ ਹੋ ਐਕਸਰਸਾਈਜ਼ ਸੰਗਤ ਜੀ? ਸ਼੍ਰੀ ਗੁਰੂ ਨਾਨਕ ਮਿਸ਼ਨ ਤਾਂ ਫਿਜ਼ੀਕਲੀ ਫਿੱਟ ਹੋਣਾ ਵੀ ਸਿਖਾਉਂਦਾ, ਤਾਂ ਆਪਣੇ ਆਪ ਨੂੰ ਰੋਜ਼ ਸਮਾਂ ਦਿਓ। ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਮੱਲ ਅਖਾੜੇ ਉੱਥੇ ਸਨ, ਸਿੱਖਾਂ ਦੇ ਮਹਾਰਾਜ ਘੋਲ ਕਰਵਾਉਂਦੇ ਸਨ ਵੀ ਇਹ ਭਾਈ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਰਹਿਣ, ਤਾਂ ਕਿ ਹਰਮੰਦਰ ਇਹ ਸਰੀਰ ਹੈ ਨਾ, ਇਹਦੇ ਵਿੱਚ ਪ੍ਰਭੂ ਪਿਆਰਾ ਬੈਠਾ। ਇਹ ਰੋਗੀ ਸਰੀਰ ਅਗਰ ਹੋ ਗਿਆ, ਹਾਏ ਹਾਏ ਕਰਦਾ ਰਹੂਗਾ, ਕਿੱਥੇ ਫਿਰ ਇਹਦੇ ਕੋ ਵਾਹਿਗੁਰੂ ਵਾਹਿਗੁਰੂ ਹੋਣਾ? ਹਿਰਦੇ ਗਹਿਰਾਈਆਂ ਤੋਂ ਨਹੀਂ ਹੋਣਾ, ਜ਼ੁਬਾਨ ਤੋਂ ਰੱਟਾ ਬੇਸ਼ੱਕ ਅਸੀਂ ਲਾਈ ਜਾਵਾਂਗੇ। ਤੋ ਇਹ ਗੁਰੂ ਮਹਾਰਾਜ ਜੀ ਕਹਿੰਦੇ ਨੇ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਇਹਦੀ ਦੇਹੀ ਨੂੰ ਸਾਂਭ ਸੰਭਾਲ ਕਰੋ, ਫਿਰ ਉਹਦਾ ਸਿਮਰਨ ਵੀ ਕਰੋ। ਸੰਗਤ ਜੀ ਇਲਾਹੀ ਉਪਦੇਸ਼ ਚ ਮਹਾਰਾਜ ਨੇ ਆਨੰਦ ਦਾ ਜੀਵਨ, ਆਨੰਦ ਸਾਹਿਬ ਦੀ ਬਾਣੀ ਦੀ ਰਚਨਾ, ਜਿਹੜੀ ਸਾਡੀ ਨਿਤਨੇਮ ਦੀ ਬਾਣੀ ਵਿੱਚ ਸ਼ਾਮਲ ਹੈ, ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਮਹਾ ਪਵਿੱਤਰ ਬਾਣੀ ਆਨੰਦ ਸਾਹਿਬ ਦੀ ਬਾਣੀ। ਤੇ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣੇ, ਗੁਰੂ ਤੋਂ ਜਾਣਿਆ ਜਾਂਦਾ। ਜਾਣੇ ਆਨੰਦ ਸਦਾ ਗੁਰ ਤੇ, ਗੁਰੂ ਤੋਂ ਜਾਣਿਆ ਜਾਂਦਾ ਹੈ।
ਸੋ ਗੁਰੂ ਦੀ ਸਾਨੂੰ ਬਹੁਤ ਲੋੜ ਆ। ਆਪਾਂ ਕਿਉਂ ਮੀਨਿੰਗਲੈਸ ਟਾਈਮ ਵੇਸਟ ਕਰਦੇ ਆ? ਗੁਰਬਾਣੀ ਨਾਲ ਜੁੜੀਏ, ਗੁਰਬਾਣੀ ਨੂੰ ਮੰਨੀਏ, ਔਰ ਜੋ ਮਹਾਰਾਜ ਜੀ ਸਾਨੂੰ ਵਿੱਚ ਅਲਰਟ ਕਰ ਰਹੇ ਨੇ, ਅਵੇਅਰਨੈਸ ਦੇ ਰਹੇ ਨੇ, ਸਾਵਧਾਨ ਕਰ ਰਹੇ ਨੇ। ਸਾਨੂੰ ਕਹਿੰਦੇ ਕੁਐਸਚਨ ਕਰੋ ਆਪਣੇ ਸਰੀਰ ਦੇ ਨਾਲ। ਰੋਜ਼ ਮਹਾਰਾਜ ਸਾਨੂੰ ਸਿਖਾਉਂਦੇ ਨੇ, ਕੁਐਸਚਨ ਕਰੋ ਰੋਜ਼ ਅੰਮ੍ਰਿਤ ਵੇਲੇ ਜਦੋਂ ਬਾਣੀ ਪੜ੍ਹਦੇ ਹੋ। ਇਹ ਸ਼ਰੀਰਾ ਮੇਰਿਆ, ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ? ਕੀ ਕਰਮ ਕੀਤੇ ਨੇ ਤੂੰ? ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਸ ਪਰਮਾਤਮਾ ਨੇ ਤੇਰੀ ਰਚਨਾ ਕੀਤੀ, ਤੂੰ ਉਸ ਹਰੀ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾਇਆ ਨਹੀਂ? ਅਸੀਂ ਕਿੱਥੇ ਕਰਦੇ ਕੁਐਸਚਨ? ਬਾਣੀ ਪੜ੍ਹੀ, ਕਹਾਣੀ ਖਤਮ, ਵੀ ਨਿਤਨੇਮ ਪੂਰਾ ਹੋ ਗਿਆ। ਸੋ ਅੱਜ ਗੁਰੂ ਮਹਾਰਾਜ ਜੀ ਦੀ ਬਾਣੀ ਸਾਨੂੰ ਫਿਰ ਯਾਦ ਕਰਾ ਰਹੀ ਹੈ, ਤੇ ਆਪਣੇ ਆਪ ਨੂੰ ਅਸੀਂ ਯਾਦ ਕਰਾਈਏ ਕਿ ਪ੍ਰਭੂ ਸਾਡੇ ਹਿਰਦੇ ਵਿੱਚ ਵਸ ਗਿਆ, ਨਹੀਂ ਵਸਿਆ, ਕੋਈ ਗੱਲ ਨਹੀਂ, ਹਾਲੇ ਵੀ ਸਮਾਂ ਹੈ। ਕਿਉਂਕਿ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਜਿਨ੍ਹਾਂ ਨੇ ਕਾਲੀ ਚ ਨਹੀਂ ਨਾ ਰੋਵਿਆ, ਤਾਂ ਬਾਬਾ ਜੀ ਕਹਿੰਦੇ ਨੇ ਕਾਲੀ ਜਿਨੀ ਨਾ ਰਾਵਿਆ ਫਰੀਦਾ, ਧੌਲੀ ਰਾਵੇ ਕੋਈ। ਮਤਲਬ ਕਾਲੀ ਮੰਨ ਲਓ ਜਵਾਨੀ ਦੀ ਉਮਰ ਵਿੱਚ ਜਿਨ੍ਹਾਂ ਨੇ ਨਹੀਂ ਪਰਮਾਤਮਾ ਨੂੰ ਸਿਮਰਿਆ, ਤੇ ਚਿੱਟੀ ਦਾੜੀ ਜਦੋਂ ਹੋ ਜਾਊਗੀ ਉਦੋਂ ਕਿੱਥੇ ਸਿਮਰਨ ਹੋਣਾ ਹੈ? ਲੇਕਿਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਬੜੇ ਪੋਜ਼ਿਟਿਵ ਅਪਰੋਚ ਵਾਲੇ, ਫਰੀਦ ਜੀ ਨੂੰ ਸੰਬੋਧਨ ਕਰਕੇ ਬਾਣੀ ਵਿੱਚ ਕਹਿੰਦੇ ਨੇ ਨਹੀਂ, ਨਿਰਾਸ਼ ਨਹੀਂ ਹੋਣਾ। ਧੌਲੀ ਵੀ ਕੋਈ ਰਾਵ ਲਵੇ ਨਾ, ਮਤਲਬ ਧੌਲੀ ਵਿੱਚ ਵੀ ਪਰਮਾਤਮਾ ਦੇ ਰੰਗ ਵਿੱਚ ਕੋਈ ਰੰਗਿਆ ਜਾਵੇ, ਉਹਦਾ ਵੀ ਕਲਿਆਣ ਹੋ ਜਾਣਾ। ਮਹਲਾ ਤੀਜਾ ਵਿੱਚ ਮਹਾਰਾਜ ਕਹਿੰਦੇ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਕਹਿੰਦੇ ਫਰੀਦਾ, ਕਾਲੀ ਧੌਲੀ ਸਾਹਿਬ, ਕਹਿੰਦੇ ਸਾਹਿਬ ਤਾਂ ਸਦਾ ਹੀ ਹੈ, ਬਸ ਚਿੱਤ ਲਾ ਲਓ। ਜਵਾਨੀ ਚ ਵੀ ਅਗਰ ਬੁਢਾਪਾ ਵੀ ਆ ਗਿਆ, ਨਿਰਾਸ਼ ਨਹੀਂ ਹੋਣਾ, ਤਦ ਵੀ ਚਿੱਤ ਲਾ ਲਓ। ਆਪਣਾ ਲਾਇਆ ਪਿਰਮ ਨਾ ਲੱਗੀ, ਜੇ ਲੋਚੇ ਸਭ ਕੋਏ। ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੇ ਤਾ ਦੇ। ਉਹਦਾ ਖਸਮ ਦਾ ਪਿਆਲਾ ਆ, ਉਹ ਜਵਾਨੀ ਚ ਵੀ ਦੇ ਸਕਦਾ, ਬੁਢਾਪੇ ਚ ਵੀ ਦੇ ਸਕਦਾ। ਸੋ ਹੁਣ ਵੀ ਅਸੀਂ ਨਿਰਾਸ਼ ਨਾ ਹੋਈਏ। ਅਗਰ ਚਿੱਟੀਆਂ ਦਾੜੀਆਂ, ਚਿੱਟੇ ਕੇਸ ਹੋ ਗਏ ਨੇ, ਹੁਣ ਵੀ ਅਸੀਂ ਚਿੱਤ ਜੋੜੀਏ ਅਸੀਂ ਪਰਮਾਤਮਾ ਦੇ ਨਾਲ। ਗੁਰੂ ਅਮਰਦਾਸ ਜੀ ਗਰੰਟੀ ਕਰਦੇ ਨੇ, ਹਾਮੀ ਭਰਦੇ ਨੇ, ਸਟੈਂਪ ਲਾਉਂਦੇ ਨੇ, ਭਾਈ ਹੁਣ ਵੀ ਸਾਹਿਬ ਮਿਲ ਸਕਦਾ ਹੈ। ਕਿੰਨੀ ਪੋਜ਼ਿਟਿਵ ਅਪਰੋਚ ਮਹਾਰਾਜ ਜੀ ਸਾਨੂੰ ਦੱਸ ਰਹੇ ਨੇ। ਬੇਅੰਤ ਬਾਣੀ, ਅੰਤਮ ਸਮੇਂ ਦੀਆਂ ਰਸਮਾਂ ਕਿਵੇਂ ਨਿਭਾਉਣੀਆਂ ਨੇ, ਸਾਰੇ ਕਰਮ ਕਾਂਡ ਵਹਿਮਾਂ ਭਰਮਾਂ ਤੋਂ ਬਾਹਰ ਕੱਢ ਕੇ ਮਹਾਰਾਜ ਨੇ ਸਾਨੂੰ ਦੱਸਤਾ। ਔਰ ਜਦੋਂ ਮਹਾਰਾਜ ਜੀ ਨੇ ਹੁਣ ਆਪਣੀ ਜੋਤ ਜਿਹੜੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਵਿੱਚ ਟਿਕਾ ਦਿੱਤੀ, ਔਰ ਐਲਾਨ ਕਰ ਦਿੱਤਾ ਕਿ ਅਸੀਂ ਹੁਣ ਆਪਣਾ ਚੋਲਾ ਜਿਹੜਾ ਆ ਇਹ ਤਿਆਗ ਦੇਣਾ ਆ, ਸਰੀਰਕ ਰੂਪੀ ਚੋਲਾ, ਤਾਂ ਸੰਗਤਾਂ ਨੂੰ ਸੁਨੇਹੇ ਭੇਜ ਦਿੱਤੇ ਗਏ। ਆਸ ਪਾਸਿਓਂ ਸਾਰੀਆਂ ਗੋਇੰਦਵਾਲ ਸਾਹਿਬ ਸਨ ਸਤਿਗੁਰੂ ਜੀ, ਖਡੂਰ ਸਾਹਿਬ ਤੋਂ, ਤਰਨ ਤਾਰਨ ਸਾਹਿਬ ਤੋਂ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਜਿੱਥੇ ਜਿੱਥੇ ਵੀ ਸੁਨੇਹੇ ਗਏ, ਸੰਗਤਾਂ ਭੱਜੀਆਂ ਆਈਆਂ ਆਪਣੇ ਸਤਿਗੁਰਾਂ ਦੇ ਦਰਸ਼ਨ ਕਰਨ, ਲੇਕਿਨ ਹੰਝੂਆਂ ਦਾ ਵੈਰਾਗ ਵੀ ਨਾਲ ਲੈ ਕੇ। ਵੀ ਸਾਡੇ ਸਤਿਗੁਰਾਂ ਦੇ ਅਸੀਂ ਸਰੀਰਕ ਰੂਪ ਵਿੱਚ ਦਰਸ਼ਨ ਕਰਦੇ ਸਨ, ਤੇ ਉਹ ਮਹਾਰਾਜ ਦੇ ਅਸੀਂ ਫਿਰ ਅਸੀਂ ਨਹੀਂ ਕਰ ਪਾਣੇ। ਤਾਂ ਸੰਗਤਾਂ ਦਾ ਠਾਠਾ ਮਾਰਦਾ ਹੜ, ਉੱਥੇ ਗੁਰੂ ਅੰਗਦ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਦਾਤੂ ਜੀ ਵੀ ਪਹੁੰਚੇ ਨੇ। ਕਿਉਂਕਿ ਉਹਨਾਂ ਨੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਭਰੀ ਸਭਾ ਦੇ ਵਿੱਚ ਲੱਤ ਮਾਰੀ ਸੀਗੀ। ਆਪ ਜੀ ਨੂੰ ਇਤਿਹਾਸ ਪਤਾ ਹੈ, ਤੇ ਉੱਧਰ ਆਪਾਂ ਨਾ ਜਾਈਏ। ਤੋ ਜਦੋਂ ਉਹਨਾਂ ਨੇ ਲੱਤ ਮਾਰੀ ਸੀ, ਗੁਰੂ ਅਮਰਦਾਸ ਜੀ ਨੀਚੇ ਗਿਰੇ ਸਨ, ਚਰਨ ਪਕੜ ਕੇ ਕਿਹਾ ਸੀ ਕਿ ਗੁਰੂ ਕੇ ਲਾਲ, ਸਾਡੀਆਂ ਸਖਤ ਬਿੱਡ ਹੱਡੀਆਂ ਹੋ ਗਈਆਂ, ਗੁਰੂ ਕੇ ਲਾਲ ਦੇ ਚਰਨਾਂ ਨੂੰ, ਕੋਮਲ ਚਰਨਾਂ ਨੂੰ ਕਿਤੇ ਸੱਟ ਤਾਂ ਨਹੀਂ ਲੱਗੀ। ਸੋ ਮਹਾਰਾਜ ਨੇ ਇੰਨੀ ਨਿਮਰਤਾ ਦਿਖਾਈ ਸੀ। ਲੇਕਿਨ ਉਹ ਬਾਬਾ ਦਾਤੂ ਜੀ ਨੇ ਜਿਹੜੀ ਬੜੀ ਵੱਡੀ ਅਵਗਿਆ ਕੀਤੀ ਸੀ, ਤੇ ਉਹ ਫਿਰ ਉਹਨਾਂ ਦੇ ਉਹ ਦਰਦ ਹੁੰਦੀ ਰਹੀ ਉਹਨਾਂ ਦੇ ਪੈਰ ਦੇ ਵਿੱਚ। ਹੁਣ ਉਹਨਾਂ ਦੇ ਮਨ ਵਿੱਚ ਆਇਆ, ਬੜੀ ਅੰਦਰੋਂ ਨਿਮਰਤਾ ਧਾਰਨ ਕਰ ਲਈ ਵੀ ਆਪਣੀ ਅਸੀਂ ਭੁੱਲ ਬਖਸ਼ਾ ਲਈਏ। ਉਹ ਵੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਆਏ। ਉਦੋਂ ਵੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਪਤਾ ਨਹੀਂ ਕਿੰਨੇ ਕੁ ਨਿਮਰਤਾ ਦੇ ਪੁੰਜ ਨੇ। ਤੇ ਉਹ ਜਦੋਂ ਚਰਨਾਂ ਵਿੱਚ ਸੀਸ ਨਿਵਾਉਂਦੇ ਨੇ ਬਾਬਾ ਦਾਤੂ ਜੀ, ਤਾਂ ਬੜੇ ਹੱਥ ਜੋੜ ਕੇ ਸਤਿਕਾਰ ਨਾਲ ਗੁਰੂ ਪੁੱਤਰ ਕਹਿ ਕੇ ਫਿਰ ਸਤਿਕਾਰ ਕਰਦੇ ਨੇ। ਉਹਨਾਂ ਨੇ ਬੇਨਤੀ ਕੀਤੀ ਵੀ ਸਾਡੀ ਭੁੱਲ ਬਖਸ਼ੋ, ਅਸੀਂ ਬੜੀ ਵੱਡੀ ਅਵਗਿਆ ਕੀਤੀ, ਸਾਡਾ ਇਹ ਜਿਹੜਾ ਹੁਣ ਰੋਗ ਵੀ ਤੁਸੀਂ ਕੱਟੋ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ, ਗੁਰੂ ਰਾਮਦਾਸ ਜੀ ਮਹਾਰਾਜ ਦੇ ਸਾਹਿਬਜ਼ਾਦੇ ਜਦੋਂ ਗੁਰੂ ਜੋਤ ਵਿੱਚ ਹੋਣਗੇ, ਉਦੋਂ ਫਿਰ ਤੁਹਾਡਾ ਇਹ ਰੋਗ ਕੱਟਿਆ ਜਾਊਗਾ। ਉਹ ਫਿਰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਾਹਿਬਜ਼ਾਦੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਗੁਰੂ ਜੋਤ ਵਿੱਚ, ਗੁਰੂ ਨਾਨਕ ਦੀ ਜੋਤ ਉਹਨਾਂ ਵਿੱਚ ਪ੍ਰਵੇਸ਼ ਕੀਤੀ, ਜਦੋਂ ਬਾਬਾ ਮੋਹਨ ਜੀ ਕੋਲੋਂ ਪੋਥੀਆਂ ਲੈਣ ਗਏ, ਉਦੋਂ ਖਡੂਰ ਸਾਹਿਬ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਬਾ ਦਾਤੂ ਜੀ ਦਾ ਇਹ ਕਸ਼ਟ ਜਿਹੜਾ ਦੂਰ ਕੀਤਾ ਸੀਗਾ। ਤੋ ਸੰਗਤ ਜੀ, ਇਸ ਵਕਤ ਸੰਗਤਾਂ ਵੈਰਾਗ ਦੇ ਵਿੱਚ ਆਈਆਂ ਹੋਈਆਂ ਨੇ, ਔਰ ਜਦੋਂ ਮਹਾਰਾਜ ਨੇ ਜੋਤੀ ਜੋਤ ਸਮਾਣਾ, ਤੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਨੂੰ, ਆਪਣੇ ਪੁੱਤਰਾਂ ਨੂੰ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਜਿੱਥੇ ਆਪਣੀ ਜੋਤ ਟਿਕਾ ਦਿੱਤੀ ਹੈ, ਉੱਥੇ ਮਹਾਰਾਜ ਜੀ ਕਹਿੰਦੇ ਨੇ ਕਿ ਕਿਸੇ ਨੇ ਦੁਖੀ ਨਹੀਂ ਹੋਣਾ,
ਖੁਸ਼ੀਆਂ ਮਨਾਣੀਆਂ ਇਸ ਚੀਜ਼ ਦੀਆਂ ਕਿ ਕੋਈ ਜੋਤੀ ਜੋਤ ਰਲੀ ਸੰਪੂਰਨ ਥੀਆ ਤਾਂ। ਇਹ ਤਾਂ ਜੋਤੀ ਜੋਤ ਵਿੱਚ ਰਲ ਜਾਣੀ ਤੇ ਸਾਡੀ ਜੋਤ ਜਿਹੜੀ ਗੁਰੂ ਨਾਨਕ ਦੀ ਜੋਤ, ਗੁਰੂ ਰਾਮਦਾਸ ਜੀ ਮਹਾਰਾਜ ਦੇ ਵਿੱਚ ਅਸੀਂ ਸਿਰਫ ਚੋਲਾ ਹੀ ਆਪਣਾ ਜਿਹੜਾ ਉਹ ਤਿਆਗ ਰਹੇ ਹਾਂ। ਤਾਂ ਕਿਸੇ ਨੇ ਦੁਖੀ ਨਹੀਂ ਹੋਣਾ ਔਰ ਕਰਨਾ ਕੀ ਹੈ? ਕੀਰਤਨ ਕਰੋ, ਕਥਾ ਕਰੋ, ਇਹ ਕੁਛ ਕਰੋ। ਇਹ ਸਾਡੇ ਲਈ ਮਰਿਆਦਾ ਹੀ ਬੰਨ੍ਹ ਦਿੱਤੀ। ਤੋ ਸੰਗਤ ਜੀ ਦੇਖੋ, ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਆਨੰਦ ਸਾਹਿਬ ਜੀ ਦੀ ਬਾਣੀ ਜਿਹੜੀ ਹੈ, ਉਹ ਹਰ ਮੌਕੇ ਪੜ੍ਹੀ ਜਾਂਦੀ ਹੈ। ਸਾਡੇ ਖੁਸ਼ੀਆਂ ਵਿੱਚ ਵੀ, ਸਾਡੇ ਗਮੀਆਂ ਵਿੱਚ ਵੀ, ਦੁੱਖ ਵਿੱਚ ਵੀ, ਸੁੱਖ ਵਿੱਚ ਵੀ। ਔਰ ਰਾਮ ਕਲੀ ਦੀ ਸੱਦ ਜਿਹੜੀ ਆ, ਉਹ ਸਾਡੀ ਅੰਤਮ ਸਮੇਂ ਦੀ ਕੀ ਮਰਿਆਦਾ ਆ। ਗੁਰੂ ਅਮਰਦਾਸ ਜੀ ਨੇ ਜੋ ਉਦੋਂ ਬਚਨ ਕੀਤੇ ਸਨ, ਸਤਿਗੁਰਾਂ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਜਿਹੜੀ ਬਾਣੀ ਰਚਨਾ ਰਚੀ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਦਰਜ ਕਰ ਦਿੱਤੇ। ਉੱਥੇ ਮਹਾਰਾਜ ਜੀ ਨੇ ਸਾਡੇ ਲਈ ਇਹ ਬੰਨ੍ਹ ਦਿੱਤਾ, ਫਿਕਸ ਕਰ ਦਿੱਤਾ ਵੀ ਤੁਸੀਂ ਉਦੋਂ ਵੀ ਕੀ ਕਰਨਾ, ਕਥਾ ਔਰ ਕੀਰਤਨ ਦਾ ਹੀ ਓਟ ਆਸਰਾ ਲੈਣਾ। ਤੋ ਸੰਗਤ ਜੀ ਇੱਕ ਆਪ ਜੀ ਨਾਲ ਬਚਨ ਕਰਨਾ ਰਹਿ ਗਿਆ। ਉਹ ਬੜੀ ਸੁੰਦਰ ਇੱਕ ਘਟਨਾ ਆ। ਉਹ ਪੰਡਿਤ ਦੁਰਗੋ ਨੇ ਜਦੋਂ ਬਾਬਾ ਅਮਰਦਾਸ ਜੀ ਨੂੰ ਮਾਰਿਆ, ਉਹਨੂੰ ਕਿਹਾ ਸੀ ਕਿ ਤੁਹਾਡੇ ਚਰਨਾਂ ਵਿੱਚ ਪਦਮ ਆ, ਤੁਸੀਂ ਜਾਂ ਤਾਂ ਚੱਕਰਵਰਤੀ ਸਮਰਾਟ ਹੋਵੋਗੇ ਜਾਂ ਫਿਰ ਵੱਡੇ-ਵੱਡੇ ਰਾਜੇ ਮਹਾਰਾਜੇ ਤੁਹਾਡੇ ਚਰਨਾਂ ਵਿੱਚ ਆਉਣਗੇ। ਤੇ ਉਹ ਜਦੋਂ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ, ਨਤਮਸਤਕ ਹੋਇਆ, ਆਪਣੀਆਂ ਭੇਟਾਂ ਵੀ ਅਰਪਣ ਕੀਤੀਆਂ, ਤੇ ਪੰਡਿਤ ਦੁਰਗੋ ਨੂੰ ਪਤਾ ਚੱਲਿਆ। ਤੇ ਉਹ ਵੀ ਉਹੀ ਨੇ ਜਿਨ੍ਹਾਂ ਨੇ ਤੁਸੀਂ ਮਤਲਬ ਆਪਣਾ ਜੋਤਿਸ਼ ਲਾ ਕੇ ਹਿਸਾਬ ਦੱਸਿਆ ਸੀ। ਅੱਜ ਵਾਕਿਆ ਹੀ ਹਿੰਦੁਸਤਾਨ ਦਾ ਬਾਦਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਝੁਕਿਆ। ਤੇ ਉਹਨੂੰ ਖੁਸ਼ੀ ਹੋਈ, ਆਪਣਾ ਜੋਤਿਸ਼ ਦਾ ਹਿਸਾਬ ਲਗਾਇਆ ਸੀ, ਮੈਂ ਠੀਕ ਨਿਕਲਿਆ। ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਆਇਆ, ਆ ਕੇ ਨਤਮਸਤਕ ਹੋਇਆ। ਕਿਹਾ, ਮਹਾਰਾਜ ਜੀ ਮੈਨੂੰ ਪਛਾਣਿਆ? ਮਹਾਰਾਜ ਨੇ ਕਿਹਾ, ਹਾਂ ਪੰਡਿਤ ਦੁਰਗੋ ਪਛਾਣਿਆ ਭਾਈ, ਇੱਕ ਹਾਂ ਤੇਰੀ ਵਿਦਿਆ ਠੀਕ ਹੈ, ਆਪਣਾ ਹਿਸਾਬ ਕਿਤਾਬ ਠੀਕ ਹੈ। ਤੇ ਤੁਸੀਂ ਉਹ ਜਦੋਂ ਹਿਸਾਬ ਲਗਾਇਆ ਸੀਗਾ, ਤਾਂ ਉਹਨੇ ਬੜਾ ਹੁਣ ਪ੍ਰੇਮ ਭਾਵ ਦੇ ਨਾਲ ਉਹਨੇ ਕਿਹਾ ਕਿ ਮਹਾਰਾਜ ਜੀ, ਉਦੋਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਜਦੋਂ ਤੁਸੀਂ ਏਦਾਂ ਹੋਗੇ ਨਾ, ਜਾਂ ਚੱਕਰਵਰਤੀ ਸਮਰਾਟ ਜਾਂ ਜਦੋਂ ਰਾਜੇ ਮਹਾਰਾਜੇ ਤੁਹਾਡੇ ਚਰਨਾਂ ਵਿੱਚ ਝੁਕਣਗੇ, ਫਿਰ ਮੈਨੂੰ ਵੀ ਕੁਛ ਦਿਓ। ਮਹਾਰਾਜ ਨੇ ਕਿਹਾ, ਹਾਂ ਬਾਈ ਪੰਡਿਤ ਦੁਰਗੋ ਮੰਗ ਲਾ, ਤੈਨੂੰ ਲੋਕ ਚਾਹੀਦਾ ਲੋਕ ਮੰਗ ਲਾ, ਪਰਲੋਕ ਚਾਹੀਦਾ ਪਰਲੋਕ ਮੰਗ ਲਾ। ਮਤਲਬ ਦੁਨੀਆ ਦੇ ਸੁੱਖ ਚਾਹੀਦੇ ਨੇ ਤਾਂ ਇਹ ਮੰਗ ਲਾ, ਜੇ ਤੈਨੂੰ ਵਾਹਿਗੁਰੂ ਦਾ ਨਾਲ ਮਿਲਣ ਚਾਹੀਦਾ ਉਹ ਮੰਗ ਲਾ। ਦੇਖੋ ਦਿਨ ਦੁਨੀਆ ਦੇ ਮਾਲਕ ਖੁੱਲੀਆਂ ਛੁੱਟੀਆਂ ਦੇ ਦਿੱਤੀਆਂ, ਮੰਗ ਲਾ। ਅੱਗੋਂ ਜੋ ਪੰਡਿਤ ਦੁਰਗੋ ਹੈ, ਹੱਥ ਜੋੜੇ ਕਿਹਾ, ਮਹਾਰਾਜ ਜੀ ਮੈਂ ਨਹੀਂ ਖੁਸ਼ ਹੋਇਆ। ਪੁੱਛਿਆ, ਭਾਈ ਕਿਉਂ ਨਹੀਂ ਖੁਸ਼ ਹੈ? ਕਹਿੰਦੇ, ਮਹਾਰਾਜ ਤੁਸੀਂ ਕਿਹਾ ਜਾਂ ਲੋਕ ਮੰਗ ਲਾ ਤੇ ਜਾਂ ਪਰਲੋਕ ਮੰਗ ਲਾ, ਜਾਂ ਮਤਲਬ ਦੁਨੀਆ ਦਾ ਧਨ ਮੰਗ ਲਾ ਜਾਂ ਨਾਮ ਧਨ ਮੰਗ ਲਾ। ਤੇ ਪੰਡਿਤ ਦੁਰਗੋ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਹ ਕਹਿੰਦੇ ਨੇ ਪੰਡਿਤ ਦੁਰਗੋ ਨੇ ਅੱਗੋਂ ਕੀ ਕਿਹਾ, ਨਾਮ ਦੇਵੈ ਧਨ ਦੇ ਨਾ ਜਨ ਕੋ, ਧਨ ਵਿਹੂਣ ਜਨ ਜਗ ਨਾ ਸਹਾਏ। ਜੇ ਧਨ ਦੇਵੇਂ ਨਾਮ ਨਾ ਦੇਵੇਂ, ਨਾਮ ਬਿਨਾ ਜਨ ਜੰਮਪੁਰ ਜਾਏ। ਕਿਹਾ, ਮਹਾਰਾਜ ਜੀ ਤੁਸੀਂ ਜੇ ਮੈਨੂੰ ਦੁਨਿਆਵੀ ਧਨ ਦੇ ਦਿੱਤਾ, ਬੜੀ ਵਾਹਵਾ ਹੋ ਜਾਏਗੀ ਦੁਨੀਆ ਵਿੱਚ, ਤਾਂ ਬੜਾ ਸੁਖੀ ਵਸਾਂਗਾ ਮੈਂ, ਮੇਰੀ ਜੈ ਜੈਕਾਰ ਹੋਏਗੀ ਦੁਨੀਆ ਵਿੱਚ। ਪਰ ਜੇ ਮੈਨੂੰ ਨਾਮ ਧਨ ਨਾ ਮਿਲਿਆ, ਫਿਰ ਤਾਂ ਮੈਨੂੰ ਜੰਮਪੁਰ ਜਾਣਾ ਪਊਗਾ, ਜੰਮਾਂ ਦੇ ਵੱਸ ਪੈ ਜਾਊਂਗਾ। ਔਰ ਜੇ ਤੁਸੀਂ ਮੈਨੂੰ ਨਾਮ ਧਨ ਦੇ ਦਿੱਤਾ, ਹੁਣ ਜੰਮ ਤਾਂ ਨਹੀਂ ਮੇਰੇ ਨੇੜੇ ਆਓਗੇ, ਪਰ ਮਹਾਰਾਜ ਜੀ ਸੰਸਾਰਿਕ ਸੁੱਖ। ਸੋ ਇਹ ਆਪਣੇ ਅੰਦਾਜ਼ ਵਿੱਚ ਬੇਨਤੀ ਕੀਤੀ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮੇਰਾਂ ਦੇ ਘਰ ਵਿੱਚ ਆਏ, ਕਿਹਾ, ਪੰਡਿਤ ਦੁਰਗੋ ਜਾ, ਤੈਨੂੰ ਦੁਨੀਆ ਦਾ ਧਨ ਵੀ ਦਿੱਤਾ, ਤੈਨੂੰ ਨਾਮ ਧਨ ਵੀ ਦਿੱਤਾ, ਤੋ ਲੋਕ ਵੀ ਸੁਖੀ ਪਰਲੋਕ ਵੀ ਸੇਲਾ ਕਰ ਦਿੱਤਾ। ਸੰਗਤ ਜੀ ਅਸੀਂ ਵੀ ਗੁਰੂ ਦਰਬਾਰ ਵਿੱਚ ਸਤਿਗੁਰ ਸਦਾ ਨੇ, ਗੁਰੂ ਦਾ ਹੀ ਦਰਬਾਰ ਹੈ, ਸਾਰਾ ਬ੍ਰਹਿਮੰਡ ਗੁਰੂ ਦਾ ਆ। ਅਸੀਂ ਖੁੱਲੇ ਬ੍ਰਹਿਮੰਡ ਵਿੱਚ ਮਹਾਰਾਜ ਦੇ ਚਰਨਾਂ ਦਾ ਓਟ ਆਸਰਾ ਤੱਕ ਕੇ ਸਾਰੀ ਸੰਗਤ ਵੱਲੋਂ ਬੇਨਤੀ ਕਰਦੇ ਹਾਂ ਕਿ ਮਹਾਰਾਜ ਜੀ ਪੰਡਿਤ ਦੁਰਗੋ ਤੁਹਾਡੇ ਦਰਬਾਰ ਵਿੱਚ ਆਇਆ, ਤੁਸੀਂ ਲੋਕ ਸੁਖੀ ਪਰਲੋਕ ਸੁਖੀ, ਨਾਮ ਧਨ ਔਰ ਦੁਨਿਆਵੀ ਸੁੱਖ ਵੀ ਦਿੱਤੇ। ਸਾਨੂੰ ਵੀ ਸਾਰੀਆਂ ਸੰਗਤਾਂ ਨੂੰ ਦੁਨਿਆਵੀ ਸੁੱਖਾਂ ਦੇ ਵਿੱਚ ਅਸੀਂ ਫਸੀਏ ਨਾ ਮਹਾਰਾਜ ਜੀ। ਹਾਂ, ਇਹ ਨਾ ਫਸ ਕੇ ਕੰਮ ਖਰਾਬ ਹੁੰਦਾ, ਫਿਰ ਤ੍ਰਿਸ਼ਨਾ ਵਿੱਚ ਅਸੀਂ ਫਸ ਜਾਂਦੇ ਹਾਂ। ਤਾਂ ਮਹਾਰਾਜ ਜੀ ਸਾਰੀ ਸੰਗਤ ਦਾ ਹੁਣ ਪੂਰੇ ਜਗਤ ਵਿੱਚ ਕਸ਼ਟ ਚੱਲ ਰਿਹਾ, ਕਿੰਨਿਆਂ ਦੇ ਰਿਜ਼ਕ ਚਲੇ ਗਏ ਦਾਤਾ ਜੀ, ਤੇ ਕਿੰਨਿਆਂ ਦੇ ਘਰਾਂ ਵਿੱਚ ਪੀੜਾਂ ਕਸ਼ਟ ਆਪ ਜੀ ਜਾਣੀ ਜਾਣ ਹੋ। ਤਾਂ ਆਪ ਜੀ ਨੇ ਜਗਤ ਜਲੰਦੇ ਨੂੰ ਰੱਖਣ ਦੀ ਅਰਦਾਸ ਸਾਨੂੰ ਸਿਖਾਈ। ਸਾਰੀ ਸੰਗਤ ਦੀ ਬੇਨਤੀ ਹੈ ਦਾਤਾ ਜੀ, ਸਾਰੇ ਜਗਤ ਦਾ ਲੋਕ ਸੁਖੀ ਔਰ ਪਰਲੋਕ ਸਹੇਲਾ ਕਰੋ। ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਸਾਡੇ ਹਿਰਦੇ ਵਿੱਚ ਦਾਤਾ ਜੀ ਸੱਚ ਨਾਮ, ਉਹ ਜਿਹੜਾ ਤੁਸੀਂ ਆਨੰਦ ਦੀ ਅਵਸਥਾ ਦੀ ਗੱਲ ਕੀਤੀ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਦਾਤਾ ਜੀ ਅਸੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਉਹ ਆਨੰਦ ਦੀ ਅਵਸਥਾ ਦਾ ਰੰਗ, ਉਹ ਨਿੱਘ, ਉਹ ਸੁੱਖ, ਉਹ ਰਸ ਸਾਨੂੰ ਵੀ ਮਾਨਣ ਦੀ ਕਿਰਪਾ ਦ੍ਰਿਸ਼ਟੀ ਪਾਓ। ਸੋ ਸਤਿਗੁਰਾਂ ਦੇ ਬੇਅੰਤ ਬਾਣੀ ਵਿੱਚ ਉਪਦੇਸ਼ ਨੇ ਸੰਗਤ ਜੀ, ਇੰਦਰੀਆਂ ਨੂੰ ਕਿਵੇਂ ਸੰਜਮ ਵਿੱਚ ਰੱਖਣਾ, ਰੋਜ਼ ਆਨੰਦ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਸਿਖਾਉਂਦੇ ਨੇ।
ਕਿ ਨੇਤਰਾਂ ਨਾਲ ਕੀ ਦੇਖਣਾ, ਕੰਨਾਂ ਨਾਲ ਕੀ ਸੁਣਨਾ, ਜੀਭਾਂ ਨਾਲ ਕੀ ਬੋਲਣਾ। ਤੋ ਅਸੀਂ ਬਾਣੀ ਨੂੰ, ਇਹ ਨੇਮ ਦੀ ਬਾਣੀ ਵਿੱਚ ਸਾਡੇ ਸ਼ਾਮਿਲ ਹੈ। ਗੁਰੂ ਦੀ ਬਾਣੀ ਰੂਪ ਸਾਡਾ ਜੀਵਨ ਹੋ ਜਾਵੇ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਬੇਨਤੀਆਂ ਕਰੀਏ। ਸਤਿਗੁਰਾਂ ਦੀ ਅਕਥ ਕਥਾ ਹੈ, ਇੱਕ ਜੀ ਕੁਛ ਕਹੀ ਨਾ ਜਾਏ, ਇੱਕ ਜੀ ਬਿਆਨ ਹੀ ਨਹੀਂ ਕਰ ਸਕਦਾ। ਅਕਥ ਕਥਾ ਸਤਿਗੁਰਾਂ ਦੀ, ਤਾਂ ਸਤਿਗੁਰਾਂ ਦੀਆਂ ਰਹਿਮਤਾਂ, ਸਤਿਗੁਰਾਂ ਦੀਆਂ ਬਰਕਤਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਸਾਰੀਆਂ ਦੀਆਂ ਝੋਲੀਆਂ ਸਤਿਗੁਰ ਦਾਤਾ ਜੀ ਆਪਣੀਆਂ ਰਹਿਮਤਾਂ ਦੇ ਨਾਲ ਭਰਨ। ਹੋਈਆਂ ਭੁੱਲਾਂ ਗਲਤੀਆਂ ਸਤਿਗੁਰ ਦਾਤਾ ਜੀ ਸਾਰੀ ਸੰਗਤ ਬਖਸ਼ ਦੇਣਾ। ਸੰਗਤ ਜੀ, ਔਰ ਤੁਹਾਡੀਆਂ ਅਸੀਸਾਂ ਬਣੀਆਂ ਰਹਿਣ। ਤੁਹਾਡੀ ਚਰਨਾਂ ਦੀ ਧੂੜੀ ਪਿੱਛੇ ਸਾਨੂੰ ਵੀ ਸੰਗਤ ਮਿਲ ਜਾਂਦੀ ਹੈ। ਹਮੇਸ਼ਾ ਆਪਣੀਆਂ ਅਸੀਸਾਂ ਬਣਾ ਕੇ ਰੱਖਣਾ, ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਤਾਂ ਹੁਣ ਸੰਗਤ ਦੇ ਅਗਰ ਕੋਈ ਸਵਾਲ ਨੇ ਤਾਂ ਸੰਗਤ ਜੀ ਅਸੀਂ ਮਿਲ ਕੇ ਵਿਚਾਰਾਂ ਕਰ ਲਈਏ। ਹਾਂਜੀ ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਸੰਗਤ ਦਾ ਸਵਾਲ ਹੈ ਕਿ ਜੋ ਗੁਰੂ ਅਮਰਦਾਸ ਜੀ ਦੀ ਮਹਾਰਾਜ ਜੀ ਦੀ ਬਾਣੀ ਆਨੰਦ ਸਾਹਿਬ, ਉਹਦੇ ਵਿੱਚ ਉਹ ਕਹਿੰਦੇ ਕਿ ਅਸੀਂ ਪੜ੍ਹਦੇ ਹਾਂ, ਹਰਜਿਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪੌਣ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਮਾਤਾ ਜੀ ਇਹ ਕਹਿੰਦੇ ਕਿ ਇਸ ਦਾ ਉਹਨਾਂ ਨੂੰ ਅਰਥ ਨਹੀਂ ਸਮਝ ਲੱਗਦੇ, ਇਸ ਦਾ ਕੀ ਅਰਥ ਹੈ? ਆਪ ਅਗਰ ਸਰਲ ਸ਼ਬਦਾਂ ਵਿੱਚ ਸਮਝਾ ਸਕੋ। ਹਾਂਜੀ, ਇਹਨੂੰ ਸਰਲ ਹੈ ਕਿ ਗੁਫਾ ਜਿਹੜੀ ਆ ਨਾ, ਸਾਡੀ ਸਰੀਰ ਰੂਪੀ ਗੁਫਾ। ਵਾਜਾ ਪਵਨ ਸਵਾਸਾਂ ਦਾ ਵਾਜਾ ਜਿਹੜਾ ਵਜਾਇਆ ਆ, ਸਵਾਸ ਆ ਰਹੇ ਜਾ ਰਹੇ, ਜਦ ਇਹ ਨਿਕਲ ਗਏ ਵਾਜਾ ਵੱਜਣੋਂ ਹਟ ਜਾਣਾ ਆ। ਇਹ ਗੁਫਾ ਦੇ ਵਿੱਚ ਜਿਹੜਾ ਵਾਜਾ ਵੱਜਦਾ ਸਾਡੇ ਸਵਾਸਾਂ ਦਾ ਹੀ ਵੱਜਦਾ ਹੈ। ਤੇ 9 ਦੁਆਰੇ ਪ੍ਰਗਟ ਕੀਏ। 9 ਦੁਆਰੇ ਸਾਡੇ 2 ਅੱਖਾਂ, 2 ਕੰਨ, 2 ਨਾਸਕਾ, 1 ਮੁਖ, 1 ਲਿੰਗ ਤੇ 1 ਗੁਦਾ। ਇਹ ਇਸ ਨਜ਼ਰ ਆਉਂਦੇ ਨੇ ਸਾਨੂੰ ਬਾਰਿਕ ਤੌਰ ਤੇ। 10ਵਾਂ ਗੁਪਤ ਰਖਾਇਆ। 10ਵਾਂ ਜਿਹੜਾ ਉਹ ਗੁਪਤ ਹੈ, ਜਿਹਨੂੰ ਆਪਾਂ 10ਵਾਂ ਦੁਆਰ ਵੀ ਕਹਿ ਦਿੰਦੇ, 10ਵਾਂ ਦਰਵਾਜ਼ਾ ਜਿਹਨੂੰ ਕਹਿ ਦਿੰਦੇ ਆ। ਉਹ ਕੌਣ ਖੋਲਦਾ? ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਗੁਰੂ ਦੇ ਦੁਆਰੇ ਜਿਹੜਾ ਪਹੁੰਚ ਜਾਂਦਾ, ਜਿੱਦਾਂ ਧੰਨ ਬਾਬਾ ਅਮਰਦਾਸ ਜੀ ਪਹੁੰਚੇ ਗੁਰੂ ਅੰਗਦ ਦੇਵ ਜੀ ਦੇ ਦੁਆਰੇ। ਇੱਕ ਤਾਂ ਸਰੀਰਕ ਤੌਰ ਤੇ ਪਹੁੰਚੇ, ਉਹ ਪਹੁੰਚਣਾ ਨਹੀਂ ਹੁੰਦਾ, ਉਹ ਤਾਂ ਅਸੀਂ ਰੋਜ਼ ਹੀ ਪਹੁੰਚਦੇ ਹਾਂ। ਇਹ ਹੈਗਾ ਜਿਹੜੀ ਸੁਰਤੀ ਗੁਰੂ ਦੇ ਬਚਨ, ਗੁਰਦੁਆਰੇ ਲਾਏ ਭਾਵਨੀ, ਇਹ ਹੈ ਪਹੁੰਚਣਾ। ਇੱਕ ਨਾ 10ਵਾਂ ਦੁਆਰ ਦਿਖਾਇਆ। ਉਹ ਫਿਰ ਗੁਰੂ ਉਹਨਾਂ ਨੂੰ 10ਵਾਂ ਦੁਆਰ ਦਿਖਾ ਦਿੰਦਾ ਹੈ, ਉੱਥੇ ਸੱਚ ਪ੍ਰਗਟ ਕਰ ਦਿੰਦਾ ਹੈ। ਸੋ ਮਤਲਬ ਇਹਦਾ ਇਹੀ ਹੈ ਕਿ ਇਹ ਸਾਨੂੰ ਸਰੀਰ ਦੇ ਵਿੱਚ ਵਾਜਾ ਜਿਹੜਾ ਪਵਨ ਦਾ ਵੱਜਦਾ ਨਾ, ਜਿੰਨੀ ਦੇਰ ਵੱਜਦਾ ਉਨੇ 'ਚ ਸਾਨੂੰ ਕਲਿਆਣ ਕਰਨ ਦਾ ਚਾਂਸ ਮਿਲਿਆ ਆ। ਤੇ 9 ਦੁਆਰੇ ਜਿਹੜੇ ਆ, ਇਹ ਇੰਦਰੀਆਂ ਦਾ ਇਹਨਾਂ ਨੂੰ ਸਾਂਭ ਸੰਭਾਲ ਕੇ ਰੱਖੀਏ, ਜਿਵੇਂ ਮਹਾਰਾਜ ਨੇ ਦੱਸਿਆ ਆ। ਔਰ ਗੁਰੂ ਦੇ ਬਚਨਾਂ ਨੂੰ ਅਸੀਂ ਕਮਾਈਏ, ਤਾਂ ਕਿ ਗੁਰਦੁਆਰੇ ਲਾਏ ਭਾਵਨੀ, ਗੁਰੂ ਮਹਾਰਾਜ ਜੀ ਗੁਰੂ ਦੇ ਦੁਆਰੇ ਅਸੀਂ ਪਹੁੰਚ ਜਾਈਏ, ਸਾਡੀ ਸੁਰਤ ਗੁਰੂ ਦੇ ਸ਼ਬਦ ਵਿੱਚ ਲਿਵਲੀਨ ਹੋ ਜਾਵੇ, ਤਾਂ ਗੁਰੂ ਸਾਡਾ ਜਿਹੜਾ ਅੰਦਰ 10ਵਾਂ ਦੁਆਰ ਪ੍ਰਗਟ ਕਰ ਦੇਵੇ, ਸਾਡਾ ਸੱਚ ਦੇ ਨਾਲ ਮੇਲ ਕਰਾ ਦੇਵੇ। ਹਾਂਜੀ ਮਾਤਾ ਜੀ, ਸੰਗਤ ਦਾ ਇੱਕ ਹੋਰ ਸਵਾਲ ਹੈ, ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋ ਹੋਰ ਕੱਚੀ ਬਾਣੀ। ਇਸ ਦੇ ਬਾਰੇ ਆਪ ਜੀ ਪਲੀਜ਼ ਐਕਸਪਲੇਨ ਕਰੋ, ਇਸ ਦਾ ਕੀ ਮਤਲਬ ਹੈ? ਸਤਿਗੁਰਾਂ ਤੋਂ ਜਿਹੜੀ ਬਾਣੀ ਉਪਜਦੀ ਹੈ ਉਹ ਸੱਚੀ ਬਾਣੀ ਹੈ। ਸਤਿਗੁਰ ਕੌਣ ਆ? ਸਤਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਜਿਹਨੇ ਪਰਮਾਤਮਾ ਨੂੰ ਜਾਣ ਲਿਆ। ਅੱਖਰੀ ਤੌਰ ਤੇ ਅਸੀਂ ਵੀ ਜਾਣਦੇ ਆ ਰੱਬ ਬੇਅੰਤ, ਇਹ ਨਹੀਂ, ਜਿਹਨੇ ਅਨੁਭਵ ਰੂਪ ਵਿੱਚ ਜਾਣ ਲਿਆ, ਜਿਹੜਾ ਭੇਦ ਹੋ ਗਿਆ ਸਤਿਗੁਰਾਂ ਦੇ ਵਿੱਚ, ਪਰਮਾਤਮਾ ਦੇ ਵਿੱਚ, ਉਹੀ ਸਤਪੁਰਖ ਆ। ਉਹ ਸੱਚੇ ਗੁਰੂ ਦੀ ਬਾਣੀ ਜਿਹੜੀ ਹੈ ਹਿਰਦੇ ਚੋਂ ਨਿਕਲਦੀ, ਮਤਲਬ ਸੱਚ ਚੋਂ ਪ੍ਰਗਟ ਹੋਈ ਜਿਹੜੀ ਬਾਣੀ ਆ, ਉਹ ਸੱਚੀ ਬਾਣੀ ਹੈ। ਬਾਕੀ ਸਾਰੀ ਕਹੀ ਕੱਚੀ ਬਾਣੀ। ਹਾਂਜੀ ਮਾਤਾ ਜੀ, ਸੰਗਤ ਦਾ ਹੋਰ ਕੁਐਸਚਨ ਹੈ, ਕਹਿੰਦੇ ਜਦੋਂ ਅਸੀਂ ਰੋਜ਼ ਹੁਕਮਨਾਮਾ ਲੈਂਦੇ ਹਾਂ, ਕਈ ਵਾਰ 2-3 ਦਿਨ ਲਗਾਤਾਰ ਇੱਕੋ ਹੀ ਹੁਕਮਨਾਮਾ ਆ ਜਾਂਦਾ ਹੈ, ਇੱਕੋ ਹੀ ਸ਼ਬਦ ਹੁਕਮਨਾਮਾ ਆ ਜਾਂਦਾ ਹੈ। ਸੋ ਇਸ ਵਿੱਚ ਇਸ ਦਾ ਕੀ ਮਤਲਬ ਕਿ ਗੁਰੂ ਮਹਾਰਾਜ ਦਾ ਕੋਈ ਮੈਸੇਜ ਹੈ ਸਾਡੇ ਵਾਸਤੇ? ਹਾਂਜੀ, ਬਾਰ-ਬਾਰ ਅਲਰਟ ਕਰ ਰਹੇ ਨੇ ਮਹਾਰਾਜ ਜੀ। ਔਰ ਹਾਉ ਦੀ ਪੰਕਤੀ ਦੇ ਉੱਤੇ ਫੋਕਸ ਕਰੋ, ਔਰ ਹਾਉ ਦੀ ਪੰਕਤੀ ਜਿਹੜਾ ਸੈਂਟਰਲ ਆਈਡੀਆ ਹੁੰਦੀ, ਉਹ ਦੇਖ ਕੇ ਪੂਰੇ ਸ਼ਬਦ ਦਾ ਅਰਥ ਕੱਢੋ, ਤੇ ਫਿਰ ਦੇਖੋ ਮਹਾਰਾਜ ਜੀ ਸਾਨੂੰ ਕੀ ਇਸ਼ਾਰਾ ਕਰ ਰਹੇ ਨੇ। ਤੇ ਇਹ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ, ਜਿਵੇਂ ਬੱਚੇ ਨੂੰ ਬਾਰ-ਬਾਰ ਸਮਝਾਇਆ ਜਾਂਦਾ। ਸੰਗਤ ਜੀ, ਹੁਣ ਮਾਈਕਸ ਔਨ ਨੇ, ਆਪ ਜੀ ਨੇ ਅਗਰ ਕੋਈ ਸਵਾਲ ਪੁੱਛਣਾ ਆਪ ਜੀ ਪੁੱਛ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮਾਤਾ ਜੀ, ਮੈਂ ਪੁੱਛਣਾ ਚਾਹੁੰਦਾ ਜੀ, ਜੋ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਅਨਹਦ ਵਾਜੇ, ਹਾਂਜੀ ਮਾਤਾ ਜੀ ਅਨਹਦ ਵਾਜੇ 5 ਸ਼ਬਦ, ਤੇ ਇਸ ਤੋਂ ਇਲਾਵਾ ਜੋ ਹਿਰਦਾ ਜਾਪ ਹੈ, ਇਹਨਾਂ ਵਿੱਚ ਕੀ ਫਰਕ ਹੈ?
ਹੋਰ ਕਿਹੜਾ ਜਾਪ ਕਿਹਾ ਜੀ ਤੁਸੀਂ? ਹਿਰਦਾ ਜਾਪ, ਹਿਰਦਾ ਜਾਪ, ਹਾਂ। ਹਿਰਦਾ ਜਪਦਾ ਹੈ ਜੋ ਕਹਿੰਦੇ ਨੇ ਮਹਾਰਾਜ, ਹਾਂਜੀ, ਕਹਿੰਦੇ ਨੇ। ਹਿਰਦਾ ਤੇ ਉਸ ਜਾਪ। ਵਿੱਚ ਹਾਂਜੀ, ਹਾਂਜੀ, ਬੋਲੋ ਜੀ, ਠੀਕ। ਬਸ ਜੀ, ਬਸ ਇਹੀ। ਹਾਂਜੀ। ਸੋ ਜਿਹੜਾ ਹਿਰਦਾ ਜਾਪ ਆ ਨਾ, ਮਤਲਬ ਜਦੋਂ ਤੁਹਾਡੇ ਹਿਰਦੇ ਵਿੱਚ ਸੱਚ ਟਿਕ ਗਿਆ। ਇੱਕ ਤਾਂ ਅਸੀਂ ਬਾਹਰੋਂ ਹਾਲੇ ਕਰਦੇ ਆ ਵੀ ਪ੍ਰੈਕਟੀਕਲ, ਵੀ ਹਿਰਦੇ 'ਚ ਧਿਆਨ ਧਰੀਏ ਤਾਂ ਵਾਹਿਗੁਰੂ ਵਾਹਿਗੁਰੂ ਜਪੀਏ, ਨੋ ਡਾਊਟ ਉਦੋਂ ਵੀ ਸਾਡਾ ਕਨੈਕਸ਼ਨ ਜੁੜਦਾ, ਪਰ ਉਹ ਪਰਮਾਨੈਂਟ ਨਹੀਂ। ਹਿਰਦਾ ਜਾਪ ਜਿੱਦਾਂ ਅਸੀਂ ਕਹਿੰਦੇ ਉਹ ਤਾਂ ਮੇਰੇ ਦਿਲ 'ਚ ਹੀ ਬਹਿ ਗਿਆ, ਆਪਾਂ ਨੋਰਮਲ ਗੱਲ ਨਹੀਂ ਕਰਦੇ, ਕੋਈ ਪਿਆਰਾ ਲੱਗੇ ਤਾਂ ਉਹ ਥੋੜਾ ਟਾਈਮ, ਉਹ ਇਹ ਸਾਰਾ ਮਤਲਬ ਏਦਾਂ ਜਦੋਂ ਹਿਰਦੇ ਵਿੱਚ ਹੀ ਪਰਮਾਤਮਾ ਵਸ ਜਾਂਦਾ, ਅਸਲੀ ਹਿਰਦਾ ਜਾਪ ਉਹ ਹੈ ਜਿਹਦੇ ਵੱਸ ਗਿਆ, ਉਹਨੇ ਉਹਦੇ ਹੀ ਗੁਣ ਗਾਣੇ ਆ। ਜਵਾਨ ਤੋਂ ਨਾ ਵੀ ਗਾਵੇ, ਉਹਦਾ ਹਿਰਦਾ ਗਾ ਰਿਹਾ ਆ। ਉਹ ਉਹਦੇ ਹੀ ਧੁਨ ਵਿੱਚ, ਉਹਦੀ ਹੀ ਲਗਨ ਵਿੱਚ, ਉਹਦੇ ਹੀ ਪ੍ਰੇਮ ਵਿੱਚ ਉਹ ਜਿਹੜਾ ਹਰ ਵਕਤ, ਉਹ ਹਿਰਦਾ ਜਾਪ ਦੀ ਅਵਸਥਾ ਉਹ ਹੈ। ਲੇਕਿਨ ਪਹਿਲਾਂ ਅਭਿਆਸ ਕਰਨ ਵੇਲੇ ਅਸੀਂ ਇਵੇਂ ਕਰ ਲੈਂਦੇ ਹਾਂ ਵੀ ਹਿਰਦੇ 'ਚ ਧਿਆਨ ਧਰੋ ਤਾਂ ਇੱਥੋਂ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਦੋਂ ਵੀ ਸਾਡਾ ਕਨੈਕਸ਼ਨ ਜੁੜਦਾ। ਪਰ ਇਹ ਪਰਮਾਨੈਂਟ ਹਿਰਦਾ ਜਾਪ ਉਹੀ ਆ ਜਿੱਥੇ ਹਿਰਦੇ ਵਿੱਚ ਹੀ ਉਹ ਵਸ ਗਿਆ। ਅਨਹਦ ਨਾਦ ਵੀ ਜਿਹੜਾ ਹੈ ਨਾ, ਇਹਨੂੰ ਸ਼ਬਦ ਨਹੀਂ ਬਿਆਨ ਕਰ ਸਕਦੇ। ਇਹ ਉਹੀ ਆ ਜਿਹੜਾ ਨਾਮ ਆ, ਜਿਹੜੀ ਨਾਮ ਦੀ ਧੁਨ ਆ। ਮਹਾਰਾਜ ਜੀ ਨੂੰ ਕਿਹਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਉਹ ਧੁਨ ਜਿਹੜੀ ਕਿ ਚੱਲ ਰਹੀ ਹੈ, ਜੇ ਉਹ ਧੁਨ ਨਹੀਂ ਕੋਈ ਭੇਦ ਕਰਦੀ। ਸਿੱਖ ਕਹੂਗਾ ਵਾਹਿਗੁਰੂ ਮੰਤਰ ਸ਼ਕਤੀਸ਼ਾਲੀ, ਹਿੰਦੂ ਕਹੂਗਾ ਰਾਮ ਆ, ਕਿਸੇ ਨੂੰ ਹਰੀ ਪੁੱਛ ਲਓ, ਕੋਈ ਆਪਣਾ ਗੀਤ ਗਾਊਗਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸਾਰੇ ਨਾਮਾਂ ਦਾ ਵੀ ਜ਼ਿਕਰ ਕਰ ਦਿੱਤਾ। ਸੋ ਉਹ ਜਿਹੜਾ ਅਨਾਮੀ ਹੈ, ਬਾਹਰੋਂ ਅਸੀਂ ਨਾਮ ਜਪਦੇ ਹਾਂ, ਲੇਕਿਨ ਉਹ ਨਾਮ ਜਿਹੜਾ ਸਾਰਿਆਂ ਵਿੱਚ ਹੀ ਚੱਲ ਰਿਹਾ, ਜਿਹੜਾ ਸਰਵ ਵਿਆਪਕ ਹੈ, ਜਿਹਨੂੰ ਕਿਹਾ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਗਾਸ ਪਾਤਾਲ। ਉਹ ਨਾਮ, ਉਹ ਧੁਨ, ਉਹ ਜਿਹੜੀ ਆ ਉਹ ਅਨਹਦ ਨਾਦ ਆ। ਇਹ ਉਦੋਂ ਹੁੰਦਾ ਜਦੋਂ ਬਾਹਰ ਮੁਖੀ ਤੋਂ ਅੰਤਰਮੁਖੀ ਸੁਰਤ ਜਿਹੜੀ ਪਹੁੰਚ ਜਾਂਦੀ ਹੈ। ਅੰਤਰਮੁਖੀ ਵੀ ਜਿਹੜਾ ਅੰਦਰ ਹੀ, ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ, ਤੂੰ ਬਾਹਰ ਵਸਤ ਨਾ ਪਾ। ਉਹ ਅੰਤਰ ਦੇ ਨਿਦਾਨ ਦੇ ਵਿੱਚ ਜਦੋਂ ਜਿਹੜੀ ਸੁਰਤ ਸਾਡੀ ਜੁੜਦੀ ਆ, ਜਾਂ ਰੂਹ ਕਹਿ ਲਓ, ਇਹਨੂੰ ਆਤਮਾ ਕਹਿ ਲਓ, ਜਦੋਂ ਜੁੜਦੀ ਆ ਤਾਂ ਫਿਰ ਉਸ ਕਨੈਕਸ਼ਨ ਦੇ ਵਿੱਚ ਉਹ ਜੋ ਸੁਣਿਆ ਜਾਂਦਾ ਆ, ਜਿਹੜਾ ਸੱਚ ਆ ਅਸਲੀ, ਉਹ ਆ ਸੁਣਿਆ ਸਿੱਧ ਪੀਰ ਸੁਰਨਾਥ। ਜਦੋਂ ਇਹ ਸੁਣਦਾ ਆ, ਉਦੋਂ ਉਹ ਇਹ ਉਸੇ ਅਵਸਥਾ ਵਾਲੇ ਨੂੰ ਸੁਣ ਹੋਣਾ ਜਿਹੜਾ ਕਿ ਸਿੱਧ ਪੀਰ ਸੁਰਨਾਥ ਵਾਲੀ ਅਵਸਥਾ 'ਚ ਆ। ਸਿੱਧ ਮਤਲਬ ਜਿਹਨੇ ਸਾਧ ਲਿਆ ਆਪਣਾ ਆਪ ਸਾਰਾ ਕੁਛ, ਉਸ ਅਵਸਥਾ ਵਿੱਚ ਇਹ ਸੁਣਾਈ ਦਿੰਦਾ। ਪਹਿਲਾਂ ਵੀ ਥੋੜਾ ਥੋੜਾ ਸੁਣਾਈ ਦਿੰਦਾ, ਲੇਕਿਨ ਉਹ ਹਾਲੇ ਉਹ ਚੀਜ਼ ਨਹੀਂ ਹੁੰਦੀ, ਪਰ ਇਹ ਨਿਸ਼ਾਨੀਆਂ ਹੁੰਦੀਆਂ, ਮਤਲਬ ਇਹ ਉੱਥੇ ਤੱਕ ਲੈ ਕੇ ਜਾਂਦੀਆਂ। ਸੋ ਇਹ ਅਨੁਭਵ ਦਾ ਵਿਸ਼ਾ ਆ। ਜਿੰਨਾ ਜਿੰਨਾ ਮਨ ਸਾਡਾ ਨਿਰਮਲ ਹੋਈ ਜਾਂਦਾ, ਮਨ ਪਵਿੱਤਰ ਹੋਈ ਜਾਂਦਾ, ਔਗਣ ਵਿਕਾਰ ਛੁੱਟੀ ਜਾਂਦੇ ਨੇ, ਉਨਾ ਉਨਾ ਅੰਤਰਮੁਖੀ ਬਹੁਤ ਕੁਝ ਸੁਣਾਈ ਦੇਣ ਲੱਗ ਜਾਂਦਾ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਇੱਕ ਸਵਾਲ ਹੈਗਾ। ਮੈਂ ਬਾਈ ਪ੍ਰੋਫੈਸ਼ਨਲ ਟੀਚਰ ਹਾਂ ਹਾਂਜੀ, ਤੇ ਇੱਕ ਨਾਲ ਹੀ ਮਿੰਟ ਜੀ, ਨਾਲ ਇੱਕ ਮਿੰਟ ਟੀਚਰ ਜੀ, ਰੁਕੋ। ਪਹਿਲਾਂ ਤਾਂ ਅਸੀਂ ਤੁਹਾਨੂੰ ਹਾਂਜੀ 2 ਹੱਥ ਜੋੜ ਕੇ ਨਮਸਕਾਰਾਂ ਕਰੀਏ। ਕੱਲ ਇੰਡੀਆ ਦੇ ਵਿੱਚ ਨਹੀਂ ਟੀਚਰਸ ਡੇ ਹੋ ਕੇ ਹਟੇ ਆ। ਜਿੰਨੇ ਵੀ ਟੀਚਰਸ ਨੇ ਪੂਰੇ ਸੰਸਾਰ ਦੇ, ਇਸ ਯੁੱਗ ਵਿੱਚ ਜਿੰਨੇ ਟੀਚਰ ਆਏ, ਜਿੰਨੇ ਆਉਣਗੇ, ਮੈਂ ਆਪਣਾ ਪਰਸਨਲ ਨਿੱਜੀ ਉਹਨਾਂ ਦੇ ਚਰਨਾਂ ਵਿੱਚ 2 ਹੱਥ ਜੋੜ ਕੇ ਨਮਸਕਾਰਾਂ ਕਰਦੀ ਹਾਂ, ਕਿਉਂਕਿ ਇਹ ਮੇਰੇ ਮਨ ਵਿੱਚ ਆਪਣੇ ਟੀਚਰਸ ਦਾ ਬਹੁਤ ਸਤਿਕਾਰ ਆ। ਭਾਵੇਂ ਦੁਬਾਰਾ ਮੈਨੂੰ ਕਦੀ ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ, ਪਰ ਉਹ ਮੇਰੇ ਸਿਰ ਮੱਥੇ ਦੇ ਉੱਤੇ ਨੇ, ਵੀ ਕਿਸੇ ਨੇ ਮੈਨੂੰ ਕੁਝ ਸਿਖਾਇਆ, ਕਿਸੇ ਨੇ ਮੈਨੂੰ ਕੁਝ ਸਿਖਾਇਆ ਜ਼ਿੰਦਗੀ ਦੇ ਵਿੱਚ। ਸੋ ਸਾਰੇ ਜਿੰਨੇ ਵੀ ਟੀਚਰਸ ਨੇ, ਸਾਰਿਆਂ ਨੂੰ ਬਹੁਤ ਸਤਿਕਾਰ ਦੇ ਨਾਲ ਨਮਸਕਾਰ। ਹੁਣ ਕਰੋ ਜੀ ਤੁਸੀਂ ਆਪਣੀ ਗੱਲ। ਹਾਂਜੀ, ਮੈਂ ਕਹਿ ਰਿਹਾ, ਵਾਹਿਗੁਰੂ ਕਾਫੀ ਸੇਵਾਵਾਂ ਲੈ ਰਿਹਾ ਹੈ ਮੇਰੇ ਤੋਂ, ਹਾਂਜੀ, ਤੇ ਮੈਂ ਮਤਲਬ ਵਾਹਿਗੁਰੂ ਦਾ ਨਾਮ ਸਿਮਰਨ ਵੀ ਕਰ ਰਿਹਾ, ਕਾਫੀ ਕੁਝ ਕਰ ਰਿਹਾ ਹਾਂ। ਤੇ ਜਦ ਨਾਲ ਸੇਵਾਵਾਂ ਕਰਦਾ ਹਾਂ, ਬੱਚਿਆਂ ਨੂੰ ਜੋੜ ਰਿਹਾ ਹਾਂ ਕੁਝ ਅਲੱਗ-ਅਲੱਗ ਤਰੀਕੇ ਨਾਲ। ਸਕੂਲ ਚਲਾ ਰਿਹਾ, ਇੱਕ ਫ੍ਰੀ ਸੇਵਾ ਚੱਲ ਰਹੀ ਹੈ, ਛੋਟੇ ਹਾਂਜੀ, ਬੱਚਿਆਂ ਦਾ ਸਕੂਲ ਚਲਾ ਰਿਹਾ, ਜਿਸ ਵਿੱਚ ਸਿੱਖੀ ਪੜ੍ਹਾਈ ਜਾ ਰਹੀ ਹੈ। ਹਾਂਜੀ, ਮਤਲਬ ਐਜੂਕੇਸ਼ਨ ਦੇ ਨਾਲ ਬੱਚਿਆਂ ਨੂੰ ਸਿੱਖੀ ਪੜ੍ਹਾਈ ਜਾ ਰਹੀ ਹੈ। ਹਾਂਜੀ, ਦੂਜੇ ਮੇਰੇ ਕੋਚਿੰਗ ਸੈਂਟਰ ਚੱਲ ਰਹੇ ਨੇ, ਉਸ ਵਿੱਚ ਸਿੱਖ ਬੱਚਿਆਂ ਲਈ ਇੱਕ ਸਪੈਸ਼ਲ ਫੈਸਿਲਿਟੀ ਹੈ ਕਿ ਜਿਹੜੇ ਵੀ ਸਿੱਖ ਬੱਚੇ ਜੇਕਰ ਇੱਕ ਜਪਜੀ ਸਾਹਿਬ ਜੀ ਦਾ ਪਾਠ ਲਰਨ ਕਰਕੇ ਦਿੰਦੇ ਨੇ, ਇੱਕ ਬਾਣੀ ਲਰਨ ਕਰਕੇ ਦਿੰਦੇ ਨੇ, ਤੇ ਉਹਨਾਂ ਹਾਂਜੀ, ਦੀ ਫੀਸ ਵਿੱਚ 20% ਡਿਸਕਾਊਂਟ ਕਰ ਦਿੰਦਾ। ਜੇਕਰ ਠੀਕ ਹੈ, 2 ਹੋ ਜਾਂਦੇ 40% ਹੋ ਜਾਂਦਾ ਹੈ। ਜੇਕਰ ਹਾਂਜੀ, ਕੋਈ ਬੱਚਾ 5 ਦੇ 5 ਕਰਦੇ, 100% ਫੀਸ ਵੀ ਫ੍ਰੀ ਹੈ, ਤੇ ਸਾਡੀ ਤਰਫੋਂ ਸਾਈਕਲ ਵਗੈਰਾ ਜਾਂ ਹੋਰ ਵੀ ਗਿਫਟ ਪ੍ਰਾਈਜ਼ ਮਤਲਬ ਉਸਦੇ ਲਈ ਹਨ। ਠੀਕ ਹੈ ਤੇ ਜੀ, ਹੋਰ ਵੀ ਬਹੁਤ ਕੁਝ ਮੈਂ ਕਰਦਾ ਰਹਿੰਦਾ, ਫੇਸਬੁੱਕ ਤੇ ਵੀ ਕਰ ਰਿਹਾ, WhatsApp ਤੇ ਵੀ ਗਰੁੱਪ ਚਲਾਏ ਰੱਖੇ ਨੇ। ਲੇਕਿਨ ਹਾਂਜੀ, ਜਦ ਇਹ ਕੁਝ ਕਰਦਾ, ਕਈ ਵਾਰੀ ਇਸ ਤਰ੍ਹਾਂ ਲੱਗਦਾ ਹੈ ਕਿ ਕਿੱਥੇ ਪ੍ਰਗਟਾਵਾ ਤਾਂ ਨਹੀਂ ਹੋ ਰਿਹਾ, ਕਿੱਥੇ ਸ਼ੋਸ਼ਾ ਤਾਂ ਨਹੀਂ ਹੋ ਰਹੀ। ਲੇਕਿਨ ਆਪਣੇ ਆਪ ਨੂੰ ਰੋਕਣ ਦੀ ਵੀ ਕੋਸ਼ਿਸ਼ ਕਰਦਾ ਕਿ
ਇਸ ਤਰ੍ਹਾਂ ਦੇ ਕੰਮ ਨਾ ਕਰਾਂ, ਲੇਕਿਨ ਫਿਰ ਪਤਾ ਨਹੀਂ ਅੰਦਰੋਂ ਕੁਝ ਪ੍ਰੇਰਣਾ ਮਿਲਦੀ ਹੈ ਕਿ ਨਹੀਂ ਮੈਨੂੰ ਇਹ ਕੰਮ ਕਰਨਾ। ਨਹੀਂ ਨਾਲ ਮੈਨੂੰ ਇਹ ਇੱਕ ਡਰ ਵੀ ਲੱਗਦਾ ਹੈ ਕਿ ਕਿੱਥੇ ਇਸ ਨਾਲ ਮੇਰੀ ਭਗਤੀ ਨੂੰ ਕੋਈ ਇਫੈਕਟ ਨਾ ਪਵੇ, ਮੇਰਾ ਜਿਹੜਾ ਪਰਮਾਤਮਾ ਦੇ ਨਾਲ ਜੁੜਨ ਦਾ ਤਰੀਕਾ ਹੈ ਉਹ ਕਿੱਥੇ ਗਵਾਚ ਨਾ ਜਾਏ, ਕਿੱਥੇ ਦੇਖੋ ਇਹਦੇ ਲਈ ਮੇਰਾ ਨਾਮ ਸਿਮਰਨ ਗਵਾਚ ਨਾ ਜਾਏ। ਹਾਂ, ਇਹਦੇ ਲਈ ਬੇਟਾ ਜੀ ਜ਼ਰੂਰੀ ਹੈ ਕਿ ਸਾਰਾ ਕ੍ਰੈਡਿਟ ਆਪਣੇ ਗੁਰੂ ਨੂੰ ਦਿਓ। ਬਿਲਕੁਲ ਮਤਲਬ ਦੇਣਾ ਮੈਂ ਜਵਾਨ ਤੋਂ ਜੀ ਨਹੀਂ, ਜੀ ਮਤਲਬ ਜੀ ਦਿਲ ਜੀ ਦੀਆਂ ਗਹਿਰਾਈਆਂ ਤੋਂ। ਮਤਲਬ ਕਰਨ ਕਰਾਵਨ ਹਾਰ ਸੁਆਮੀ, ਉਹੀ ਕਰਵਾ ਰਿਹਾ ਹੈ, ਉਹੀ ਸਮੱਤ ਵਿੱਚ ਪਾ ਕੇ। ਸ਼ੁਕਰ ਹੈ ਸਾਨੂੰ ਅੱਛੇ ਕੰਮਾਂ ਲਈ ਇਸਤੇਮਾਲ ਕੀਤਾ ਜਾ ਰਿਹਾ। ਹੁਣ ਤੁਸੀਂ ਇਉਂ ਕਰੋ ਵੀ ਮੇਰਾ ਤਨ ਵੀ ਗੁਰੂ ਦਾ, ਉਹੀ ਇਸਤੇਮਾਲ ਕਰ ਰਿਹਾ। ਜਦੋਂ ਇਹ ਮਤਲਬ ਪਹਿਲਾਂ ਬੋਲੀ ਜਾਣਾ ਜ਼ੁਬਾਨ ਤੋਂ, ਅੰਦਰੋਂ ਬੋਲੀ ਜਾਣਾ, ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਹਨਾ। ਜੇ ਕਿਤੇ ਆ ਵੀ ਜਾਂਦੀ ਸੂਖਸ਼ਮ ਹਉਮੈ ਕਈ ਵਾਰ ਸਾਡੀ ਪਕੜ 'ਚ ਨਹੀਂ ਆਉਂਦੀ, ਜਦੋਂ ਵੀ ਪਕੜ 'ਚ ਆਈ ਉਦੋਂ ਹੀ ਫਿਰ ਆਪਣੇ ਆਪ ਨੂੰ ਫਿਰ ਕਹਿਣਾ ਨਹੀਂ ਭਾਈ ਇਹ ਗਲਤੀ ਹੋ ਗਈ, ਦੇਖ ਹੰਕਾਰ ਕਿੱਡਾ ਆ ਕੇ ਖੜ ਗਿਆ, ਆਪਣੇ ਆਪ ਨੂੰ ਸੁਚੇਤ ਕਰੀ ਉਸੇ ਤੋਂ ਜਾਣਾ। ਹੀ ਡਰ ਲੱਗ ਰਿਹਾ ਹੈ, ਉਸੇ ਤੋਂ ਹੀ ਹਾਂਜੀ, ਡਰ ਲੱਗਦਾ ਹੈ, ਨਹੀਂ ਹਉਮੈ ਤੋਂ ਨਹੀਂ, ਡਰ ਲੱਗਦਾ ਡਰਨਾ ਨਹੀਂ, ਹੈ। ਡਰਨਾ ਨਹੀਂ। ਵਾਹਿਗੁਰੂ ਮਤਲਬ ਜੀ ਡਰਨਾ ਡਰਨਾ ਕਿਉਂ ਹੈ? ਅਸੀਂ ਆਪਣੇ ਭਾਵ ਚੈੱਕ ਕਰਨੇ ਆ। ਜਿਹੜਾ ਕੰਮ ਕਰਨ, ਤੁਸੀਂ ਟੀਚਰ ਹੋ, ਤੁਹਾਨੂੰ ਪਤਾ ਕੀ ਚੈੱਕ ਕਰਨਾ। ਸਟੂਡੈਂਟ ਸਮਝ ਕੱਢਣ ਤੋਂ ਡਰੇ ਨਾ, ਲੇਕਿਨ ਉਹ ਚੈੱਕ ਕਰੇ ਵੀ ਮੈਂ ਕੀ ਇੱਥੋਂ ਗਲਤੀ ਕੀਤੀ ਹੈ, ਉਹ ਚੈੱਕ ਕਰੋ। ਡਰਨਾ ਜਿਹੜਾ ਹੈ ਨਿਰਮਲ ਭਾਵ ਹੋਣਾ ਚਾਹੀਦਾ ਹੈ। ਨਿਰਮਲ ਸਮਝਦੇ ਆ ਵੀ ਮੇਰੇ ਕੋਲ ਕੋਈ ਗਲਤੀ ਨਾ ਹੋ ਜਾਵੇ ਜਿਹੜੇ ਮੇਰੇ ਗੁਰੂ ਨੂੰ ਨਾ ਚੰਗੀ ਲੱਗ, ਇਦਾਂ ਦਾ ਡਰ ਹੋਣਾ ਚਾਹੀਦਾ। ਦੂਜਾ ਡਰ ਨਹੀਂ। ਤੇ ਚੈੱਕ ਕਰੀ ਜਾਣਾ ਆਪਣੇ ਮਨ ਨੂੰ ਬਾਰ-ਬਾਰ, ਔਰ ਰੋਜ਼ ਹੀ ਬੇਨਤੀਆਂ ਕਰਨੀਆਂ ਜ਼ਰੂਰੀ ਹੈ। ਜਦੋਂ ਸੇਵਾ ਕਿਸੇ ਨੂੰ ਵੀ ਮਿਲਦੀ ਸੰਗਤ 'ਚ, ਤਾਂ ਰੋਜ਼-ਰੋਜ਼ ਬੇਨਤੀਆਂ, ਪਤਾ ਨਹੀਂ ਕਿਹੜੇ ਵੇਲੇ ਸਾਡੇ ਵਿੱਚ ਆ ਜਾਂਦਾ ਵੀ ਦੇਖੋ ਦੇਖੋ ਮੈਂ ਕਰਦਾ। ਜ਼ੁਬਾਨ ਤੋਂ ਨਹੀਂ ਬੋਲਦੇ ਪਰ ਅੰਦਰ ਆ ਜਾਂਦਾ ਆ, ਕਿਉਂਕਿ ਇਹ ਵੀ ਮਾਇਆ ਆ, ਇਹ ਵੀ ਪਰਮਾਤਮਾ ਦੇ ਹੁਕਮ ਵਿੱਚ ਨਾਲ ਖੜੀ ਹੈ। ਇਹੀ ਤਾਂ ਖੇਡ ਆ ਜਿਹਦੇ ਵਿੱਚੋਂ ਗੁਰੂ ਨੇ ਪਾਰ ਉਤਾਰਾ ਕਰਨਾ। ਸੋ ਗੁਰੂ ਹੀ ਸਾਡੇ ਕੋਲ ਸੇਵਾ ਲੈ ਰਿਹਾ, ਗੁਰੂ ਹੀ ਸਮੱਤ ਬਖਸ਼ ਰਿਹਾ। ਹੁਣ ਇਹ ਵੀ ਦੇਖੀ ਜਾਣਾ ਵੀ ਅਸੀਂ ਜਿਹੜੀ ਸੇਵਾ ਕਰ ਰਹੇ ਹਾਂ ਇਹਦੇ ਵਿੱਚ ਮਤਭੇਦ ਨਾ ਕਿਤੇ ਅਸੀਂ ਪਾ ਦੇਈਏ। ਬਸ ਇਹ ਜ਼ਰੂਰ ਧਿਆਨ ਰੱਖਣਾ ਹੈ। ਜਿੰਨਾ ਕਹਿੰਦੇ ਦਰਖਤ ਨੂੰ ਫਲ ਲੱਗੀ ਜਾਵੇ, ਉਨੀ ਅਗਰ ਨਿਮਰਤਾ ਆਈ ਜਾਵੇ ਅੰਦਰੋਂ, ਹਿਰਦੇ ਤੋਂ। ਜ਼ੁਬਾਨ ਤੋਂ ਬੋਲਣ ਨੂੰ ਤਾਂ ਆਪਾਂ ਦੱਸ ਦੋ ਸਾਰੇ ਹੀ ਬੋਲ ਲੈਂਦੇ ਹਾਂ, ਮਤਲਬ ਉਹ ਬਸ ਇਹੀ ਧਿਆਨ ਰੱਖੋ ਤਾਂ ਸ਼ੁਕਰ ਕਰੋ ਵਾਹਿਗੁਰੂ ਦਾ, ਘਬਰਾਓ ਨਾ ਤੁਸੀਂ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਸਾਡੀ ਇੱਕ ਬੇਨਤੀ ਹੈ ਕਿ ਤੁਸੀਂ ਅਗਲਾ ਸੈਸ਼ਨ ਬੱਚਿਆਂ ਦੇ ਲਈ ਰੱਖ ਸਕਦੇ ਹੋ। ਵਾਹ ਬਈ ਵਾਹ, ਇਹ ਕੌਣ ਬੱਚਾ ਬੋਲ ਰਿਹਾ ਇੰਨਾ ਪਿਆਰ ਦੇ ਨਾਲ? ਬੱਚਿਆਂ ਅੱਛਾ, ਬੈਂਗਲੌਰ ਤੋਂ ਬੱਚੇ ਬੋਲ ਰਹੇ ਨੇ। ਉਹ ਸ਼ੁਕਰ ਹੈ ਪੰਜਾਬੀ ਬੋਲਣੀ ਆਂਦੀ ਤੁਹਾਡੇ ਬੱਚਿਆਂ ਨੂੰ, ਸ਼ੁਕਰ ਕਰੋ ਤੁਸੀਂ। ਤੇ ਚਲੋ ਤੁਹਾਡੇ ਪਰਿਵਾਰ ਦੇ ਦਰਸ਼ਨ ਵੀ ਹੋ ਗਏ ਸੰਗਤਾਂ ਦੇ ਸਾਰੀਆਂ ਦੇ। ਤੇ ਜ਼ਰੂਰ ਅਸੀਂ ਰੱਖਾਂਗੇ। ਕੱਲਾ ਬੱਚਿਆਂ ਲਈ ਨਹੀਂ, ਮੈਂ ਚਾਹੂੰਗੀ ਪੇਰੈਂਟਸ ਲਈ ਵੀ ਹੋਵੇ, ਕਿਉਂਕਿ ਅਸੀਂ ਇਕੱਲੇ ਬੱਚੇ ਨੂੰ ਅਗਰ ਕਰੀ ਜਾਵਾਂਗੇ ਨਾ, ਇਹ ਇਕੱਠਾ ਹੀ ਹੋਊਗਾ ਬੱਚਿਆਂ ਐਂਡ ਪੇਰੈਂਟਸ ਦਾ, ਠੀਕ ਹੈ। ਉਹ ਤੋਂ ਬਾਅਦ ਫਿਰ ਇਕੱਲਾ ਬੱਚਿਆਂ ਦਾ ਰੱਖਿਆ ਜਾ ਸਕਦਾ, ਕਿਉਂਕਿ ਪਹਿਲਾਂ ਤਾਂ ਇੱਥੇ ਹੀ ਟਕਰਾਰਾਂ ਸ਼ੁਰੂ ਹੋ ਜਾਂਦੀਆਂ। ਪੇਰੈਂਟਸ ਕਹਿੰਦੇ ਇਉਂ ਚੱਲੋ, ਬੱਚੇ ਥੋੜਾ ਉੜਨਾ ਚਾਹੁੰਦੇ ਨੇ। ਹਾਂ, ਸੋ ਉਹ ਬੱਚੇ ਉੜ ਵੀ ਜਾਣ ਔਰ ਡਿਸਿਪਲਿਨ 'ਚ ਵੀ ਰਹਿਣ, ਇਹ ਅਸੀਂ ਚੀਜ਼ਾਂ ਦੇਖਣੀਆਂ। ਇਹ ਨਹੀਂ ਕਿ ਅਸੀਂ ਉਹਨਾਂ ਨੂੰ ਉੜਨ ਨਹੀਂ ਦੇਣਾ, ਮਤਲਬ ਉਹਨਾਂ ਨੂੰ ਅਸੀਂ ਸ਼ਰਿੰਕ ਨਹੀਂ ਕਰਨਾ ਬੱਚਿਆਂ ਨੂੰ। ਉਹ ਉਡਾਰੀ ਵੀ ਮਾਰਨ ਔਰ ਵਧੀਆ ਉਡਾਰੀ ਮਾਰਨ, ਜਿੱਥੇ ਕਿ ਉਹਨਾਂ ਦੀ ਗਰੋਥ ਅੱਛੀ ਹੋ ਪਾਵੇ। ਇਹ ਅਸੀਂ ਵਿਚਾਰਾਂ ਕਰਾਂਗੇ ਮਿਲ ਕੇ, ਤਾਂ ਜ਼ਰੂਰ ਮੈਂ ਰੱਖਣਾ ਚਾਹਾਂਗੀ। ਠੀਕ ਹੈ ਬੇਟੀ ਜੀ, ਤੁਹਾਡੀ ਬੇਨਤੀ ਅਸੀਂ ਸਿਰ ਮੱਥੇ ਮੰਨਦੇ ਹਾਂ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਮੈਨੂੰ ਕਿਸੇ ਨੇ ਪੁੱਛਿਆ ਕਿ ਅਸੀਂ ਕੋਈ ਸਰੀਰ ਹੈਗੇ ਆ ਜਾਂ ਆਤਮਾ ਹੈਗੇ ਆ, ਤੇ ਮੈਂ ਆਨਸਰ ਦਿੱਤਾ ਕਿ ਅਸੀਂ ਆਤਮਾ ਹੈਗੇ ਆ। ਮੈਂ ਆਨਸਰ ਸਹੀ ਦਿੱਤਾ ਕਿ ਗਲਤ ਦਿੱਤਾ? ਸਰੀਰ ਤਾਂ ਬੇਟਾ ਜੀ ਇੱਥੇ ਖਤਮ ਹੋ ਜਾਣਾ, 5 ਤੱਤਾਂ ਤੋਂ ਬਣਿਆ ਇਹ ਸਰੀਰ ਆ। ਹਾਂਜੀ, ਤੇ ਗੋਬਿੰਦ ਜੀ ਨੂੰ ਕਿਹਨੇ ਮਿਲਣਾ ਆ? ਸਰੀਰ ਨੇ ਨਹੀਂ ਮਿਲਣਾ। ਸਰੀਰ ਤਾਂ ਇੱਥੇ ਸਾਰਿਆਂ ਨੇ ਸਾਡੇ ਸਾਹਮਣੇ, ਅਸੀਂ ਨਿਕਲ ਜਾਣਾ, ਜਲਾ ਜਲੋ ਦਿੱਤਾ ਜਾਣਾ। ਸੋ ਜਿਹਨੇ ਗੋਬਿੰਦ ਜੀ ਨੂੰ ਮਿਲਣਾ ਸੀ ਉਹੀ ਆ। ਇਹਨੂੰ ਰੂਹ ਕਹਿ ਲਓ, ਸੋਲ ਕਹਿ ਲਓ, ਆਤਮਾ ਕਹਿ ਲਓ, ਜੀ ਕਹਿ ਲਓ, ਜਿੰਦ ਕਹਿ ਲਓ, ਜੋ ਮਰਜ਼ੀ ਨਾਮ ਦੇ ਦਿਓ। ਸੋ ਇਹਨੂੰ ਰਾਮ ਕੀ ਅੰਸ਼ ਕਹਿ ਲਓ, ਅਸੀਂ ਸੋਲ ਲਿਆ। ਤੁਸੀਂ ਬਿਲਕੁਲ, ਤੁਹਾਡਾ ਆਨਸਰ ਸਹੀ ਹੈ। ਸੋ ਹੁਣ ਇਉਂ ਕਰੋ, ਇਹਨੂੰ ਜਾਣਨ ਦੀ ਵੀ ਕੋਸ਼ਿਸ਼ ਕਰੋ ਵੀ ਮੈਂ ਕੌਣ ਆ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮਾਤਾ ਜੀ, ਮੇਰਾ ਪੜ੍ਹਾਈ 'ਚ ਦਿਲ ਨਹੀਂ ਲੱਗਦਾ, ਮੈਂ ਕੀ ਕਰਾਂ? ਪੜ੍ਹਾਈ 'ਚ ਦਿਲ ਨਹੀਂ ਲੱਗਦਾ? ਇਹ ਹੁਣ ਜਦੋਂ ਅਸੀਂ ਉਹ ਮੀਟਿੰਗ ਰੱਖਾਂਗੇ ਨਾ ਬੱਚਿਆਂ ਦੀ, ਉਹਦੇ ਵਿੱਚ ਅਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਕਰਾਂਗੇ। ਸੋ ਸਾਰੇ ਬੱਚੇ ਤਿਆਰ ਰਹੋ, ਨਾਲ ਪੇਰੈਂਟਸ ਵੀ।
ਜ਼ਰੂਰ ਨਾਲ ਤਿਆਰ ਰਹੋ ਕਿ ਬਹੁਤ ਸਾਰੇ ਬੱਚਿਆਂ ਦਾ ਹੁੰਦਾ ਇਸ ਤਰ੍ਹਾਂ ਮਨ ਨਹੀਂ ਲੱਗਦਾ ਵੀ ਕੀ ਅਸੀਂ ਕਿਹੜੇ ਟਿਪਸ ਲਈਏ ਕਿ ਸਾਨੂੰ ਪੜ੍ਹਾਈ ਅੱਛੀ ਲੱਗਣ ਲੱਗ ਜਾਵੇ। ਇਹ ਅਸੀਂ ਕਰਾਂਗੇ। ਹਾਂਜੀ ਮਾਤਾ ਜੀ ਮੇਰੇ ਵਾਸਤੇ ਅਰਦਾਸ ਕਰਿਆ ਕਰੋ। ਕੀ ਬੇਟਾ? ਮੈਂ ਮਾਤਾ ਜੀ ਮੈਂ ਪੜ੍ਹਾਂ। ਤੁਸੀਂ ਦੇਖੋ ਬੱਚੇ ਦੀਆਂ ਫੀਲਿੰਗਸ ਕਿੰਨੀਆਂ ਅੱਛੀਆਂ ਆ। ਸੋ ਇਹਨੂੰ ਥੋੜਾ ਜਿਹਾ ਨਾ ਐਪਰੀਸ਼ੀਏਟ ਕਰਨ ਦੀ ਜ਼ਰੂਰਤ ਹੈ। ਇਸ ਬੱਚੇ ਨੂੰ ਥੋੜਾ ਜਿਹਾ ਇਨਕਰੇਜ ਕਰਨ ਦੀ ਜ਼ਰੂਰਤ ਹੈ। ਕਿਤੇ ਨਾ ਕਿਤੇ ਇਹਨੂੰ ਬਹੁਤ ਕੁਝ ਨੈਗੇਟਿਵ ਵਰਡਸ ਵੀ ਬੋਲੇ ਗਏ ਹੋਣਗੇ। ਉਹ ਬੱਚਾ ਪੜ੍ਹਨਾ ਚਾਹੁੰਦਾ, ਉਹ ਕਿਤੇ ਨਾ ਕਿਤੇ ਉਹਦੀ ਦੱਬ ਗਈ ਐਨਰਜੀ। ਸੋ ਕੋਈ ਗੱਲ ਨਹੀਂ, ਗੁਰੂ ਮਹਾਰਾਜ ਜੀ ਕਿਰਪਾ ਕਰਨਗੇ। ਤੇ ਇਹ ਬੱਚੇ ਨੇ ਬੇਟਾ ਤੁਸੀਂ ਬਹੁਤ ਅੱਗੇ ਜਾਣਾ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਂਟੀ ਜੀ ਮੇਰਾ ਕੁਐਸਚਨ ਹੈ ਹਾਂਜੀ ਐਕਚੁਅਲੀ ਹਸਬੰਡ ਨਾ ਸਿੰਗਰ ਬਣਨ ਵਾਲੇ ਨੇ ਹਾਂਜੀ ਤੇ ਉਹ ਆਪਣੀ ਪ੍ਰਿਪਰੇਸ਼ਨ ਕਰ ਰਹੇ ਨੇ ਕਾਫੀ ਟਾਈਮ ਤੋਂ ਤੇ ਹੁਣ ਮਤਲਬ ਨਜ਼ਰ ਆ ਰਿਹਾ ਹੈ ਕਿ ਮਤਲਬ ਫੇਮ ਉਹਨਾਂ ਨੂੰ ਮਿਲ ਜਾਏਗਾ ਹਾਂਜੀ ਬਟ ਉਹਨਾਂ ਦੇ ਬਿਹੇਵੀਅਰ 'ਚ ਚੇਂਜਸ ਆ ਰਹੇ ਨੇ। ਉਹ ਕਾਫੀ ਗੁੱਸਾ ਕਰਦੇ ਨੇ, ਗੁੱਸੇ 'ਚ ਮੈਨੂੰ ਹੀ ਜ਼ਿਆਦਾ ਸਭ ਤੋਂ ਜ਼ਿਆਦਾ ਅਬਿਊਜ਼ ਕਰਦੇ ਨੇ, ਜਦਕਿ ਸਭ ਤੋਂ ਜ਼ਿਆਦਾ ਸਪੋਰਟ ਵੀ ਮੈਂ ਹੀ ਕਰਦੀ ਹਾਂ ਹਾਂਜੀ ਤੇ ਬੜਾ ਕੰਟਰੋਲ ਵੀ ਕਰਦੀ ਹਾਂ ਕਿ ਮੈਂ ਨਾ ਉਹਨਾਂ ਨੂੰ ਰਿਪਲਾਈ ਬੈਕ ਕਰਾਂ। ਇੱਕ ਵਾਰੀ ਮਤਲਬ ਉਹਨਾਂ ਨੇ ਮੈਨੂੰ ਮਾਰ ਵੀ ਦਿੱਤਾ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ। ਉਹ ਇਸ ਟਾਈਮ ਨਾ ਇਹ ਪਤਾ ਇਹ ਜਿਹੋ ਜਿਹੇ ਕੰਮ ਚੋਂ ਗਏ ਨੇ ਨਾ, ਇਹ ਬੜਾ ਪ੍ਰੈਸ਼ਰ ਵਾਲੀ ਦੁਨੀਆ, ਬਹੁਤ ਹਾਂਜੀ ਜ਼ਿਆਦਾ, ਇੰਨਾ ਕੁ ਜ਼ਿਆਦਾ ਪ੍ਰੈਸ਼ਰ ਆ। ਉਹ ਬੰਦਾ ਫਿਰ ਜਿਹੜਾ ਆਪਣਾ ਹੀ ਆ ਨਾ ਉੱਤੇ ਗੁੱਸਾ ਕੱਢਦਾ, ਹੋਰ ਤਾਂ ਕਿਤੇ ਨਿਕਲਦਾ ਨਹੀਂ। ਮਤਲਬ ਤੁਸੀਂ ਕਿਤੇ ਉਹਨਾਂ ਦੇ ਜ਼ਿਆਦਾ ਆਪਣੇ ਤੁਹਾਨੂੰ ਵਿੱਚੋਂ ਫੀਲ ਕਰ ਰਹੇ ਆ। ਉਹਨਾਂ ਦੀ ਸਾਈਕੀ ਨੂੰ ਸਮਝੋ, ਹਿਊਮਨ ਸਾਈਕੀ ਹੈ। ਜਾਂ ਤਾਂ ਬੰਦਾ ਉੱਥੇ ਗੁੱਸਾ ਕੱਢਦਾ ਜਿਹੜਾ ਦਬਾਇਆ ਜਾ ਸਕਦਾ, ਜਾਂ ਫਿਰ ਜਿੱਤੇ ਆਪਣਾ ਸਮਝਦਾ ਉੱਥੇ ਕੱਢਦਾ ਹੈ ਗੁੱਸਾ। ਇਹ ਸੋ ਇਸ ਟਾਈਮ ਹੁਣ ਤੁਹਾਨੂੰ ਥੋੜਾ ਜਿਹਾ ਪੇਸ਼ੈਂਸ ਰੱਖ ਕੇ ਉਹਨਾਂ ਨੂੰ ਬੜੇ ਪ੍ਰੇਮ ਦੇ ਨਾਲ ਸਾਥ ਦੇਣ ਦੀ ਜ਼ਰੂਰਤ ਹੈ, ਤਾਂ ਕਿ ਉਹ ਆਪਣੀ ਜਿਹੜੀ ਮੰਜ਼ਿਲ ਪਾਣਾ ਚਾਹੁੰਦੇ ਨੇ ਉੱਥੇ ਉਹ ਪਾ ਲੈਣ। ਤੁਹਾਡੇ ਵੱਲੋਂ ਕੋਈ ਪਰੇਸ਼ਾਨੀ ਨਾ ਹੋਵੇ, ਔਰ ਹਮੇਸ਼ਾ ਹੀ ਉਹਨਾਂ ਨੂੰ ਯਾਦ ਰਹਿਣਾ ਵੀ ਉਸ ਔਖੇ ਮੌਕੇ ਤੇ ਤੁਸੀਂ ਉਹਨਾਂ ਦਾ ਕਿਵੇਂ ਸਾਥ ਦਿੱਤਾ। ਜੀ ਤੁਸੀਂ ਥੋੜਾ ਜਿਹਾ ਪਰ ਆਪਣਾ ਵਧਾਓ, ਆਪਣੀ ਪਾਵਰ ਵਧਾਓ, ਆਪਣੀ ਪੇਸ਼ੈਂਸ ਵਧਾਓ, ਆਪਣਾ ਪ੍ਰੇਮ ਉਹਨਾਂ ਨੂੰ ਜ਼ਿਆਦਾ ਭੇਜੋ। ਸਗੋਂ ਉਹਨਾਂ ਨੂੰ ਏਦਾਂ ਦੇ ਮੈਸੇਜ ਕਰੋ ਵੀ ਜਿਹਦੇ ਨਾਲ ਉਹਨਾਂ 'ਚ ਇੱਕ ਪਾਵਰ ਵਧੇ ਵੀ ਹਾਂ ਤੁਸੀਂ ਮੇਰੇ ਨਾਲ ਹੋ, ਸਪੋਰਟ ਕਰੋ ਉਹਨਾਂ ਦੀ। ਮਤਲਬ ਮੇਰਾ ਦਿਲ ਕਰਦਾ ਹੈ ਕਿ ਮੈਂ ਆਪਣੇ ਮੰਮੀ ਡੈਡੀ ਕੋਲ ਚਲੀ ਜਾਵਾਂ, ਪਰ ਇਹ ਸਟੈਪ ਨਾ ਲਵਾਂ ਮੈਂ। ਇਹਦਾ ਮਤਲਬ ਨਹੀਂ ਇਹੀ ਤਾਂ ਟਾਈਮ ਆ। ਔਰ ਤੁਸੀਂ ਤਾਂ ਬਹੁਤ ਵੱਡੀ ਸ਼ਕਤੀ ਹੋ। ਕਹਿੰਦੇ ਨੇ ਸਿਆਣੇ ਵਿਦਵਾਨ ਪਤਾ ਕੀ ਕਹਿੰਦੇ ਨੇ, ਸਾਰੀਆਂ ਔਰਤਾਂ ਲੇਡੀਜ਼ ਸੁਣ ਲੈਣ, ਸਾਰੀਆਂ ਸਿਆਣੇ ਵਿਦਵਾਨ ਕਹਿੰਦੇ ਨੇ ਜਿਵੇਂ ਇੱਕ ਮੰਨ ਲਓ ਕਾਰ ਆ, ਉਹਦੇ 4 ਵੀਲਸ ਹੁੰਦੇ ਨੇ ਨਾ, ਕਾਰ ਦੇ 4 ਪਹੀਏ ਹੁੰਦੇ ਨੇ, 4 ਵੀਲਸ। ਵੀ ਜਿਹੜਾ ਆਦਮੀ ਆ ਇਹ ਸਿਰਫ ਇੱਕੋ ਹੀ ਪਹੀਆ, ਇੱਕੋ ਵੀਲ ਆ। ਔਰਤ ਕੋਲ ਇੰਨੀ ਸ਼ਕਤੀ ਆ ਕਿ 3 ਵੀਲਸ ਜਿੰਨੀ ਉਹਦੇ ਕੋਲ ਆ, ਇੱਕ ਘਰ ਨੂੰ, ਇੱਕ ਗ੍ਰਸਤੀ ਨੂੰ ਚਲਾਉਣ ਦੇ ਲਈ। ਇਹਦੇ ਕੋਲ ਇੰਨੀ ਕਲਾ, ਇਹਦੇ ਕੋਲ ਇੰਨੇ ਗੁਣ ਆ, ਇਹ ਇੰਨਾ ਆਪਣੇ ਆਪ ਤੇ ਸੈਲਫ ਕੰਟਰੋਲ ਕਰ ਲੈਂਦੀ ਹੈ। ਇਹਦੇ ਕੋਲ ਹਰ ਤਰ੍ਹਾਂ ਦੀ ਕੁਆਲਿਟੀਜ਼ ਹੈਗੀਆਂ। ਸੋ ਤੁਸੀਂ ਆਪਣੇ ਗੁਣਾਂ ਨੂੰ ਜਾਗਰਤ ਕਰੋ। ਇਹ ਟਾਈਮ ਕੱਲ ਨੂੰ ਉਹ ਅੱਗੇ ਨਿਕਲ ਜਾਣਗੇ, ਤੁਹਾਡਾ ਘਰ ਵੀ ਟੁੱਟ ਜਾਊਗਾ ਨਹੀਂ ਹੈ ਨਾ। ਇਹ ਟਾਈਮ ਹੈ ਆਪਣੇ ਘਰ ਨੂੰ ਬਣਾ ਕੇ। ਇਸ ਟਾਈਮ ਸਮਝ ਲਓ ਉਹ ਮਾਨਸਿਕ ਤੌਰ ਤੇ ਬਹੁਤ ਕਮਜ਼ੋਰ ਹੋ ਚੁੱਕੇ, ਕਿਉਂਕਿ ਉਹਨਾਂ ਦੀ ਸਾਰੀ એનર્ਜੀ ਜਿਹੜੀ ਆ ਉੱਥੇ ਆ, ਮੈਂ ਨਿਕਲਾਂ ਅੱਗੇ ਨਿਕਲਾਂ, ਉੱਥੇ ਲੱਗੀ ਤਾਕਤ ਉਹਨਾਂ ਦੀ। ਉਹ ਬੈਲੈਂਸ ਨਹੀਂ ਕਰ ਰਹੇ ਰਿਸ਼ਤਿਆਂ ਨੂੰ, ਪਰ ਤੁਸੀਂ ਰਿਸ਼ਤਿਆਂ ਨੂੰ ਬੈਲੈਂਸ ਕਰੋ, ਆਪਣਾ ਘਰ ਬਣਾ ਕੇ ਰੱਖੋ। ਠੀਕ ਹੈ ਜੀ? ਹਾਂਜੀ ਸਕਦੇ ਹੋ, ਤੁਸੀਂ ਬਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਤਲਬ ਮੈਨੂੰ ਕੋਰੋਨਾ ਪੋਜ਼ਿਟਿਵ ਹੈ ਤੇ ਹਾਂਜੀ ਕੋਈ ਪ੍ਰਾਣਾਯਾਮ, ਕੋਈ ਐਸਾ ਪ੍ਰਾਣਾਯਾਮ ਜਾਂ ਕੋਈ ਐਕਸਰਸਾਈਜ਼ ਜਿਹੜੀ ਹੈਲਪ ਕਰੇ? ਹਾਂ, ਇਹਦੇ ਲਈ ਨਾ ਲੰਗਸ ਦਾ ਹੁੰਦਾ, ਤੁਸੀਂ ਅਗਰ ਕਰ ਸਕਦੇ ਹੋ। ਮੈਨੂੰ ਪਤਾ ਨਹੀਂ ਤੁਹਾਡੇ ਕਿੰਨਾ ਕੁ ਹੈਗਾ ਆ, ਘਬਰਾਉਣ ਦੀ ਜ਼ਰੂਰਤ ਨਹੀਂ ਆ। ਥੋੜਾ ਜਿਹਾ ਸਾਹ ਭਰੋ ਆਪਣੇ ਅੰਦਰ, ਛਾਤੀ ਤੇ ਰੋਕੋ। ਸਾਰੇ ਵੈਸੇ ਵੀ ਪ੍ਰੈਕਟੀਕਲ ਕਰ ਲਿਆ ਕਰੋ ਜਿੰਨਾ ਕੁ ਰੋਕ ਸਕਦੇ ਹੋ, ਤੇ ਉਹਨਾਂ ਅੰਦਰ ਵਾਹਿਗੁਰੂ 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 ਜਿੰਨੀ ਵਾਰ ਵੀ ਕਹਿ ਸਕਦੇ ਹੋ। ਮਤਲਬ ਤਾਂ ਪਰਪਸ ਇਹ ਆ ਵੀ ਸਾਹ ਅੰਦਰ ਜਦੋਂ ਰੁਕੂਗਾ ਤੁਹਾਡੇ ਲੰਗਸ ਖੁੱਲਣਗੇ, ਉਹ ਬਿਮਾਰੀ ਜਿਹੜੀ ਤੁਹਾਨੂੰ ਛੱਡਣ ਲੱਗ ਜਾਵੇਗੀ। ਇਹ ਬੈਸਟ ਆ, ਸਾਰਿਆਂ ਲਈ ਹੈ। ਆਪਣੇ ਲੰਗਸ ਨੂੰ ਦੇ ਵਿੱਚ ਆਕਸੀਜਨ ਜਿੰਨੀ ਭਰੀ ਜਾਊਗੀ, ਉਨਾ ਹੀ ਤੁਹਾਡਾ ਜਿਹੜਾ ਆ ਇਹ ਕਲੀਅਰ ਹੋਣਾ ਸ਼ੁਰੂ ਹੋ ਜਾਊਗਾ। ਜਿੰਨਾ ਮਰਜ਼ੀ ਲੇਟਿਆਂ ਕਰ ਸਕਦੇ ਹੋ, ਜ਼ਰੂਰੀ ਨਹੀਂ ਹੈ ਕਿ ਬੈਠਣ ਦੀ ਜ਼ਰੂਰਤ ਆ। ਲੇਟੇ ਵੀ ਬੈੱਡ ਤੇ ਤਦ ਵੀ ਤੁਸੀਂ ਇਹਨੂੰ ਕਰ ਸਕਦੇ ਹੋ। ਇਹਨੂੰ ਸਾਰੇ ਹੀ ਕਰ ਲਿਆ ਕਰੋ, ਤੁਹਾਡੇ ਲੰਗਸ ਜਿਹੜੇ ਖੁੱਲਣ। ਥੈਂਕ ਯੂ ਮਾਤਾ। ਸੋ ਇੱਕ YouTube ਦੇ ਉੱਤੇ ਪਾਈ ਵੀ ਹੋਈ ਹੈ ਅਸੀਂ ਛੋਟੀ ਜਿਹੀ ਵੀਡੀਓ, ਜਿਹੜੀ ਨਾਲ ਮੁਦਰਾ ਵੀ ਦੱਸੀ, ਉਹ ਵੀ ਮੁਦਰਾ ਦੇ ਨਾਲ ਇਸ ਤਰ੍ਹਾਂ ਤੁਸੀਂ ਕਰ ਲਓ, ਕਿਉਂਕਿ ਮੁਦਰਾ ਜਿਹੜੀ ਉਹ ਇਮਿਊਨ ਸਿਸਟਮ ਨੂੰ ਨਾਲ ਸਟਰੋਂਗ ਕਰਦੀ ਹੈ, ਨਾਲ ਤੁਹਾਡੇ ਲੰਗਸ ਖੁੱਲ ਜਾਣਗੇ। ਵੈਸੇ ਹੀ ਸਾਰੇ ਕਰ ਲਿਆ ਕਰੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
माता जी संत है चरण माथा मेरे पौत अनेक बार संत है दंडौत हाँ जी एंड संत है चरण तोई पीवा हाँ ए जी लिटिल का इट्स दा के मेटाफोरिक मीनिंग हैगा। हाँ जी ਇਹਦਾ ਮਤਲਬ ਇਹ ਹੈਗਾ ਆ ਕਿ ਸੰਤ ਦੇ ਬਚਨ, ਸੰਤ ਦੇ ਉਪਦੇਸ਼, ਸੰਤ ਦਾ ਗਿਆਨ, हाँ ਸੰਤ ਮਤਲਬ ਜਿਹੜਾ ਸੱਚ ਆ, ਸੰਤ ਗੁਰੂ ਸੰਤ 35 ਮਹਾਂਪੁਰਖ ਜਿਹੜੇ ਬੈਠੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਸੰਤ ਹੀ ਨੇ। ਸੰਤ ਮਤਲਬ ਜਿਹੜਾ ਸੱਚ ਆ, ਉਹ ਸੰਤ ਇੱਥੇ ਗੱਲ ਤੋ ਮਤਲਬ ਮੱਥੇ ਦੇ ਉੱਤੇ ਚਰਨ ਰੱਖਣ ਦਾ ਮਤਲਬ ਝੁੱਕ ਗਏ ਅਸੀਂ ਉਹਦੇ ਅੱਗੇ, ਸਰੈਂਡਰ ਕਰ ਦਿੱਤਾ ਉਸ ਗੁਰੂ ਦੇ ਅੱਗੇ, ਉਸ ਸੰਤ ਦੇ ਅੱਗੇ, ਉਸ ਮਹਾਂਪੁਰਖ ਦੇ ਅੱਗੇ, ਉਸ ਰੂਹ ਦੇ ਅੱਗੇ, ਉਸ ਪਵਿੱਤਰ ਨਿਰਮਲ ਰੂਹ ਦੇ ਅੱਗੇ। ਸੋ ਉਹਨੂੰ ਬਾਰ-ਬਾਰ ਨਮਸਕਾਰਾਂ, ਬਾਰ-ਬਾਰ ਨਮਸਕਾਰਾਂ। ਇਹ ਇੱਕ ਉਹ ਅਵਸਥਾ ਆ ਜਾਂਦੀ ਜਿੱਦਾਂ ਜਿੱਦਾਂ ਤੁਹਾਡੇ ਅੰਦਰ ਮੈਲਾਂ ਉਤਰੀ ਜਾਂਦੀਆਂ, ਤੁਸੀਂ ਕੁਛ ਰਸ ਅਨੁਭਵ ਕਰਨ ਲੱਗ ਜਾਂਦੇ ਆ ਨਾ, ਤੋ ਤੁਹਾਡਾ ਹਿਰਦਾ ਬਾਰੰਬਾਰ ਨਮਸਕਾਰਾਂ ਕਰਦਾ ਹੈ। ਫਿਰ ਆ ਬਾਹਰਲੇ ਹੱਥਾਂ ਦੀ, ਬਾਹਰਲੀ ਪੋਸਚਰ ਦੀ ਇਹ ਨਹੀਂ, ਉਹ ਅੰਦਰਲੀ ਇੱਕ ਕਹਾਣੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਪਹਿਲਾਂ ਅਸੀਂ ਇਵੇਂ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਦੇ ਹਾਂ, ਮੱਥਾ ਟੇਕਦੇ ਹਾਂ, ਲੰਮੇ ਪੈ ਕੇ ਵੀ ਇਉਂ ਵੀ ਹਨਾ ਕਰਦੇ ਹਾਂ, ਉਹ ਜਦੋਂ ਅੰਦਰੋਂ ਬਚਨ ਅਸਰ ਕਰਨ ਲੱਗ ਜਾਂਦੇ ਆ ਨਾ, ਫਿਰ ਤੁਹਾਡਾ ਰੋਮ ਰੋਮ ਸ਼ੁਕਰਾਨੇ ਵਿੱਚ ਔਰ ਝੁਕਦਾ ਆ। ਸੋ ਗੁਰੂ ਦੇ ਬਚਨ ਮਤਲਬ ਤਾਂ ਗੁਰੂ ਦੇ ਬਚਨਾਂ ਨੂੰ ਹੀ ਮੰਨਣਾ। संत है चरण तोई ਹਾਂ, ਉਹ ਧੋ ਕੇ ਦੂਜੀ ਤਰ੍ਹਾਂ ਨਹੀਂ ਪੀਣੇ। ਧੋ ਕੇ ਪੀਣ ਦਾ ਮਤਲਬ ਇਹ ਆ ਕਿ ਉਹ ਜਿਹੜਾ ਆ, ਮੈਂ ਉਹ ਗੁਰੂ ਸੰਤ ਦੇ ਜਿਹੜੇ ਵਚਨ ਆ, ਉਹ ਮੈਂ ਆਪਣੇ ਮੇਰੇ ਅੰਦਰ ਉਹਨਾਂ ਦਾ ਘੁੱਟ ਭਰਾਂ, ਉਹਨਾਂ ਬਚਨਾਂ ਦਾ, ਉਹਨੂੰ ਕਮਾਵਾਂ। ਹਾਂਜੀ ਠੀਕ ਹੈ ਸੰਗਤ ਜੀ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਮਾਤਾ ਜੀ ਇੱਕ ਹੋਰ ਪ੍ਰਸ਼ਨ ਸੀ। ਹਾਂਜੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਜਿਵੇਂ ਜੋਗੀਆਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਕਿਹਾ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਕਰ ਸਮਸਰ ਜਾਣੈ, ਜੋਗੀ ਕਹੀਏ ਸੋਈ। ਹਾਂਜੀ ਮਾਤਾ ਜੀ ਮਨ ਇਹ ਗੱਲ ਬਾਰ-ਬਾਰ ਕਿਉਂ ਭੁੱਲ ਜਾਂਦਾ ਹੈ ਕਿ ਕਥਨ ਵਾਲਾ, ਬਕਨ ਵਾਲਾ, ਸੁਣਨ ਵਾਲਾ ਵੀ ਸਾਰਾ ਇੱਕੋ ਹੀ ਹੈ, ਵੀ ਸਾਰਾ ਇੱਕੋ ਹੀ ਹੈ, ਜੋ ਦ੍ਰਿਸ਼ਟੀਮਾਨ ਹੈ, ਸਭ ਕੁਝ ਇੱਕ ਹੀ ਹੈ। ਇਹ ਚੀਜ਼ ਬਾਰ-ਬਾਰ ਮਨ ਕਿਉਂ ਭੁੱਲ ਜਾਂਦਾ ਹੈ? ਕਿਉਂਕਿ ਮਨ ਹਲੇ ਮੇਲਾ ਆ ਨਾ ਸਾਡਾ ਸਾਰਿਆਂ ਦਾ। ਇਹ ਉਹ ਅਵਸਥਾ ਹੈ ਜਿੱਥੇ ਪਵਿੱਤਰ ਹੋ ਗਿਆ ਮਨ, ਜਿੱਥੇ ਜੋਤ ਸਰੂਪ ਹੀ ਹੋ ਗਿਆ ਮਨ, ਜਿੱਥੇ ਉਹ ਅਵਸਥਾ ਆ ਗਈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਮਨ ਹੈ ਤਾਂ ਨਾਲ ਹੀ ਹੈ ਸਾਡੇ ਹਰੀ, ਪਰ ਸਾਡਾ ਮੈਲਾ ਮਨ ਜਿਹੜਾ ਹਰੀ ਨੂੰ ਨਹੀਂ ਪਛਾਣ ਰਿਹਾ। ਸੋ ਸਾਰੀ ਕਹਾਣੀ ਨਾ ਜਿਹੜੀ ਗੁਰਮਤ ਦੀ, ਇਹ ਹੈਗੀਆਂ ਮਨ ਦੀਆਂ ਮੈਲਾ ਉਤਾਰਨ ਦੀ। ਤਾਂ ਮੈਂ ਕਹਿੰਦੀ ਨਹੀਂ, ਆਪਣਾ ਸੁਭਾਅ ਦੇਖੋ, ਆਪਣਾ ਬਿਹੇਵੀਅਰ ਦੇਖੋ, ਆਪਣੇ ਕਰਮ ਦੇਖੋ, ਇਹਨਾਂ ਤੇ ਅਸੀਂ ਪਹਿਰਾ ਦਈਏ। ਜਿਹੜੀਆਂ ਗਲਤੀਆਂ, ਭੁੱਲਾਂ, ਸੋਚ ਸਾਡੀ ਮਾੜੀ ਉੱਠ ਰਹੀ ਆ, ਉਹਨੂੰ ਅਸੀਂ ਬਦਲੀਏ। ਇਹ ਸਭ ਤੋਂ ਵੱਡੀ ਪੜ੍ਹਾਈ ਹੈ, ਇਹੀ ਪੜ੍ਹਾਈ ਹੈ। ਸੋ ਉਹ ਫਿਰ ਜਾ ਕੇ ਉਹ ਇਹ ਜਦੋਂ ਦਰਸ਼ਨ ਹੀ ਹੋ ਗਏ ਆਪਣੇ ਅੰਦਰ ਉਹਦੇ, ਫਿਰ ਸਾਰਿਆਂ ਦੇ, ਫਿਰ ਸਾਡੀ ਦ੍ਰਿਸ਼ਟੀ ਨੇ ਸਮਸਰ ਕਰ ਦੇਖਣਾ ਸਾਰਿਆਂ ਨੂੰ। ਹਾਲੇ ਤਾਂ ਸਾਨੂੰ ਆਪਣੇ ਹੀ ਅਸੀਂ ਮੇਲੇ ਫਿਰਦੇ ਹਾਂ, ਫਿਰ ਕਿੱਥੇ ਸਾਨੂੰ ਬਾਹਰ ਨਜ਼ਰ ਆਵੇਗਾ। ਹਾਂਜੀ ਜਸਵੀਰ ਸਿੰਘ ਜੀ, ਆਪ ਜੀ ਵੀ ਪੁੱਛ ਸਕਦੇ ਹੋ ਜੀ, ਭਾਈ ਸਾਹਿਬ ਜਸਵੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਤਾ ਜੀ, ਅਸੀਂ ਦਮਦਮਾ ਤਲਵੰਡੀ ਸਾਬੋ ਤੋਂ ਬੋਲ ਰਹੇ ਹਾਂ। ਅਸੀਂ 27 ਅਗਸਤ ਨੂੰ ਨਾ ਆਪ ਜੀ ਦਾ ਸੈਸ਼ਨ ਲਗਵਾਇਆ ਸੀ ਬੱਚਿਆਂ ਦੇ ਕੈਂਪ ਦੇ ਵਿੱਚ ਜ਼ੂਮ ਐਪ ਤੇ ਜੀ। ਹਾਂਜੀ, ਤੇ ਇੱਕ ਸੈਸ਼ਨ ਮਾਤਾ ਜੀ ਅਸੀਂ ਸਾਰੇ ਬੱਚਿਆਂ ਦੇ ਪੇਰੈਂਟਸ ਨੂੰ ਨਾਲ ਬਿਠਾ ਕੇ ਆਪ ਜੀ ਦਾ ਲਵਾਉਣਾ ਚਾਹੁੰਦੇ ਹਾਂ ਜੀ। ਹਾਂਜੀ ਕੋਈ ਨਹੀਂ ਜੀ, ਠੀਕ ਹੈ ਜੀ। ਹਾਂਜੀ ਆਪ ਜੀ ਇੱਕ ਦਿਨ ਕਿਰਪਾ ਕਰ ਦਿਓ ਜੀ। ਤੇ ਕਿਉਂਕਿ ਬੱਚਿਆਂ ਦੇ ਜਿਹੜੇ ਪੇਰੈਂਟਸ ਹੈ ਨਾ, ਜੋ ਸਾਰੇ ਪਿੰਡਾਂ ਦੇ ਲੋਕ ਹੈਗੇ ਆ, ਜਿਹੜੇ ਕਿ ਵਿਚਾਰੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਸਿੱਖੀ ਬਾਰੇ, ਕੋਈ ਕਿਸੇ ਮੜੀਆਂ ਨੂੰ, ਕੋਈ ਮਸਾਣਾ ਨੂੰ, ਕੋਈ ਅਨਪੜ੍ਹ ਲੋਕ ਹੈਗੇ ਆ, ਪਰ ਉਹਨਾਂ ਦੇ ਬੱਚੇ ਗੁਰਬਾਣੀ ਪੜ੍ਹਦੇ ਆ। ਔਰ ਬਹੁਤ ਸਾਰੇ ਬੱਚੇ ਪੇਰੈਂਟਸ ਦਾ ਮਨ ਬਦਲ ਵੀ ਰਿਹਾ। ਪਰ ਅਸੀਂ ਚਾਹੁੰਦੇ ਹਾਂ ਵੀ ਪੂਰੇ 350 ਬੱਚਿਆਂ ਦੇ ਨਾਲ 2-2, 4-4 ਪੇਰੈਂਟਸ ਜ਼ਰੂਰ ਪਰਿਵਾਰ ਬੈਠੇ ਉਸ ਦਿਨ, ਤੇ ਆਪ ਜੀ ਦਾ ਇੱਕ ਸੈਸ਼ਨ ਪੇਰੈਂਟਸ ਤੇ ਲੱਗੇ ਜੀ ਜ਼ਰੂਰ। ਕੋਈ ਗੱਲ ਨਹੀਂ ਜੀ, ਤੁਸੀਂ ਅਮਰਦੀਪ ਸਿੰਘ ਜੀ ਦੇ ਨਾਲ ਕਰ ਲਿਓ ਸੈਟਿੰਗ। ਸਤਿਵਚਨ ਜੀ। ਹਾਂਜੀ ਜਿਸ ਦਿਨ ਸਾਡਾ ਹੋਰ ਹਾਂਜੀ ਕਰ ਲਾਂਗੇ ਅਸੀਂ, ਠੀਕ ਹੈ जी। ਹਾਂਜੀ ਹਾਂਜੀ माता जी, गुरु जी के साथ विश्वास, प्रेम, श्रद्धा वाहिगुरु जी कैसे बढ़ाएं? मतलब कैसे उनसे इतना प्यार करें कि बस कुछ नजर ही ना आए? ਜਿੰਨਾ ਤੁਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋਗੇ, ਉਹਨਾਂ ਤੁਹਾਡਾ ਕਨੈਕਸ਼ਨ ਵਾਹਿਗੁਰੂ ਜੀ ਦੇ ਨਾਲ ਜੁੜਨ ਲੱਗ ਜਾਊਗਾ। ਸ਼ੁਕਰਾਨਾ ਦੇਖੋ ਕਿੰਨਾ ਕੁਝ ਪਰਮਾਤਮਾ ਨੇ ਸਾਨੂੰ ਦਿੱਤਾ, ਕਾਊਂਟਲੈਸ ਬਲੇਸਿੰਗਸ ਨੇ ਸਾਡੇ ਕੋਲ। ਇਹ ਬਹੁਤ ਸੌਖਾ ਤਰੀਕਾ, ਤੁਰਦਿਆਂ ਫਿਰਦਿਆਂ ਕੰਮ ਕਰਦਿਆਂ
ਹੈ ਨੱਚਦਿਆਂ ਗਾਉਂਦਿਆਂ ਹਰ ਜਗ੍ਹਾ ਉਹਦਾ ਸ਼ੁਕਰਾਨਾ ਕਰੋ। ਨੱਚਦਿਆਂ ਗਾਉਂਦਿਆਂ ਦਾ ਮਤਲਬ ਸਮਝਣਾ ਖਿਲੇ ਖਿਲੇ ਰਿਹਾ ਕਰੋ, ਹੱਸਦਾ ਮੁਸਕਰਾਉਂਦਾ ਚਿਹਰਾ ਰੱਖਿਆ ਕਰੋ। ਮੈਂ ਤਾਂ ਕਹਿੰਦੀ ਨਹੀਂ ਆ ਘਰ 'ਚ ਇਉਂ ਰੱਖੋ, ਸਾਰੇ ਜਾਣੇ ਸੁਣੋ, ਜਿਹੜਾ ਇੱਕ ਦੂਸਰੇ ਨੂੰ ਪਹਿਲਾਂ ਦੇਖੇ ਉਹ ਪਹਿਲਾਂ ਮੁਸਕਰਾਵੇ। माता जी मैं आजकल आपको देखकर मैं स्माइल प्रैक्टिस कर रही हूँ। हाँ शुक्र है वाहिगुरू स्माइल का, क्योंकि परमात्मा ने ਇਹ ਵੀ ਇੱਕ ਸਾਡੀ ਐਡੀ ਵੱਡੀ ਬਲੇਸਿੰਗਸ ਆ। ਸਾਡੇ ਬਲੇਸਿੰਗਸ ਦੇ ਵਿੱਚੋਂ ਇੱਕ ਇਹ ਬਲੇਸਿੰਗ ਆ ਸਾਡੇ ਕੋਲ ਕਿ ਅਸੀਂ ਹੀ ਮੁਸਕਰਾ ਸਕਦੇ ਹਾਂ 84 ਲੱਖ ਜੁਨਾਂ 'ਚ। ਤੁਸੀਂ ਦੇਖਿਆ ਕੁੱਤਾ ਮੁਸਕਰਾਉਂਦਾ, ਗਧਾ, ਬਿੱਲਾ, ਪੈਟਸ ਰੱਖਦੇ ਹੋ, ਕਦੀ ਦੇਖਿਆ ਮੁਸਕਰਾਉਂਦੇ? ਉਹ ਭਾਈ ਸਾਨੂੰ ਗੁਣ ਦਿੱਤਾ ਆ, ਅਸੀਂ ਐਵੇਂ ਨਾ ਰੁੱਸੇ ਹੀ ਰਿਹਾ ਕਰੀਏ, ਸਾਰੇ ਸ਼ੁਕਰਾਨਾ ਕਰੀਏ ਪਰਮਾਤਮਾ ਦਾ। ਜਿੰਨਾ ਸ਼ੁਕਰਾਨਾ ਕਰਦੇ ਅਸੀਂ ਉਹਦੇ ਨਾਲ ਜੁੜਦੇ ਹਾਂ। ਉਹ ਤੁਸੀਂ ਆਨੰਦ ਮਹਿਸੂਸ ਕਰੋਗੇ ਸ਼ੁਕਰਾਨਾ ਕਰਦੇ ਹੋ, ਚਾਹੇ ਤੁਸੀਂ ਵਾਕ ਕਰਦੇ ਹੋ, ਚਾਹੇ ਤੁਸੀਂ ਕਿਚਨ 'ਚ ਕੰਮ ਕਰਦੇ ਹੋ, ਚਾਹੇ ਤੁਸੀਂ ਕੁਛ ਵੀ ਕਰਦੇ ਹੋ, ਉਹਦੇ ਸ਼ੁਕਰ ਭਾਵ 'ਚ ਰਹੋ ਬਸ। ਚਲੋ ਠੀਕ ਹੈ ਸੰਗਤ ਜੀ, ਫਿਰ ਅਗਲੇ ਹਫਤੇ ਫਿਰ ਗੁਰੂ ਸਾਹਿਬ ਜੀ ਦਾ ਉਹ ਟਾਸਨਾ ਚਰਨਾਂ ਦਾ ਤੱਕ ਕੇ ਅਸੀਂ ਸੰਗਤੀ ਰੂਪ ਵਿੱਚ ਬੈਠਾਂਗੇ। ਬਹੁਤ ਬਹੁਤ ਸ਼ੁਕਰਾਨਾ। ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਸੰਗਤ ਜੀ। ਹਮੇਸ਼ਾ ਚੜ੍ਹਦੀਆਂ ਕਲਾ 'ਚ ਰਹੋ। ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਮੇਰਾ ਭਰਿਆ ਹੱਥ ਸਾਰੀ ਸੰਗਤ ਦੇ ਸਿਰ ਉੱਤੇ, ਸਾਰੇ ਜਗਤ ਦੇ ਉੱਤੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ। ਸਤਿ ਸ੍ਰੀ ਅਕਾਲ।